ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਮੁਲਾਕਾਤ ਕਰਵਾਉਂਦਾ ਰਹਿਣਾ ਤੁਹਾਡੀ ਵੱਖ-ਵੱਖ ਪਾਰਟੀਆਂ ਦੇ ਪੋਲੀਟੀਸ਼ੀਅਨਸ ਦੇ ਨਾਲ। ਅੱਜ ਜਿਹੜੀ ਆਪਾਂ ਗੱਲ ਕਰਨੀ ਆ ਉਹ ਕਰਾਂਗੇ ਆਮ ਆਦਮੀ ਪਾਰਟੀ ਦੇ ਇੰਚਾਰਜ ਸਰਦਾਰ ਜਰਨੈਲ ਸਿੰਘ ਹੋਰਾਂ ਨਾਲ, ਜਿਹੜੇ ਕਿ ਦਿੱਲੀ ਸਰਕਾਰ ਦੇ ਵਿੱਚ ਉਹਨਾਂ ਦਾ ਪੂਰਾ ਹੱਥ ਹੈ ਕਿਉਂਕਿ ਉੱਥੋਂ ਦੇ ਐਮਐਲਏ ਨੇ। ਪਰ ਨਾਲ ਦੀ ਨਾਲ ਜਿਹੜੀ ਜ਼ਿੰਮੇਵਾਰੀ ਹੈ ਉਹ ਹੁਣ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਵਾਲੀ ਯੂਨਿਟ ਹੈ ਉਹਦੀ ਵੀ ਉਹਨਾਂ ਦੇ ਸਿਰ ਤੇ ਆ। ਹੁਣ ਪੰਜਾਬੀ ਚਾਹੇ ਪੰਜਾਬ 'ਚ ਬੈਠੇ ਨੇ ਚਾਹੇ ਪੰਜਾਬੋਂ ਬਾਹਰ ਬੈਠੇ ਨੇ, ਧਿਆਨ ਉਹਨਾਂ ਦਾ ਇਸ ਚੀਜ਼ ਦੇ ਵਿੱਚ ਲੱਗਿਆ ਹੋਇਆ ਕਿ ਵੀ ਜੇ 2022 'ਚ ਆਪਾਂ ਨੂੰ ਕੋਈ ਨਾ ਕੋਈ ਚੰਗੀ ਸਰਕਾਰ ਮਿਲੇ ਤਾਂ ਆਮ ਆਦਮੀ ਪਾਰਟੀ ਉਹਦੇ 'ਚ ਕਿਹੋ ਜਿਹਾ ਰੋਲ ਨਿਭਾ ਸਕਦੀ ਹੈ। ਹੋਰ ਕਈ ਸਵਾਲ ਨੇ, ਕੋਈ ਚਲੇ ਗਿਆ, ਕੋਈ ਆ ਗਿਆ, ਕੋਈ ਆਊਗਾ ਕਿ ਨਹੀਂ ਆਊਗਾ। ਸੋ ਕੋਸ਼ਿਸ਼ ਕਰੂੰਗਾ ਜਿੰਨੀਆਂ ਗੱਲਾਂ ਤੁਹਾਡੇ ਦਿਮਾਗ ਜ਼ਿਹਨ 'ਚ ਹੋਣ ਆਪਾਂ ਅੱਜ ਇਹਨਾਂ ਨਾਲ ਕਰ ਲਈਏ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਸਰਦਾਰ ਜਰਨੈਲ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਗੁਰਪ੍ਰੀਤ ਭਾਜੀ, ਤੁਹਾਡਾ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਪ੍ਰਾਈਮ ਏਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪਹਿਲੀ ਗੱਲ ਤਾਂ ਮਿਹਰਬਾਨੀ, ਤੁਸੀਂ ਸਮਾਂ ਕੱਢਿਆ ਐਡੀ ਦੂਰੋਂ ਚੱਲ ਕੇ ਸਾਡੇ ਕੋਲੇ ਆਏ। ਪਰ ਜਾਂ ਇੱਦਾਂ ਕਹਿ ਲਓ ਵੀ ਤੁਸੀਂ ਕਿਤੇ ਆਏ ਸੀ ਤੇ ਸਾਡੇ ਕਾਬੂ ਆ ਗਏ। ਅੱਛਾ, ਮੈਂ ਰਾਜਨੀਤੀ ਵਾਲੇ ਪਾਸੇ ਜਾਣ ਤੋਂ ਪਹਿਲਾਂ ਨਾ ਜਿਹੜੀ ਗੱਲ ਤੁਹਾਨੂੰ ਪੁੱਛਣੀ ਆ ਉਹ ਇਹ ਪੁੱਛਣੀ ਹੈ ਕਿ ਇਹ ਪੋਲੀਟੀਸ਼ੀਅਨ ਕਦੋਂ ਕਦੇ ਹੋ ਤੁਸੀਂ? ਕਿਉਂਕਿ ਆਮ ਆਦਮੀ ਪਾਰਟੀ ਪੁਰਾਣੀ ਨਹੀਂ ਤੇ ਆਮ ਆਦਮੀ ਪਾਰਟੀ ਦੇ ਬੰਦੇ ਵੀ ਪੁਰਾਣੇ ਨਹੀਂ। ਬਿਲਕੁਲ ਠੀਕ ਸੋ ਹੈ। ਇਹ ਮੈਂ ਪੁੱਛਣਾ ਚਾਹੁੰਦਾ ਕਿ ਜਰਨੈਲ ਸਿੰਘ ਹੋਰੀ ਪਹਿਲਾਂ ਕੀ ਕਰਦੇ ਸੀ ਤੇ ਫਿਰ ਰਾਜਨੀਤੀ ਵਾਲੇ ਪਾਸੇ ਕਿਵੇਂ ਮੋੜਾ ਕੱਟਿਆ ਗਿਆ? ਜੀ ਮੈਂ ਐਗਜ਼ੈਕਟ ਦੱਸਾਂ ਤੇ 26 ਨਵੰਬਰ 2012 ਨੂੰ ਆਮ ਆਦਮੀ ਪਾਰਟੀ ਬਣੀ ਜੀ ਤੇ ਸਾਡੀ ਤਾਂ ਪਹਿਲੀ ਪਾਰਟੀ ਹੈ। ਉਸ ਤੋਂ ਪਹਿਲਾਂ ਮੈਂ ਵੀ ਬਿਲਕੁਲ ਜਿੱਦਾਂ ਸਾਰੇ ਹੁਣ ਵੀ ਆਮ ਹੀ ਹੈ ਜੀ। ਤੇ ਮੇਰਾ ਵੀ ਪੜ੍ਹਾਈ ਲਿਖਾਈ ਬਚਪਨ ਦਿੱਲੀ 'ਚ ਆਮ ਲੋਕਾਂ ਦੇ ਵਿੱਚ ਹੀ ਜਿੱਦਾਂ ਹੁਣ ਰਹਿੰਦੇ ਆ ਬਤੀਤ ਹੋਇਆ। ਤੇ ਤਾਂ ਇੱਕ ਹੁੰਦਾ ਸੀ ਬਈ ਖੁਆਇਸ਼ ਕਿ ਵੱਡੇ ਹੋ ਕੇ ਬਿਜ਼ਨਸ ਕਰਾਂਗੇ, ਵੀ ਬਿਜ਼ਨਸਮੈਨ ਬਣਾਂਗੇ ਜੀ। ਤੇ ਵਾਹਿਗੁਰੂ ਦੀ ਮਿਹਰ ਨਾਲ ਚਲੋ ਜੀ ਆਪਣਾ ਦਾਲ ਰੋਟੀ ਦਾ ਪ੍ਰਬੰਧ ਵੀ ਹੋ ਗਿਆ, ਵਿਆਹ ਸ਼ਾਦੀ ਵੀ ਹੋ ਗਿਆ। ਮਤਲਬ ਜਿੰਨਾ ਕੁ ਬੰਦਾ ਸੋਚਦਾ 30 ਸਾਲ ਦੀ ਉਮਰ ਤੱਕ ਬਈ ਵਿਆਹ ਸ਼ਾਦੀ ਹੋ ਜਾਏ, ਬੱਚੇ ਹੋ ਜਾਣ, ਕੰਮ ਧੰਦਾ ਸੈੱਟ ਹੋ ਜਾਏ ਜੀ। ਫਿਰ ਦਿਲ 'ਚ ਇੱਕ ਖੁਆਇਸ਼ ਹੀ ਹੁੰਦੀ ਸੀ ਬਈ ਹੁਣ ਜਿੰਨਾ ਸੋਚਿਆ ਸੀ ਉੱਥੇ ਪਰਮਾਤਮਾ ਨੇ ਕੀਤਾ, ਕੁਝ ਹੁਣ ਸੋਸ਼ਲ ਹੋਣਾ ਚਾਹੀਦਾ। ਨਾਲ ਦੇ ਨਾਲ ਫਿਰ ਅੰਨਾ ਹਜ਼ਾਰੇ ਜੀ ਦੀ ਮੂਵਮੈਂਟ ਸ਼ੁਰੂ ਹੋ ਗਈ ਜੀ ਜੀ। ਘਰ ਦੇ ਨਾਲ ਹੀ ਸਾਡੇ ਤਿਹਾੜ ਜੇਲ੍ਹ ਹੈ ਤੇ ਉੱਥੋਂ ਮੂਵਮੈਂਟ ਸ਼ੁਰੂ ਹੋਈ ਤੇ ਆਪਾਂ ਪਾਰਟੀਸਪੇਟ ਕੀਤਾ ਜਾ ਕੇ ਵਿੱਚ। ਉਹ ਇੱਕ ਸਿਲਸਿਲਾ ਬਣਦਾ ਚਲਾ ਗਿਆ ਤੇ ਉਹਦੇ ਵਿੱਚੋਂ ਫਿਰ ਇੰਡੀਆ ਅਗੇਂਸਟ ਕਰਪਸ਼ਨ ਤੇ ਫਿਰ ਆਮ ਆਦਮੀ ਪਾਰਟੀ। ਤੇ ਮੈਨੂੰ ਜਦੋਂ 2013 ਵਿੱਚ ਇਲੈਕਸ਼ਨ ਹੋਣੀ ਸੀ ਪਹਿਲੀ, ਤੇ ਮੈਨੂੰ ਉੱਥੋਂ ਸੇਵਾ ਕਰਨ ਦੀ, ਮੈਨੂੰ ਚੋਣ ਲੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਤੇ ਮੈਂ ਖੁਸ਼ਨਸੀਬ ਸਮਝਦਾ ਆਪਣੇ ਆਪ ਨੂੰ ਤੇ ਧੰਨਵਾਦ ਕਰਦਾ ਆਪਣੇ ਹਲਕੇ ਦੇ ਲੋਕਾਂ ਦਾ ਜਿਨ੍ਹਾਂ ਨੇ ਉਸ ਟਾਈਮ ਇਸ ਚੀਜ਼ ਨੂੰ ਸਮਝਿਆ। ਤੇ ਪਹਿਲੀ 28 ਸੀਟਾਂ 'ਚੋਂ ਇੱਕ ਸੀਟ ਤਿਲਕ ਨਗਰ ਦੀ ਸੀ ਜੀ। ਤੇ ਉਸ ਟਾਈਮ ਐਕਸਪੀਰੀਅੰਸ ਹੋਏ ਜੀ ਸਾਰੇ ਰਾਜਨੀਤਿਕ ਜੀਵਨ ਦੇ। ਸ਼ੁਰੂਆਤ ਤੁਸੀਂ ਕਹਿ ਸਕਦੇ ਹੋ ਇੱਕ ਸਮਾਜਿਕ ਮੂਵਮੈਂਟ ਤੋਂ ਹੋਈ ਸੀ। ਬਿਲਕੁਲ ਸਹੀ। ਤੇ ਉਹ ਕਨਵਰਟ ਹੋਈ ਜਦੋਂ ਕਹਿ ਦਿੱਤਾ ਗਿਆ ਮੌਜੂਦਾ ਤਾਦੀ ਸਰਕਾਰਾਂ ਵੱਲੋਂ ਵੀ ਇੱਦਾਂ ਨਹੀਂ ਬਦਲਾਅ ਹੁੰਦੇ, ਜੇ ਕੁਝ ਕਰਨਾ ਤਾਂ ਚੁਣ ਕੇ ਆਓ। ਤੇ ਉਹ ਚੈਲੰਜ ਐਕਸੈਪਟ ਕੀਤਾ, ਪਾਰਟੀ ਬਣੀ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਹੈ ਜੀ। ਮਤਲਬ ਇਹ ਵੀ ਮੇਰਾ ਖਿਆਲ ਸ਼ਾਇਦ ਬਹੁਤ ਸਾਰੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਨਾ ਪਤਾ ਹੋਵੇ ਕਿ ਜੇ 8 ਸਾਲ ਦੀ ਪਾਰਟੀ ਆ ਤੇ 8 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੁਣ ਤੀਜੀ ਵਾਰ ਸਰਕਾਰ ਹੈ ਤੇ ਤੁਸੀਂ ਤੀਸਰੀ ਵਾਰ ਦੇ ਐਮਐਲਏ ਹੋ ਜੀ। ਇੱਦਾਂ ਹੀ ਹੈ ਨਾ ਜੀ? ਅੱਛਾ, ਜਿਹੜੀ ਦਿੱਲੀ ਹੈ ਉਹਦੀ ਰਾਜਨੀਤੀ ਬੜੀ ਡਿਫਰੈਂਟ ਤਰ੍ਹਾਂ ਦੀ ਹੈ ਕਿਉਂਕਿ ਦਿੱਲੀ 'ਚ ਪੂਰੇ ਮੁਲਕ ਤੋਂ ਵੱਖ-ਵੱਖ ਸਟੇਟਾਂ ਤੋਂ ਲੋਕ ਜਾ ਕੇ ਰਹਿੰਦੇ ਆ। ਮੋਸਟਲੀ ਬੰਦੇ ਕਾਰੋਬਾਰੀ ਆ, ਨੌਕਰੀ ਪੇਸ਼ੇ ਵਾਲੇ ਆ। ਉੱਥੋਂ ਦੀ ਰਾਜਨੀਤੀ ਰੋਟੀ ਕੱਪੜਾ ਮਕਾਨ 'ਤੇ ਸੈਂਟਰਿਕ ਆ। ਤੁਹਾਨੂੰ ਲੱਗਦਾ ਹੈ ਕਿ ਵੀ ਇਹ ਇੱਕ ਵੱਡਾ ਕਾਰਨ ਰਿਹਾ ਜਿਹਦਾ ਕਰਕੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੱਕ ਲਿਆ ਵੀ ਯਾਰ ਇਹ ਗੱਲਾਂ ਸਾਡੀਆਂ ਕਰਦੇ ਨੇ? ਇਹ ਕਾਰਨ ਰਿਹਾ ਕਿ ਜਾਂ ਤੁਹਾਨੂੰ ਲੱਗਦਾ ਵੀ ਹੋਰ ਕੋਈ ਕਾਰਨ ਵੀ ਸੀਗਾ ਵੀ ਆਮ ਆਦਮੀ ਪਾਰਟੀ ਅਚਾਨਕ 135 ਸਾਲ ਪੁਰਾਣੀ ਕਾਂਗਰਸ ਜਿਹੜੀ ਉਹਨੂੰ ਢਾਹ ਕੇ ਆਪ ਆ ਗਈ? ਗੁਰਪ੍ਰੀਤ ਭਾਜੀ, ਮੈਨੂੰ ਇਹ ਲੱਗਦਾ ਕਿ ਭਾਵੇਂ ਦਿੱਲੀ ਹੋਵੇ ਭਾਵੇਂ ਦੇਸ਼ ਦਾ ਕੋਈ ਵੀ ਸੂਬਾ ਹੋਵੇ, ਮਸਲੇ ਤੇ ਰਾਜਨੀਤਿਕ ਪਾਰਟੀਆਂ ਦੇ ਆਹੀ ਹੋਣੇ ਚਾਹੀਦੇ। ਐਕਚੁਅਲੀ ਜੋ ਪਬਲਿਕ ਹੈ ਉਹਦੀ ਜੋ ਉਮੀਦਾਂ ਹੁੰਦੀਆਂ, ਜੋ ਐਕਸਪੈਕਟੇਸ਼ਨਸ ਹੁੰਦੀਆਂ ਆਪਣੀ ਸਰਕਾਰਾਂ ਤੋਂ, ਉਹ ਉਹੀ ਹੁੰਦੀ ਹੈ ਜਿਹੜੇ ਵਾਅਦੇ ਪੋਲੀਟੀਕਲ ਪਾਰਟੀਆਂ ਇਲੈਕਸ਼ਨ ਵਿੱਚ ਵੋਟਾਂ ਲੈਣ ਦੇ ਟਾਈਮ ਕਰਦੀਆਂ। ਬਿਲਕੁਲ ਸਹੀ। ਕਿ ਇਹ ਸਰਕਾਰ ਬਣਨ ਤੋਂ ਬਾਅਦ ਉਹ ਵਾਅਦੇ ਪੂਰੇ ਕਰਨ। ਪਰ ਸਿਸਟਮ ਹੀ ਇੱਦਾਂ ਦਾ ਬਣ ਗਿਆ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿ ਰਾਜਨੀਤੀ ਲਫ਼ਜ਼ ਹੀ ਇੱਕ ਮਤਲਬ ਗਾਲ ਵਰਗਾ ਬਣ ਗਿਆ। ਕੋਈ ਗਲਤ ਕੰਮ ਕਰੇ ਤਾਂ ਉਹਨੂੰ ਕਹਿ ਦਿੰਦੇ ਨੇ ਵੀ ਰਾਜਨੀਤੀ ਨਾ ਕਰ ਇੱਥੇ। ਇਹਦਾ ਮਤਲਬ ਇਹਦੀ ਵਜ੍ਹਾ ਆਹੀ ਰਹੀ ਕਿ ਬਈ ਠੀਕ ਹੈ, ਜਿੰਨੇ ਗਲਤ ਕੰਮ ਕਰਨੇ ਨੇ ਭਾਵੇਂ ਜੋ ਮਰਜ਼ੀ ਤੁਸੀਂ ਗਲਤ ਕਮਿਟਮੈਂਟ ਕਰ ਲਓ ਤੇ ਜਿੱਤਣ ਤੋਂ ਬਾਅਦ ਸਭ ਕੁਝ ਭੁੱਲ ਜਾਓ। ਬਿਲਕੁਲ ਸਹੀ। ਇੱਕੋ ਹੀ ਮਸਲੇ ਤੇ ਹਰ 5 ਸਾਲ ਬਾਅਦ ਮੈਨੂੰ ਆਪਣੇ ਹਲਕੇ ਦਾ ਜ਼ਿਆਦਾ ਤਜਰਬਾ ਹੈ ਜੀ ਜੀ। ਤੇ ਮੈਂ ਦੱਸ ਦਿੰਦਾ, ਮੇਰੇ ਤੋਂ ਪਹਿਲਾਂ ਜੋ ਐਮਐਲਏ ਸਾਹਿਬ ਹੁੰਦੇ ਸੀ ਸਾਡੇ ਉੱਥੇ ਇੱਕ ਕਲੋਨੀ ਹੈ, ਕੱਚੀ ਕਲੋਨੀ ਹੈ, ਉਹ ਹਰ 3 ਵਾਰੀ ਇਲੈਕਸ਼ਨ ਸਿਰਫ ਇਹ ਗੱਲ ਕਹਿ ਕੇ ਜਿੱਤ ਗਏ ਕਿ ਇਸ ਵਾਰੀ ਜਿੱਤ ਜਾਗਾ ਤੇ ਤੁਹਾਡੀ ਕਲੋਨੀ ਸੀਵਰ ਦੀ ਲਾਈਨ ਪਵਾ ਦਾਂਗਾ। ਮਤਲਬ 1970 ਦੀ ਕਲੋਨੀ ਬਣੀ ਤੇ 2000
13 ਆ ਗਿਆ ਜੀ ਉਸ ਕਲੋਨੀ 'ਚ ਲੈਣ ਨਹੀਂ ਪਈ ਜੀ, ਸੀਵਰੇਜ ਨਹੀਂ ਪਿਆ ਤੇ ਐਮਐਲਏ ਵਾਰ-ਵਾਰ ਬਣ ਰਿਹਾ। ਇਹ ਦੇਸ਼ ਦੀ ਰਾਜਧਾਨੀ ਦੇ ਹਾਲ ਸੀ। ਦੱਸੋ। ਪਰ ਲੋਕਾਂ ਨੂੰ ਮੈਨੂੰ ਹੁਣ ਇਹ ਰਿਅਲਾਈਜ਼ ਹੁੰਦਾ ਆਪਣੇ ਛੋਟੇ ਜਿਹੇ ਐਕਸਪੀਰੀਅੰਸ ਨਾਲ ਕਿ ਲੋਕਾਂ ਨੂੰ ਤਾਂ ਸਿਰਫ ਕੰਮ ਨਾਲ ਮਤਲਬ ਹੈ। ਮੈਜੋਰਟੀ ਜੋ ਲੋਕ ਨੇ ਉਹਨਾਂ ਨੂੰ ਕੰਮ ਨਾਲ ਮਤਲਬ ਹੈ। ਲੋਕਾਂ ਨੂੰ ਕੀ ਚਾਹੀਦਾ ਬਈ, ਚੰਗੇ ਸਕੂਲ ਹੋਣ ਸਰਕਾਰੀ, ਜੇ ਕਦੇ ਇਲਾਜ ਦੀ ਲੋੜ ਪੈ ਜਾਏ ਤਾਂ ਚੰਗੇ ਗਵਰਨਮੈਂਟ ਹਸਪੀਟਲ ਹੋਣ, ਸਾਡੇ ਬੱਚੇ ਜੋ ਪੜ੍ਹ ਲਿਖ ਗਏ ਨੇ ਉਹਨਾਂ ਵਾਸਤੇ ਚੰਗਾ ਰੋਜ਼ਗਾਰ ਹੋਵੇ, ਮਹਿੰਗਾਈ ਘਟੇ ਜੀ, ਹਨਾ, ਤੇ ਡਿਵੈਲਪਮੈਂਟ ਹੋਵੇ, ਹਰ ਪੱਖੋਂ ਡਿਵੈਲਪਮੈਂਟ ਹੋਵੇ। ਤੇ ਇਸ ਡਿਵੈਲਪਮੈਂਟ ਦੀ ਰਾਜਨੀਤੀ ਨੂੰ ਲੋਕਾਂ ਨੇ ਪਸੰਦ ਕੀਤਾ। ਬਿਲਕੁਲ ਸਹੀ ਬਈ ਮੈਂ ਕਹਿ ਸਕਦਾ ਪੂਰੇ ਦਾਅਵੇ ਨਾਲ ਕਿ ਅੱਜ ਦੇਸ਼ ਦੀ ਰਾਜਧਾਨੀ ਵਿੱਚ ਦੂਜੀ ਵਾਰ ਇੰਨੇ ਜ਼ਬਰਦਸਤ ਮੈਂਡੇਟ ਨਾਲ ਸਰਕਾਰ ਬਣੀ, ਉੱਦਾਂ ਤੇ ਤੀਜੀ ਵਾਰ ਬਣੀ, ਪਰ ਵਰਲਡ ਰਿਕਾਰਡ ਨਾਲ ਜੇ ਦੂਸਰੀ ਵਾਰੀ ਸਰਕਾਰ ਬਣੀ ਤੇ ਲੋਕ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਨੇ। ਇਹਦਾ ਪ੍ਰਮਾਣ ਦਿੱਲੀ ਤੁਹਾਡੇ ਸਾਹਮਣੇ ਹੈ। ਤੁਸੀਂ ਪਵਾਤਾ ਸੀਵਰੇਜ ਹੋ ਕਿ ਨਹੀਂ? ਹੁਣ ਜਦੋਂ ਮੈਂ ਉਸ ਕਲੋਨੀ 'ਚ ਗਿਆ ਤੇ ਪਹਿਲੀ ਵਾਰ ਗਿਆ ਤੇ ਮੈਨੂੰ ਵੀ ਗਾਲਾਂ ਪਈਆਂ ਜੀ, ਸਾਰੇ ਆ ਜਾਂਦੇ ਵੋਟਾਂ ਲੈਣ ਵੇਲੇ ਗੱਲਾਂ ਕਰਦੇ ਖਾਲੀ। ਤੇ ਹੁਣ ਇਸ ਵਾਰੀ ਉਹਨਾਂ ਨੇ ਲੱਡੂਆਂ ਨਾਲ ਵੀ ਤੋਲਿਆ। ਤੇ ਪਹਿਲਾਂ ਹੁੰਦਾ ਸੀ ਬਈ ਸਾਡੇ ਤੋਂ ਪਹਿਲਾਂ ਜਿਹੜੀ ਟ੍ਰੈਡੀਸ਼ਨਲ ਪੋਲੀਟਿਕਸ ਸੀ ਉਹਦੇ 'ਚ ਲੋਕੀ ਇਲੈਕਸ਼ਨ ਦੇ ਵੇਲੇ ਸ਼ਰਾਬਾਂ ਵੰਡਦੇ ਸੀ, ਪੈਸੇ ਵੰਡਦੇ ਸੀ, ਲਾਲਚ ਦੇ ਕੇ ਬਈ ਪ੍ਰਧਾਨਾਂ ਨੂੰ ਖਰੀਦ ਲਿਆ, ਇਸ ਤਰੀਕੇ ਨਾਲ ਇਲੈਕਸ਼ਨ ਜਿੱਤੇ ਜਾਂਦੇ ਸੀ। ਹੁਣ ਸਾਨੂੰ ਸੋਚਣਾ ਨਹੀਂ ਪੈਂਦਾ। ਹੁਣ ਉਹੀ ਲੋਕ ਨੇ ਉਹ ਪੈਸੇ ਸਾਨੂੰ ਦਿੰਦੇ ਵੀ ਨੇ ਇਲੈਕਸ਼ਨ ਲੜਨ ਵਾਸਤੇ ਆਪਣੀ ਸਮਰੱਥਾ ਨਾਲ। ਤੇ ਮੈਨੂੰ ਇਹ ਲੱਗਦਾ ਕਿ ਇਲੈਕਸ਼ਨ ਲੜਨ ਵਾਸਤੇ ਬਹੁਤ ਜ਼ਿਆਦਾ ਪੈਸਾ ਨਹੀਂ ਚਾਹੀਦਾ ਹੁੰਦਾ। ਉਹ ਸਭ ਹੁਣ ਪਬਲਿਕ ਆਪ ਕਰਦੀ। ਉਹ ਜੋ ਲੋਕ ਗਾਲਾਂ ਕੱਢਦੇ ਸੀ ਉਹ ਗਾਲਾਂ ਹੁਣ ਫੁੱਲ ਬਣ ਗਏ ਨੇ, ਉਹ ਤੁਹਾਡੇ ਤੇ ਫੁੱਲ ਸੁੱਟਦੇ ਨੇ, ਉਹ ਤੁਹਾਨੂੰ ਦੁਆਵਾਂ ਦਿੰਦੇ ਨੇ। ਤੇ ਉਹੀ ਸਾਡੀ ਹੁਣ ਅਸਲੀ ਕਮਾਈ ਹੈ ਜੀ। ਹੁਣ ਸਾਨੂੰ ਮਿਹਨਤ ਨਹੀਂ ਕਰਨੀ ਪਈ। 5 ਸਾਲ ਲਗਾਤਾਰ ਕੰਮ ਕੀਤਾ ਤੇ 5 ਸਾਲ ਬਾਅਦ ਜਿੰਨਾ ਮਾਰਜਨ ਦੂਸਰੀ ਇਲੈਕਸ਼ਨ ਦਾ ਸੀ ਉਸ ਤੋਂ 1.5 ਗੁਣੇ ਮਾਰਜਨ ਨਾਲ ਲੋਕਾਂ ਨੇ ਸੇਵਾ ਦਿੱਤੀ ਹੈ। ਕੀ ਬਾਤ। ਅੱਛਾ, ਇੱਕ ਚੀਜ਼ ਦੱਸੋ, ਤੁਸੀਂ ਹੁਣੇ ਕਿਹਾ ਵੀ ਲੋਕਾਂ ਨੂੰ ਪੈਸੇ ਦੇ ਕੇ, ਦਾਰੂ ਪਿਆਲਾ ਦੇ ਕੇ ਤੇ ਇਲੈਕਸ਼ਨ ਜਿੱਤੀ ਜਾਂਦੀ ਸੀ। ਇਹ ਦਿੱਲੀ ਵਾਲਿਆਂ ਨੂੰ ਕੀ ਸੰਘਾਤ ਆ ਇੱਥੇ? ਜੇ ਤੁਸੀਂ ਪੰਜਾਬ 'ਚ ਕਹੋ ਵੀ ਆਪਾਂ ਕੰਮ ਦੇ ਸਿਰ ਤੇ ਵੋਟਾਂ ਲੈ ਲਈਆਂ, ਉਨੀ ਜੇ ਮਿਲਣੀਆਂ। ਮੈਂ ਤੁਹਾਨੂੰ ਹੁਣੇ ਦੱਸੀ ਨਾ, ਚਲੋ ਬਾਈ ਦੂਰ ਹੈ, ਉਦੋਂ ਤੱਕ ਕੋਈ ਇੱਥੇ ਪੁਰਜਾ ਬਦਲ ਜੇ ਪੰਜਾਬੀਆਂ ਦਾ ਮੈਨੂੰ ਪਤਾ ਨਹੀਂ। ਪਰ ਇਹ ਇੱਦਾਂ ਕਿਵੇਂ ਹੋ ਗਿਆ ਵੀ ਮਤਲਬ ਦਿੱਲੀ ਵਾਲਿਆਂ ਨੂੰ ਸਮਝ ਆ ਗਈ ਵੀ ਨਹੀਂ ਯਾਰ ਆਪਾਂ ਤਾਂ ਸਰਦਾਰ ਦੀ ਗੱਲ ਮੰਨਣੀ, ਆਪਾਂ ਸ਼ਰਾਬ ਨਹੀਂ ਪੀਣੀ? ਵੇਖੋ ਜੀ, ਜਿੱਥੇ ਕੋਈ ਅਲਟਰਨੇਟਿਵ ਨਾ ਹੋਵੇ, ਤੁਹਾਡੇ ਕੋਲ 2 ਆਪਸ਼ਨਸ ਨੇ ਜੀ। ਫਿਰ ਤੁਸੀਂ ਕੀ ਵੇਖਦੇ ਹੋ ਬਈ ਕਿਹੜਾ ਘੱਟ ਚੋਰ ਹੈ, ਕਿਹੜਾ ਜ਼ਿਆਦਾ ਤੁਹਾਨੂੰ ਲਾਲਚ ਦਿੰਦਾ ਹੈ। ਜਿਹੜੇ ਉਸ ਕੈਟਾਗਰੀ ਦੇ ਲੋਕ ਨੇ ਉਹੀ ਚੀਜ਼ਾਂ ਵੇਖਦੇ ਨੇ। ਦਿੱਲੀ 'ਚ ਵੀ ਆਹੀ ਚੱਲਦਾ ਸੀ ਜਦ ਤੱਕ ਆਮ ਆਦਮੀ ਪਾਰਟੀ ਨਹੀਂ ਆਈ ਸੀ, ਤੇ ਆਹੀ ਕਾਂਗਰਸ ਬੀਜੇਪੀ ਚੱਲਦਾ ਸੀ। ਪਰ ਜਦੋਂ ਇੱਕ ਮਜ਼ਬੂਤ ਆਪਸ਼ਨ ਨਿਕਲ ਕੇ ਆਈ, ਇੱਕ ਵਾਰ ਤੇ ਲੋਕਾਂ ਨੇ ਭਰੋਸਾ ਕੀਤਾ। ਜਦੋਂ ਸਾਡੀ 2013 ਵਿੱਚ 28 ਸੀਟਾਂ ਆਈਆਂ ਤੇ ਉਹ 49 ਦਿਨ ਸਰਕਾਰ ਚਲੀ। 49 ਦਿਨਾਂ ਦੇ ਅੰਦਰ ਲੋਕਾਂ ਨੇ ਵੇਖ ਲਿਆ ਕੰਮ ਹੋ ਤੇ ਸਕਦੇ ਨੇ। ਜਿਹੜੀ 15 ਸਾਲ ਦੀ ਕਾਂਗਰਸ ਦੀ ਸਰਕਾਰ ਦੇ ਅੰਦਰ ਬਿਜਲੀ ਸਭ ਤੋਂ ਮਹਿੰਗੀ ਦਿੱਲੀ ਦੇ ਅੰਦਰ ਹੁੰਦੀ ਸੀ ਪੂਰੇ ਦੇਸ਼ 'ਚ, ਉਹ 49 ਦਿਨਾਂ ਦੇ ਅੰਦਰ ਕਮਾਲ ਹੋ ਗਿਆ ਜੀ। ਬਿਜਲੀ ਦੇ ਬਿੱਲ ਅੱਧੇ ਹੋ ਗਏ, ਪਾਣੀ ਫ੍ਰੀ ਹੋ ਗਿਆ। ਮਤਲਬ ਲੋਕਾਂ ਨੇ ਇੱਕ ਟ੍ਰੇਲਰ ਵੇਖਿਆ ਵਿਦਿਨ 49 ਡੇਜ਼ ਗਵਰਨਮੈਂਟ, ਤੇ ਉਸ ਨੂੰ ਫਿਰ ਲੋਕਾਂ ਨੇ ਕਿਹਾ ਹਾਂ ਯਾਰ ਹੋ ਤੇ ਸਕਦਾ, ਬਦਲਾਅ ਹੋ ਤੇ ਸਕਦਾ। ਕਰਪਸ਼ਨ ਤੋਂ ਹਰ ਬੰਦਾ ਪਰੇਸ਼ਾਨ ਸੀ। ਮੈਂ ਆਪ ਬਿਜ਼ਨਸ ਕਰਦਾ ਸੀ, ਆਏ ਦਿਨ ਮਤਲਬ ਸਾਨੂੰ ਮਾਰ ਚੱਲਣੀ ਪੈਂਦੀ ਸੀ, ਆਮ ਬੰਦੇ ਨੂੰ ਪੈਂਦੀ ਹੈ। ਤੇ ਲੋਕਾਂ ਨੇ ਰਾਤੋਂ ਰਾਤ ਇੱਕ ਕਰਿਸ਼ਮਾ ਹੁੰਦੇ ਵੇਖਿਆ ਬਈ ਪੁਲਿਸ ਵਾਲਿਆਂ ਨੇ ਪੈਸੇ ਲੈਣੇ ਛੱਡਤੇ, ਕਾਰਪੋਰੇਸ਼ਨ ਵਾਲਿਆਂ ਨੇ ਆਉਣਾ ਹੀ ਬੰਦ ਕਰਤਾ। ਤੇ ਜਿੱਦਾਂ ਉਹ ਇੱਕ ਫਿਲਮ ਹੁੰਦੀ ਸੀ ਕਰਪਸ਼ਨ ਦੇ ਖਿਲਾਫ, ਨਾਇਕ ਫਿਲਮ, ਉਹਨੂੰ ਦਿੱਲੀ ਵਾਲਿਆਂ ਨੇ, ਅੱਜ ਗਵਾਹ ਨੇ ਸਾਰੀ ਦਿੱਲੀ ਗਵਾਹ ਇਸ ਚੀਜ਼ ਦੀ, 49 ਦਿਨ ਦੀ ਗਵਰਨਮੈਂਟ ਦੇ ਅੰਦਰ ਦਿੱਲੀ ਵਾਲਿਆਂ ਨੇ ਆਪਣੇ ਸਾਹਮਣੇ ਉਹ ਸਭ ਹੁੰਦਾ ਵੇਖਿਆ। ਫਿਰ ਅਗਲੇ ਸਾਲ 2015 ਫਰਵਰੀ ਦੇ ਅੰਦਰ ਇਲੈਕਸ਼ਨ ਹੋਏ ਤੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਕਿ 70 ਚੋਂ 67 ਸੀਟਾਂ ਦਿੱਤੀਆਂ। ਤੇ ਇਸ ਵਾਰੀ ਜਦੋਂ 5 ਸਾਲ ਦੀ ਸਕਸੈਸਫੁਲ ਗਵਰਨੈਂਸ ਦਾ ਆਪਾਂ ਰਿਪੋਰਟ ਕਾਰਡ ਲੈ ਕੇ ਗਏ, ਤੁਹਾਨੂੰ ਵੇਖ ਕੇ ਫਿਰ ਵੇਖ ਲਓ ਉਹੀ ਮੈਂਡੇਟ ਰਿਪੀਟ ਹੋਇਆ ਦਿੱਲੀ ਅੰਦਰ। ਅੱਛਾ, ਐਤਕੀ ਜਦੋਂ ਇਲੈਕਸ਼ਨ ਸੀ ਤਾਂ ਇਹਦੇ 'ਚ ਤੁਹਾਡੇ ਬਹੁਤ ਜਿਹੜੇ ਵਿਰੋਧੀ ਨੇ ਉਹਨਾਂ ਨੇ ਬੜੇ ਹੱਥ ਕੰਡੇ ਅਪਣਾਏ। ਖਾਸ ਕਰਕੇ ਜਿਹੜੀ ਐਤਕੀ ਦਿੱਲੀ ਵਾਲੀ ਇਲੈਕਸ਼ਨ ਸੀ ਉਹ ਧਰਮ ਦੇ ਉੱਪਰ ਸੈਂਟਰਿਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸੇ ਦੌਰਾਨ ਹੀ ਅਲੱਗ ਥਾਵਾਂ ਦੇ ਉੱਪਰ ਜਿਹੜੇ ਉਹ ਮੋਰਚੇ ਲੱਗ ਜਾਂਦੇ ਨੇ, ਕੋਈ ਗਾਲਾਂ ਕੱਢਣ ਲੱਗ ਪੈਂਦਾ, ਕੋਈ ਕਹਿੰਦਾ ਵੀ ਇਹ ਦੇਸ਼ ਧਰੋਹੀ ਆ, ਫਲਾਣੇ ਨੂੰ ਗੋਲੀ ਮਾਰ ਦਿਓ, ਢੀਂਗੜੇ ਨੂੰ ਤੁਸੀਂ ਗਾਲਾਂ ਕੱਢੀ ਜਾਓ। ਉਹ ਸਾਰੇ ਕੁਛ ਦੇ ਵਿੱਚ ਉਦੋਂ ਜੋ ਮਹਿਸੂਸ ਨਹੀਂ ਹੋਇਆ ਵੀ ਯਾਰ ਇਹ ਨਾ ਹੋਵੇ ਕਿਤੇ ਲੋਕ ਧਰਮ ਦੀ ਵੇ ਵਾਲੇ ਪਾਸੇ ਚਲੇ ਜਾਣ ਤੇ ਕੰਮ ਭੁੱਲ ਜਾਣ? ਮਹਿਸੂਸ ਹੋਈ ਕਿਤੇ ਗੱਲ ਉਦੋਂ? ਬਿਲਕੁਲ। ਇਸ ਦੇਸ਼ ਦੇ ਅੰਦਰ ਦੂਸਰੀ ਵਾਰ ਧਰਮ ਦੇ ਨਾਂ ਤੇ ਸਰਕਾਰ ਬਣਾਈ ਗਈ ਹੈ। ਇਹਦੀ ਇੱਕ ਵਜ੍ਹਾ ਵੀਕ ਓਪੋਜੀਸ਼ਨ ਦਾ ਹੋਣਾ ਵੀ ਹੈ ਜੀ, ਕਿ ਜੋ ਵਿਰੋਧੀ ਨੇ ਉਹ ਬਹੁਤ ਕਮਜ਼ੋਰ ਨੇ ਜੀ। ਤੇ ਦਿੱਲੀ ਅੰਦਰ ਵੀ ਕਿਉਂਕਿ ਉਹਨਾਂ ਨੇ ਤੇ ਦੇਸ਼ ਦੇ ਅੰਦਰ ਸਰਕਾਰ ਬਣਾ ਲਈ ਇਸ ਮਸਲੇ ਤੇ। ਹਾਂ, ਕਿਉਂਕਿ ਉਹ ਇਸੇ ਕਰਕੇ ਮੈਂ ਪੁੱਛ ਰਿਹਾ ਸੀ ਵੀ ਦਿੱਲੀ ਦਾ ਕੁਝ ਵੀ ਨਹੀਂ ਅੱਗੇ। ਫਿਰ ਹੁਣ ਸਾਰੀ ਚੀਜ਼ਾਂ ਐਕਸਪੋਜ਼ ਹੋ ਚੁੱਕੀਆਂ ਜੀ। ਸ਼ਾਹੀਨ ਬਾਗ ਵਿੱਚ ਜਿਨ੍ਹਾਂ ਲੋਕਾਂ ਤੋਂ ਧਰਨਾ ਲਵਾਇਆ ਗਿਆ ਸੀ ਉਹ ਲੋਕ ਬੀਜੇਪੀ ਜੁਆਇਨ ਕਰ ਬੈਠੇ ਨੇ ਓਫੀਸ਼ੀਅਲੀ। ਆਪਾਂ ਇਸੇ ਹਫਤੇ ਦੇ ਸੋਮਵਾਰ ਨੂੰ, ਜੋ ਪਰਸੋਂ ਗੁਜ਼ਰਿਆ, ਵਿਧਾਨ ਸਭਾ ਦੇ ਅੰਦਰ ਇੱਕ ਮੀਟਿੰਗ ਸੱਦੀ ਹੈ ਜਿਹਦੇ 'ਚ ਫੇਸਬੁੱਕ ਦੀ ਕੀ ਭੂਮਿਕਾ ਰਹੀ ਉਸ ਦੰਗਿਆਂ ਨੂੰ ਭੜਕਾਉਣ ਵਿੱਚ, ਉਹਦੇ ਤੇ ਮੀਟਿੰਗ ਕਰਕੇ ਜੋ ਫੈਕਟ ਨੇ ਉਹ ਰੱਖੇ ਨੇ ਜੀ। ਉਹ ਸਮਨ ਕਰਾਂਗੇ ਫੇਸਬੁੱਕ ਨੂੰ
ਕਿ ਫੇਸਬੁੱਕ ਉੱਤੇ ਜਿਹੜੀ ਹੇਟਫੁਲ ਸਪੀਚਸ ਨੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ, ਹਟਾਈਆਂ ਨਹੀਂ, ਜਿਹੜੇ ਸਦਭਾਵਨਾ ਵਾਲੇ ਮੈਸੇਜ ਸੀ ਉਹ ਲਗਾਏ ਨਹੀਂ ਗਏ। ਆ ਸਾਰੀ ਚੀਜ਼ਾਂ ਹੁਣ ਐਕਸਪੋਜ਼ ਹੋ ਚੁੱਕੀਆਂ ਨੇ। ਪਰ ਦਿੱਲੀ ਦੇ ਅੰਦਰ ਕੰਮ ਇਸ ਨਫ਼ਰਤ ਫੈਲਾਉਣ ਵਾਲੀ ਰਾਜਨੀਤੀ ਦੇ ਉੱਤੇ ਭਾਰੀ ਪਿਆ, ਤੇ ਜਿੱਥੇ ਕੰਮ ਹੋਏਗਾ ਲੋਕਾਂ ਨੂੰ ਲੱਗੇਗਾ ਵੀ ਕੰਮ ਹੋ ਰਿਹਾ, ਤੇ ਉੱਥੇ ਲੋਕਾਂ ਨੇ ਧਰਮ ਤੋਂ ਨਫ਼ਰਤ ਵਾਲੀ ਰਾਜਨੀਤੀ ਤੋਂ ਉੱਪਰ ਉੱਠ ਕੇ ਵੋਟ ਕੀਤਾ ਵੀ ਸਾਨੂੰ ਤੇ ਸਾਡੇ ਬੱਚਿਆਂ ਵਾਸਤੇ ਚੰਗੇ ਸਕੂਲ ਚਾਹੀਦੇ ਆ, ਸਾਨੂੰ ਮੁਹੱਲਾ ਕਲੀਨਿਕ ਚਾਹੀਦਾ, ਸਾਨੂੰ ਡਿਵੈਲਪਮੈਂਟ ਚਾਹੀਦੀ ਹੈ, ਸਾਨੂੰ ਰੋਜ਼ਗਾਰ ਚਾਹੀਦਾ, ਸਾਨੂੰ ਵੱਧਦੀ ਮਹਿੰਗਾਈ ਤੋਂ ਰਾਹਤ ਚਾਹੀਦੀ ਹੈ। ਲੋਕਾਂ ਨੇ ਇਸ ਚੀਜ਼ ਉੱਤੇ ਮੋਹਰ ਲਾਈ। ਅੱਛਾ, ਇੱਕ ਚੀਜ਼ ਦੱਸੋ ਸਰਦਾਰ ਜਰਨੈਲ ਸਿੰਘ ਜੀ, ਜਦੋਂ ਤੁਸੀਂ ਦੂਸਰੀ ਵਾਰ ਐਮਐਲਏ ਸੀ, ਤੀਸਰੀ ਟਰਮ ਦੀ ਆਪਾਂ ਗੱਲ ਨਹੀਂ ਕਰਦੇ, ਜਦੋਂ ਤੁਸੀਂ ਨਕੇਲ ਕੱਸਣ ਲੱਗ ਗਏ ਕਿ ਯਾਰ ਕਿਸੇ ਪੁਲਿਸ ਵਾਲੇ ਪੈਸਾ ਨਹੀਂ ਲੈਣਾ, ਹਾਲਾਂਕਿ ਚਲੋ ਪੁਲਿਸ ਮਹਿਕਮਾ ਲੈ ਹੀ ਲਿਆ ਗ੍ਰਹਿ ਮੰਤਰਾਲੇ ਨੇ ਤੁਹਾਡੇ ਕੋਲੋਂ ਵੀ ਆਪਾਂ ਇਹਨਾਂ ਦੇ ਅੰਡਰ ਰਹਿਣ ਨਹੀਂ ਦੇਣਾ, ਕੇਜਰੀਵਾਲ ਸਾਹਿਬ ਦੀਆਂ ਤਾਕਤਾਂ ਕਿਵੇਂ ਖਿੱਚੀਆਂ ਗਈਆਂ ਉਹ ਸਾਰਾ ਕੁਝ ਪਤਾ ਲੋਕਾਂ ਨੂੰ, ਪਰ ਚਲੋ ਜਿੰਨਾ ਕੁ ਕੁਛ ਵੀ ਸੀਗਾ ਤੁਹਾਡੇ ਕੋਲੇ ਉਹਦੇ 'ਚ ਅਪਰੋਚ ਨਹੀਂ ਹੋਈ ਵੀ ਯਾਰ ਛੱਡੋ ਖੜਾ ਐਮਐਲਏ ਸਾਹਿਬ ਕਿਹੜੇ ਚੱਕਰ 'ਚ ਪਏ, ਮਹਾਰਾਜ ਅਸੀਂ ਵੀ ਖਾਣੇ ਤੁਸੀਂ ਵੀ ਖਾਇਆ ਕਰੋ, ਆਉਂਦੇ ਨਹੀਂ ਬੰਦੇ? ਬਈ ਇਹ ਸਾਰੀ ਗੱਲਾਂ ਤੇ ਜਿਸ ਦਿਨ ਤੁਸੀਂ ਐਮਐਲਏ ਬਣਦੇ ਹੋ ਤਾਂ ਹੀ ਸ਼ੁਰੂ ਹੋ ਜਾਂਦੇ ਨੇ, ਤੁਹਾਡੇ ਇਮਤਿਹਾਨ ਤਾਂ ਹੀ ਸ਼ੁਰੂ ਹੋ ਜਾਂਦੇ ਨੇ। ਪਰ ਬੰਦੇ ਦਾ ਇਮਤਿਹਾਨ ਹੁੰਦਾ ਤਾਂ ਹੀ ਬੰਦਾ ਪਾਸ ਜਾਂ ਫੇਲ ਹੁੰਦਾ। ਤੇ ਮੈਂ ਸ਼ੁਕਰ ਕਰਦਾ ਜਦੋਂ 28 ਐਮਐਲਏ ਅਸੀਂ ਹੁੰਦੇ ਸੀ ਤੇ 32 ਐਮਐਲਏ ਬੀਜੇਪੀ ਵਾਲੇ ਹੁੰਦੇ ਸੀ, ਬਈ ਥੋੜੇ ਜਿਹੇ ਐਮਐਲਏ ਉਹਨਾਂ ਨੇ ਇੱਧਰ ਉੱਧਰ ਕਰਨੇ ਸੀ ਤੇ ਉਹਨਾਂ ਨੇ ਸਰਕਾਰ ਬਣਾਉਣੀ ਸੀ ਦਿੱਲੀ ਵਿੱਚ। ਇਹ ਪਹਿਲੇ ਇਲੈਕਸ਼ਨ ਦੀ ਗੱਲ ਹੈ। ਬਿਲਕੁਲ ਸੀ। ਤਾਂ ਬੇਹਿਸਾਬ ਕਿਸਮ ਨਾਲ ਸਾਡੇ ਟੈਸਟ ਹੋਏ ਤੇ ਸ਼ੁਕਰ ਹੈ ਪਰਮਾਤਮਾ ਦਾ ਆਪਾਂ ਸਾਰੇ ਟੈਸਟ ਪਾਸ ਕੀਤੇ ਆ। ਉਦੋਂ ਅਪਰੋਚ ਹੋਈ ਸੀ? ਉਦੋਂ ਬਹੁਤ ਜ਼ਬਰਦਸਤ ਲੈਵਲ ਤੇ ਬੀਜੇਪੀ ਅਪਰੋਚ ਕਰਦੀ ਸੀ ਬਈ ਕਿਸੇ ਤਰੀਕੇ ਦੇ 4 ਐਮਐਲਏ ਆਪਾਂ ਤੋੜ ਲਈਏ। ਰੇਟ ਕੀ ਸੀ? ਰੇਟ ਮਤਲਬ ਰੇਟ ਕੁਝ ਹੁੰਦਾ ਹੀ ਨਹੀਂ ਸੀ ਜੀ, ਤੁਸੀਂ ਆ ਜਾਓ ਮੂੰਹ ਕੱਢੋ ਬਸ। ਹਾਂ ਬਸ ਤੁਸੀਂ ਆ ਜਾਓ। ਬਈ ਸਰਕਾਰ ਦਾ ਸਭ ਨੂੰ ਪਤਾ, ਵੱਡੇ ਬਜਟ ਹੁੰਦੇ ਨੇ, 5 ਸਾਲ ਸਰਕਾਰ ਦਿੱਲੀ ਦੀ ਚਲਾਉਣੀ ਹੈ ਤੇ ਕੁਝ ਐਮਐਲਏ ਜੇ ਆਪਾਂ ਇੱਧਰ ਉੱਧਰ ਕਰ ਲਏ ਤੇ ਆਪਾਂ ਸਾਡੀ ਸਰਕਾਰ ਬਣ ਜਾਣੀ ਹੈ। 4 ਐਮਐਲਏ ਬੀਜੇਪੀ ਦੇ ਘੱਟ ਹੁੰਦੇ ਸੀ ਉਸ ਟਾਈਮ। ਇਹ ਮੈਂ ਤੁਹਾਨੂੰ ਤਾਂ ਦੁਹਰਾ ਕੇ ਗੱਲ ਪੁੱਛ ਰਿਹਾ ਕਿਉਂਕਿ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ ਨਾ, ਇਹਦਾ ਮਤਲਬ ਆਮ ਆਦਮੀ ਪਾਰਟੀ ਨਾਲ ਇਹ ਸਭ ਤੋਂ ਪਹਿਲਾਂ ਹੋਇਆ, ਤੁਸੀਂ ਮੰਨੇ ਨਹੀਂ, ਪਰ ਉਸ ਤੋਂ ਬਾਅਦ ਇੰਡੀਆ ਦੀਆਂ ਅਲੱਗ-ਅਲੱਗ ਸਟੇਟਾਂ 'ਚ ਟ੍ਰੇਲਰ ਲੋਕਾਂ ਦੇਖ ਲਿਆ। ਅੱਜ ਕਈ ਸਟੇਟਾਂ ਦੇ ਵਿੱਚ ਬੀਜੇਪੀ ਨੇ ਇਹ ਕੰਮ ਕੀਤਾ। ਇਹਦਾ ਮਤਲਬ ਤੁਸੀਂ ਉਹਦੇ ਵਿਕਟਮ ਰਹੇ ਹੋ ਸਟਾਰਟਿੰਗ 'ਚ? ਨਹੀਂ, ਵਿਕਟਿਮ ਨਹੀਂ ਰਹੇ ਸੀ। ਨਹੀਂ, ਮਤਲਬ ਅਪਰੋਚ ਤਾਂ ਹੋਈ ਤੁਹਾਨੂੰ। ਅਪਰੋਚ ਹੋਈ ਤੇ ਮੈਨੂੰ ਮਾਣ ਹੈ ਇਸ ਚੀਜ਼ ਦਾ। ਮੈਂ ਫਖਰ ਕਰਦਾ ਕਿ ਸਾਡੇ 28 ਐਮਐਲਏ ਵਿੱਚੋਂ ਖੂਬ ਅਪਰੋਚ ਕੀਤੀ ਗਈ। ਅੱਛਾ ਜੀ। ਪਰ ਇੱਕ ਐਮਐਲਏ ਵੀ ਇਹ ਹਿਲਾ ਨਹੀਂ ਸਕੇ। ਅੱਛਾ ਜੀ। ਪਰ ਨਹੀਂ, ਜਦੋਂ ਇਹ ਗੱਲ ਪਹੁੰਚਦੀ ਹੋਊਗੀ ਕਿ ਐਮਐਲਏ ਸਾਹਿਬ ਜਾਂ ਤਾਂ 49 ਦਿਨਾਂ 'ਚ ਕੰਮ ਮੁੱਕ ਜਾਣਾ ਤੇ ਜਾਂ ਤੁਸੀਂ ਨਜ਼ਾਰੇ ਲਓ 5 ਸਾਲ, ਬੰਦਾ ਸੋਚ ਹੀ ਲੈਂਦਾ ਵੀ ਯਾਰ ਮਸਾਂ ਦਾ ਚੁਣੇ ਆ, ਕਿਉਂਕਿ ਜਿੰਨੇ ਕੁ ਬੰਦੇ ਸੀ ਮੇਰੇ ਖਿਆਲ ਨਾਲ 90% ਸਧਾਰਨ ਬੰਦੇ ਸੀ। ਜਿੱਦਾਂ ਤੁਸੀਂ ਵੀ ਦੱਸਿਆ ਕਿ ਕੋਈ ਬਿਜ਼ਨਸਮੈਨ ਸੀਗਾ, ਕੋਈ ਸਮਾਜ ਸੇਵੀ ਸੀਗਾ, ਕੋਈ ਪੱਤਰਕਾਰ ਸੀਗਾ, ਤੇ ਉਹਨਾਂ ਬੰਦਿਆਂ ਨੂੰ ਜਦੋਂ ਇੱਕ ਵਾਰ ਹਿਲਾਉਣ ਵਾਲੇ ਪਾਸੇ ਗੱਲ ਚੱਲੀ, ਅਗਲਾ ਕਹਿੰਦਾ ਯਾਰ ਹੁਣ ਮਸਾਂ ਐਂਡ ਤੇ ਪਹੁੰਚ ਕੇ ਹੱਥ ਪਿਆ ਤੇ ਹੁਣ ਪਿਛਾਂਹ ਨਾ ਮੁੜ ਜਾਈਏ ਕਿਤੇ। ਵੇਖੋ ਜੋ ਟਾਈਮ ਲੰਘ ਗਿਆ ਸੰਧਾਵਾੜੀਆ ਸਾਹਿਬ, ਉਸ ਤੋਂ ਵੱਡਾ ਸੱਚ ਕੁਛ ਨਹੀਂ ਹੁੰਦਾ। ਤੇ ਸੱਚ ਇਹ ਹੈ ਕਿ 2013 ਦੇ ਅੰਦਰ ਅਰਵਿੰਦ ਕੇਜਰੀਵਾਲ ਸਰਕਾਰ ਦੇ 28 ਐਮਐਲਏ, ਬੀਜੇਪੀ ਜ਼ੋਰ ਲਾਉਂਦੀ ਰਹੇਗੀ ਥੱਲੋਂ ਦੀ ਲੈ ਕੇ ਤੇ ਉੱਪਰ ਤੱਕ, ਹਰ ਕਿਸਮ ਦਾ ਲਾਲਚ ਦੇਣ ਦੇ ਬਾਵਜੂਦ ਇੱਕ ਐਮਐਲਏ ਨੂੰ ਵੀ ਹਿਲਾ ਨਹੀਂ ਸਕੀ। ਸਾਨੂੰ ਇਹ ਲੱਗਦਾ ਸੀ ਬਈ ਜਿੱਦਾਂ ਤੁਸੀਂ ਕਿ ਆਪਾਂ ਸਧਾਰਨ ਪਰਿਵਾਰ ਚੋਂ ਆ, ਸਾਡੇ ਖਾਨਦਾਨ 'ਚ ਕਦੇ ਕੋਈ ਆਰਡਬਲਿਊ ਦਾ ਮੈਂਬਰ ਵੀ ਨਹੀਂ ਬਣਿਆ ਸੀ ਤੇ ਲੋਕਾਂ ਨੇ ਐਤਬਾਰ ਕੀਤਾ। ਅਰਵਿੰਦ ਕੇਜਰੀਵਾਲ ਇੱਕ ਕਰਪਸ਼ਨ ਦੇ ਖਿਲਾਫ ਜੇ ਕੋਈ ਸਭ ਤੋਂ ਵੱਡੀ ਆਵਾਜ਼ ਹੋਵੇ ਤਾਂ ਉਹਨੂੰ ਅਰਵਿੰਦ ਕੇਜਰੀਵਾਲ ਕਿਹਾ ਜਾਂਦਾ ਜੀ। ਤੇ ਉਸ ਆਵਾਜ਼ ਤੇ ਲੋਕਾਂ ਨੇ ਐਤਬਾਰ ਕੀਤਾ ਤੇ ਲੋਕਾਂ ਨਾਲ ਇਹ ਧੋਖਾ ਨਹੀਂ ਹੋਣਾ ਚਾਹੀਦਾ ਤੇ ਪਰਮਾਤਮਾ ਨੇ ਸਾਥ ਦਿੱਤਾ ਤੇ ਅੱਜ ਤੱਕ ਮਤਲਬ ਉਸ 28-49 ਦਿਨ ਦੀ ਸਰਕਾਰ ਦੀ ਮਿਸਾਲ ਦਿੱਲੀ 'ਚ ਦਿੱਤੀ ਜਾਂਦੀ ਹੈ। ਕੀ ਬਾਤ। ਮੈਂ ਬੇਨਤੀ ਕਰਾਂ ਜੀ ਕਿ ਮੈਂ ਇਹ ਗੱਲਾਂ ਤਾਂ ਕਰ ਰਿਹਾ ਸਰਦਾਰ ਜਰਨੈਲ ਸਿੰਘ ਹੋਰਾਂ ਨਾਲ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੀ ਬਹੁਤ ਗੱਲ ਕਰਦੀ ਹੈ ਪੰਜਾਬ 'ਚ, ਤੇ ਮੈਨੂੰ ਇਹ ਹੈ ਕਿ ਸ਼ਾਇਦ ਅੱਜ ਦੀ ਸਾਡੀਆਂ ਗੱਲਾਂ ਬਾਤਾਂ ਦੇ ਵਿੱਚੋਂ ਆਪਾਂ ਥੋੜ੍ਹਾ ਜਿਹਾ ਕੁਰੇਦਣ ਦੀ ਕੋਸ਼ਿਸ਼ ਵੀ ਕਰਾਂਗੇ ਕਿ ਦਿੱਲੀ 'ਚ ਐਸਾ ਕਿਹੜਾ ਕੰਮ ਜਾਂ ਐਸਾ ਕਿਹੜਾ ਮਾਰਕਾ ਮਾਰ ਲਿਆ ਆਮ ਆਦਮੀ ਪਾਰਟੀ ਨੇ ਕਿ ਉਹਨੂੰ ਐਂ ਲੱਗਦਾ ਕਿ ਯਾਰ ਜੇ ਦਿੱਲੀ 'ਚ ਹੋ ਸਕਦਾ ਤੇ ਪੰਜਾਬ 'ਚ ਵੀ ਹੋ ਸਕਦਾ। ਹੁਣ ਆਪਾਂ ਪੰਜਾਬ ਵਾਲੇ ਪਾਸੇ ਆਈ ਜਾਂਦੇ ਹਾਂ। ਇਹ ਅਜੇ ਤੱਕ ਵੀ ਰਾਜਨੀਤੀ ਦਾ ਹਿੱਸਾ ਆਮ ਆਦਮੀ ਪਾਰਟੀ ਦਾ ਕਿ ਦਿੱਲੀ 'ਚ ਅਸੀਂ ਕਰ ਦਿੱਤਾ, ਸਾਨੂੰ ਮੌਕਾ ਦਿਓ ਅਸੀਂ ਪੰਜਾਬ 'ਚ ਕਰਾਂਗੇ। ਤੁਹਾਨੂੰ ਦਿੱਲੀ ਤੇ ਪੰਜਾਬ ਦੇ ਵਿੱਚ ਫਰਕ ਨਹੀਂ ਲੱਗਦਾ ਕਿ ਉਹ ਇੱਕੋ ਬਹੁਤ ਛੋਟੀ ਸਟੇਟ ਵੀ ਨਹੀਂ ਹੈ, ਕਹਿ ਲਓ ਕਿ ਥੋੜ੍ਹਾ ਜਿਹਾ ਵੱਡਾ ਸ਼ਹਿਰ ਹੈ, ਤੇ ਇੱਕ ਪਾਸੇ ਪੰਜਾਬ ਹੈ ਜਿਹਦੇ 'ਚ ਅਨੇਕਾਂ ਤਰ੍ਹਾਂ ਦੇ ਮੁੱਦੇ ਨੇ। ਤੁਹਾਨੂੰ ਲੱਗਦਾ ਕਿ ਉਹ ਸੇਮ ਰਾਜਨੀਤੀ ਪੰਜਾਬ 'ਚ ਐਜ਼ ਇਟ ਇਜ਼ ਉਹ ਫਾਰਮੂਲਾ ਕੰਮ ਕਰ ਜੂ? ਗੁਰਪ੍ਰੀਤ ਭਾਜੀ, ਇਸ਼ੂਜ਼ ਦਾ ਤੇ ਫਰਕ ਹੋ ਸਕਦਾ ਬਈ, ਹੋ ਸਕਦਾ ਦਿੱਲੀ ਦੇ ਇਸ਼ੂਜ਼ ਵੱਖਰੇ ਹੋਣ ਜੀ, ਪੰਜਾਬ ਦਾ ਤੁਸੀਂ ਕਹਿ ਲਓ ਜੀ ਕਿਸਾਨੀ ਤੋਂ ਰਿਲੇਟਡ ਇਸ਼ੂ ਹੋ ਗਏ, ਨਸ਼ਾ ਹੋ ਗਿਆ, ਮਾਈਨਿੰਗ ਹੋ ਗਿਆ, ਰੋਜ਼ਗਾਰ ਹੋ ਗਿਆ, ਪਰ ਅਲਟੀਮੇਟਲੀ ਜੇ ਮੈਂ ਗੱਲ ਕਰਦਾ ਇਸ਼ੂਜ਼ ਦਾ ਫਰਕ ਹੋ ਸਕਦਾ, ਪਰ ਸਾਫ਼ ਨੀਅਤ ਦੀ ਹਰ ਥਾਂ ਤੇ ਲੋੜ ਹੈ। ਬਈ ਜਿੱਦਾਂ ਦਿੱਲੀ 'ਚ ਮੈਂ ਤੁਹਾਨੂੰ ਦੱਸਿਆ ਵੀ ਦਿੱਲੀ 'ਚ ਵੀ ਆਹੀ ਸਿਸਟਮ ਚੱਲਦਾ ਸੀ, ਲੋਕ ਅੱਕੇ ਪਏ ਸੀ। ਕੋਈ ਸੁਪਨੇ 'ਚ ਨਹੀਂ ਸੋਚ ਸਕਦਾ ਸੀ 2013 ਤੋਂ ਪਹਿਲਾਂ ਕਿ ਦਿੱਲੀ ਵਿੱਚ ਬਿਜਲੀ ਦਾ ਬਿੱਲ 0 ਆ ਸਕਦਾ ਜੀ। ਫਰਕ ਸਿਰਫ ਨੀਅਤ ਦਾ ਸੀ। ਪੰਜਾਬ 'ਚ ਵੀ ਮਸਲੇ ਉਹੀ ਨੇ, ਇੱਥੇ ਵੀ ਲੋਕ ਇਲੈਕਸ਼ਨ ਦੇ ਵੇਲੇ
ਹੁਣ ਪਿਛਲੇ ਇਲੈਕਸ਼ਨ ਦੀ ਜੇ ਗੱਲ ਕਰੀਏ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੂਆਂ ਖਾਧੀਆਂ ਜੀ। ਲੋਕ ਭੁੱਲੇ ਨਹੀਂ ਉਹ ਸੂਆਂ ਨੂੰ, ਹੂੰ। ਪਰ ਪਰੇਸ਼ਾਨ ਨੇ ਬਈ ਉਹਨਾਂ ਤੇ ਇਤਬਾਰ ਕਰ ਲਿਆ ਬਈ 4 ਹਫ਼ਤਿਆਂ ਦੇ ਅੰਦਰ ਮੈਂ ਨਸ਼ਾ ਖਤਮ ਕਰ ਦਾਂਗਾ। ਤੇ ਅੱਜ ਤੁਸੀਂ ਵੇਖ ਲਓ ਪਿਛਲੇ ਮਹੀਨੇ ਤਰਨਤਾਰਨ ਵਿੱਚ ਕੀ ਹੋਇਆ। ਬਿਲਕੁਲ। 125 ਤੋਂ ਵੱਧ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਰਕੇ ਮੌਤ ਹੋ ਗਈ। ਤੇ ਸੀਐਮ ਸਾਹਿਬ ਦੇ ਅੰਡਰ ਹੀ ਐਕਸਾਈਜ਼ ਮਹਿਕਮਾ, ਸੀਐਮ ਸਾਹਿਬ ਦੇ ਅੰਡਰ ਹੀ ਹੋਮ ਡਿਪਾਰਟਮੈਂਟ। ਪਰ ਜੋ ਲੋਕ ਪਰੇਸ਼ਾਨ ਨੇ, ਹੁਣ ਲੋਕ ਪਛਤਾ ਰਹੇ ਨੇ ਉਸ ਗੱਲ ਤੇ। ਇੱਕ ਜੋ ਨਵੇਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਦਿੱਲੀ ਤੋਂ ਹੋਈ ਹੈ ਕਿ ਜੋ ਵਾਅਦੇ ਤੁਸੀਂ ਕਰੋਗੇ ਇਲੈਕਸ਼ਨ ਵਿੱਚ ਵੋਟ ਲੈਂਦੇ ਵੇਲੇ ਉਹ ਪੂਰੇ ਕਰਨੇ ਪੈਣੇ ਆ। ਆਪਾਂ ਆਪ ਆਪਣੀ ਅਕਾਊਂਟੇਬਿਲਟੀ ਫਿਕਸ ਕਰਦੇ ਆ। ਜੇ ਆਪਾਂ 2015 ਵਿੱਚ ਵਾਅਦਾ ਕੀਤਾ ਵੀ ਬਿਜਲੀ ਦੇ ਬਿੱਲ ਹਾਫ ਕਰਾਂਗੇ, ਪਾਣੀ ਦੇ ਬਿੱਲ ਮਾਫ ਕਰਾਂਗੇ, ਤੇ 2020 ਵਿੱਚ ਜਦੋਂ ਵੋਟਾਂ ਹੋਈਆਂ ਤੇ ਆਪਾਂ ਆਪਣਾ ਰਿਪੋਰਟ ਕਾਰਡ ਨਾਲ ਲੈ ਕੇ ਗਏ ਬਈ ਇਹ ਪਿਛਲੀ ਵਾਰੀ ਵਾਅਦੇ ਕੀਤੇ ਸੀ 2015 ਦੇ ਅੰਦਰ, ਤੇ ਆਹ ਵੇਖ ਲਓ ਜੀ 100 ਵਿੱਚੋਂ 105 ਵਾਅਦੇ ਪੂਰੇ ਕੀਤੇ ਆ। ਬਿਜਲੀ ਹਾਫ ਕਰਨ ਦੀ ਗੱਲ ਕੀਤੀ ਸੀ, 30 ਲੱਖ ਘਰਾਂ ਦੇ ਬਿੱਲ ਜ਼ੀਰੋ ਆਏ ਸੀ ਉਸ ਮਹੀਨੇ ਜਿਸ ਮਹੀਨੇ ਇਲੈਕਸ਼ਨ ਹੋ ਰਹੇ ਸੀ। ਅੱਛਾ ਜੀ। ਅੱਛਾ, ਆਪਾਂ ਹੁਣ ਹੌਲੀ ਹੌਲੀ ਚਲੋ ਪੰਜਾਬ ਵਾਲੇ ਪਾਸੇ ਨੂੰ ਮੋੜਾ ਕੱਟਦੇ ਹਾਂ। ਤੁਹਾਨੂੰ ਜਦੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਬੜੀ ਲੇਟ ਨਹੀਂ ਦਿੱਤੀ ਗਈ? ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਪਹਿਲੀ ਵਾਰ ਪੰਜਾਬੀਆਂ ਨੇ ਪੰਜਾਬ ਦੇ ਵਿੱਚੋਂ 4 MP ਜਿਤਾਏ ਆਮ ਆਦਮੀ ਪਾਰਟੀ ਦੇ, ਬਹੁਤ ਵੱਡੀ ਗੱਲ ਹੈ ਕਿ ਜਿੱਥੇ ਸਿਰਫ 13 ਸੀਟਾਂ ਹੋਣ ਤੇ 13 ਚੋਂ 4 MP ਉਸ ਪਾਰਟੀ ਦੇ ਜਿਤਾ ਦਿੱਤੇ ਜਾਣ ਜਿਹਦੀ ਅਜੇ ਉਦੋਂ 2-2.5 ਸਾਲ ਪਹਿਲਾਂ ਸ਼ੁਰੂਆਤ ਹੋਈ ਹੋਵੇ। ਤੇ ਉਦੋਂ ਜਿਹੜੀਆਂ ਚੀਜ਼ਾਂ ਪੰਜਾਬ ਦੇ ਵਿੱਚ ਹੋਈਆਂ ਅਜੇ ਵੀ ਲੋਕ ਉਹਨਾਂ ਨੂੰ ਵਾਰ-ਵਾਰ ਯਾਦ ਕਰਦੇ ਨੇ ਵੀ ਯਾਰ ਦਿੱਲੀ ਵਾਲੀ ਚੀਜ਼ ਜਿਹੜੀ ਸੀਗੀ ਜਾਂ ਜਿਹੜੇ ਦਿੱਲੀ ਵਾਲੇ ਬੰਦੇ ਭੇਜੇ ਸੀ ਉਦੋਂ ਆਮ ਆਦਮੀ ਪਾਰਟੀ ਨੇ, ਉਹ ਨਾ ਹੁੰਦੇ ਤੇ ਸ਼ਾਇਦ ਪੰਜਾਬ 'ਚ ਸਰਕਾਰ ਬਣ ਜਾਂਦੀ। ਇਹ ਚਰਚਾ ਚੱਲਿਆ ਉੱਥੇ ਕਦੀ ਜਾਂ ਅਜੇ ਵੀ ਚੱਲਦਾ? ਗੁਰਪ੍ਰੀਤ ਜੀ, ਇੱਕ ਗੱਲ ਕਹਦਾ ਕਿ ਆਪਾਂ ਗੁਜ਼ਰੇ ਟਾਈਮ ਤੋਂ ਕਾਫੀ ਕੁਝ ਸਿੱਖਿਆ ਤੇ ਪਰ ਲੇਟ ਸਿੱਖਿਆ ਨਾ ਬਈ। ਸਿੱਖਦਾ ਬੰਦਾ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਚਲੋ ਮੰਨ ਲੈ ਆਪਾਂ ਉਹ ਚੀਜ਼ਾਂ ਤੋਂ ਸਿੱਖਦੇ ਹੋਏ ਜੀ। ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਸਾਰੀ ਕਮੀਆਂ ਦੂਰ ਕੀਤੀਆਂ ਜਾਣ ਜੋ 2017 ਦੇ ਇਲੈਕਸ਼ਨ ਵਿੱਚ ਰਹਿ ਗਈਆਂ। ਤੇ ਕਿਉਂਕਿ ਲੋਕਾਂ ਵੱਲੋਂ ਕੋਈ ਕਮੀ ਨਹੀਂ, ਕੋਈ ਕਸਰ ਨਹੀਂ ਪਿਆਰ ਦੇਣ ਵਿੱਚ, ਇਤਬਾਰ ਕਰਨ ਵਿੱਚ। ਬਿਲਕੁਲ ਜੀ। ਪਹਿਲੀ ਵਾਰ ਕੋਈ ਪਾਰਟੀ ਅਸੈਂਬਲੀ ਇਲੈਕਸ਼ਨ ਲੜੇ ਤੇ ਉਹ ਮੁੱਖ ਵਿਰੋਧੀ ਧਿਰ ਬਣ ਜਾਵੇ, ਆ ਵੀ ਅਚੀਵਮੈਂਟ ਹੀ ਹੈ। ਪਰ ਸਰਕਾਰ ਬਣਦੇ ਰਹਿ ਗਈ, ਆਪਾਂ ਇਸ ਚੀਜ਼ ਨੂੰ ਵੀ ਮਹਿਸੂਸ ਕਰਦੇ ਆ। ਤੇ ਉਸ ਤੋਂ ਪਹਿਲਾਂ ਕਿਉਂਕਿ ਕਾਰਨ ਇਹ ਵੀ ਸਿਰਫ ਮਾਫੀ ਚਾਹਣਾ ਤੁਹਾਡੀ ਗੱਲ ਕੱਟ ਰਿਹਾ, ਕਿਉਂਕਿ 17 ਤੋਂ ਪਹਿਲਾਂ ਜਿਹੜੇ MP ਚੁਣੇ ਗਏ ਸੀ ਉਹਦੇ ਵਿੱਚ ਵੀ ਤਾਂ ਬੰਦੇ ਟੁੱਟਣ ਲੱਗ ਪਏ ਨਾ। ਡਾਕਟਰ ਧਰਮਵੀਰ ਗਾਂਧੀ ਹੋਰੀ MP ਸੀਗੇ ਪਰ ਉਸ ਤੋਂ ਬਾਅਦ ਉਹ ਪਾਸੇ ਚਲੇ ਗਏ। ਦੂਸਰੇ ਖਾਲਸਾ ਹੋਰੀ ਸੀਗੇ, ਉਹ ਵੀ ਪਾਸੇ ਰਹਿਣ ਲੱਗ ਪਏ। ਉਹ ਵੀ ਤਾਂ ਇੱਕ ਕਾਰਨ ਸੀਗਾ ਜਿਹਦੇ ਕਰਕੇ 4 'ਚੋਂ 2 ਹੀ ਰਹਿ ਗਏ ਬਾਅਦ 'ਚ MP ਆਪਾਂ ਨੂੰ। ਤੁਸੀਂ ਕਈ ਸਾਰੇ ਰੀਜ਼ਨ, ਕਿਉਂਕਿ ਜਦੋਂ ਬੰਦਾ ਕੋਈ ਚੀਜ਼ ਨਹੀਂ ਅਚੀਵ ਕਰ ਪਾਉਂਦਾ ਤੇ ਕਈ ਸਾਰੀ ਫਿਰ ਉਹਦੀ ਸਮੀਖਿਆ ਹੁੰਦੀ ਹੈ, ਕਾਰਨ ਨਿਕਲ ਕੇ ਆਉਂਦੇ ਆ। ਤੇ ਮੈਂ ਫਿਰ ਰਿਪੀਟ ਕਰਦਾ ਕਿ ਆਪਾਂ ਕਾਫੀ ਕੁਝ ਸਿੱਖਿਆ ਗੁਜ਼ਰੇ ਸਮੇਂ ਤੋਂ, ਤੇ ਆਉਣ ਵਾਲੇ ਟਾਈਮ 'ਚ ਉਹਨੂੰ ਸੁਧਾਰ ਕਰਾਂਗੇ। ਚਲੋ ਵਧੀਆ। ਅੱਛਾ, ਤੁਹਾਨੂੰ ਜ਼ਿੰਮੇਵਾਰੀ ਜਿੱਦਣ ਇਹ ਦਿੱਤੀ ਗਈ ਜਾਂ ਜਦੋਂ ਤੁਹਾਨੂੰ ਲੱਗਿਆ ਕਿ ਵੀ ਇਹ ਸ਼ਾਇਦ ਜ਼ਿੰਮੇਵਾਰੀ ਮੇਰੇ ਸਿਰ ਤੇ ਪਾਉਣਗੇ, ਉਸ ਤੋਂ ਪਹਿਲਾਂ ਦਾ ਮਾਹੌਲ ਚਾਲ ਕੀ ਸੀ? ਤੁਹਾਨੂੰ ਕਿਵੇਂ ਲੱਗਿਆ ਕਿ ਵੀ ਮੈਂ ਇਹ ਕਰ ਸਕਦਾ? ਵੇਖੋ ਸੰਧਾਵਾਲੀਆ ਸਾਹਿਬ, ਫਰਵਰੀ 2020 ਇਸ ਸਾਲ ਤੇ ਦਿੱਲੀ ਇਲੈਕਸ਼ਨ ਹੀ ਹੋਏ ਨੇ। ਉਸ ਤੋਂ ਪਹਿਲਾਂ ਤੇ ਸਾਰੀ ਪਾਰਟੀ ਦਾ ਧਿਆਨ ਇੱਧਰ ਹੀ ਸੀ ਵੀ ਦਿੱਲੀ 'ਚ ਸਰਕਾਰ ਬਣਨੀ ਚਾਹੀਦੀ ਦੁਬਾਰਾ। ਤੇ ਸਾਰੀ ਮਤਲਬ ਪੂਰੇ ਦੇਸ਼ 'ਚ ਜਿੰਨੇ ਸਾਡੇ ਲੀਡਰ ਨੇ, ਸਪੋਰਟਰ ਨੇ, ਸਭ ਨੇ ਆ ਕੇ ਦਿੱਲੀ ਮਿਹਨਤ ਕੀਤੀ ਤੇ ਉਹਦੇ ਨਤੀਜੇ ਵੀ ਤੁਹਾਡੇ ਸਾਹਮਣੇ ਨੇ। ਉਸ ਤੋਂ ਬਾਅਦ ਜੋ ਅਗਲਾ ਸਾਨੂੰ ਗੋਲ ਲੱਗਦਾ ਸੀ ਉਹ ਪੰਜਾਬ ਲੱਗਦਾ ਜੀ। ਤੇ ਇਮੀਡੀਏਟਲੀ ਫਰਵਰੀ 'ਚ ਇਲੈਕਸ਼ਨ ਹੋਏ ਤੇ ਫਰਵਰੀ 'ਚ ਮੈਨੂੰ ਐਸੇ ਨਵੀਂ ਜ਼ਿੰਮੇਵਾਰੀ ਦੇ ਦਿੱਤੀ ਗਈ ਤੇ ਮੈਂ ਬਹੁਤ ਖੁਸ਼ ਹਾਂ। ਮੈਂ ਬੜਾ ਮਾਣ ਮਹਿਸੂਸ ਕਰਦਾ, ਸਾਡੇ ਬਜ਼ੁਰਗਾਂ ਦੀ ਧਰਤੀ ਹੈ ਵੀ ਇੱਥੇ ਮੈਨੂੰ ਕੁਝ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਆਪਾਂ ਪੂਰੀ ਜ਼ਿੰਮੇਵਾਰੀ ਨਾਲ ਉਹ ਅਦਾ ਕਰਾਂਗੇ। ਹੁਣ ਤੱਕ ਕੋਈ ਚੇਂਜ ਤੁਸੀਂ ਕੀਤੀ ਹੋਵੇ ਜਦੋਂ ਦਾ ਵੀ ਤੁਹਾਡੇ ਕੋਲੇ ਕਹਿ ਲਓ ਗੱਡੀ ਦੀ ਚਾਬੀ ਆਈ ਹੈ, ਸਟੀਅਰਿੰਗ ਵਾਲੀ ਸੀਟ ਤੇ ਤੁਸੀਂ ਬੈਠੇ ਹੋ, ਤੁਹਾਡੇ ਕੋਲ ਹੁਣ ਪਾਵਰ ਆ ਵੀ ਕਿੱਧਰ ਨੂੰ ਤੋਰਨੀ ਹੈ ਗੱਡੀ, ਹੁਣ ਤੱਕ ਕੀ ਤੁਸੀਂ ਪਹਿਲਾਂ ਤੁਹਾਡੇ ਆਉਣ ਤੋਂ ਪਹਿਲਾਂ ਕੀ ਸੀ ਤੇ ਤੁਸੀਂ ਕੀ ਚੇਂਜ ਕੀਤਾ? ਮੋਟੇ ਤੌਰ ਤੇ ਮੈਂ ਦੱਸ ਦਿਆਂ ਗੁਰਪ੍ਰੀਤ ਭਾਜੀ ਕਿ ਫਰਵਰੀ ਦੇ ਅਖੀਰਲੇ ਦਿਨਾਂ 'ਚ ਜ਼ਿੰਮੇਵਾਰੀ ਮਿਲੀ ਤੇ ਮਾਰਚ ਵਿੱਚ ਲੋਕਡਾਊਨ ਲੱਗ ਗਿਆ ਜੀ। ਲੋਕਡਾਊਨ ਲੱਗਣ ਕਰਕੇ ਕੁਝ ਮਹੀਨੇ ਤੇ ਬਿਲਕੁਲ ਕਰਫਿਊ ਲੱਗਿਆ ਰਿਹਾ, ਪਾਬੰਦੀਆਂ ਹੀ ਨਹੀਂ ਲੱਗੀਆਂ। ਪਰ ਉਹਦੀ ਇੱਕ ਐਡਵਾਂਟੇਜ ਸਾਨੂੰ ਮਿਲੀ ਜੀ। ਆਪਾਂ ਪੂਰਾ ਜੋ ਸਾਡਾ ਸੰਗਠਨ ਹੈ, ਜੋ ਢਾਂਚਾ ਹੈਗਾ, ਉਹਨੂੰ ਆਪਾਂ ਰਿਵਿਊ ਕੀਤਾ ਜੀ ਤੇ ਉਹਦੇ 'ਚ ਆਪਾਂ ਵੇਖਿਆ ਵੀ ਕਿੱਥੇ ਕੀ ਇੰਪਰੂਵਮੈਂਟ ਹੋਣ ਵਾਲੀ ਹੈ। ਪਿਛਲੇ 5 ਮਹੀਨੇ ਸਾਨੂੰ ਉਹ ਸਭ ਕਰਨ ਦਾ ਬਹੁਤ ਟਾਈਮ ਮਿਲਿਆ। ਆਪਾਂ ਪੰਜਾਬ ਦੇ ਇੱਕ ਹਲਕੇ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਨੂੰ ਮਿਲੇ ਤੇ ਪਿਛਲੇ ਕੁਝ ਦਿਨ ਪਹਿਲਾਂ ਹੀ ਆਪਾਂ ਸਾਰਾ ਢਾਂਚਾ ਭੰਗ ਕੀਤਾ ਤੇ ਹੁਣ ਰਿਵਿਊ ਕਰ ਰਹੇ ਹਾਂ ਇੱਕ ਅਹੁਦੇ ਨੂੰ। ਬਹੁਤ ਸਾਰੇ ਲੋਕਾਂ ਨੂੰ ਨਵੀਆਂ ਜ਼ਿੰਮੇਵਾਰੀ ਦੇਣ ਲੱਗੇ ਆ, ਬਹੁਤ ਸਾਰੇ ਲੋਕਾਂ ਦੀ ਜ਼ਿੰਮੇਵਾਰੀ ਵਧਾਉਣ ਲੱਗੇ ਆ, ਬਹੁਤ ਸਾਰੇ ਲੋਕਾਂ ਦੀ ਜ਼ਿੰਮੇਵਾਰੀਆਂ ਬਦਲਣ ਲੱਗੇ ਆ। ਤੇ ਕਿਉਂਕਿ ਸਾਨੂੰ ਇਹ ਪਤਾ ਦਿੱਲੀ 'ਚ ਇੱਕ ਸਾਡੇ ਕੋਲ ਮਜ਼ਬੂਤ ਸੰਗਠਨ ਹੈ ਜੀ, ਪੰਜਾਬ 'ਚ ਵੀ ਕੋਈ ਕਮੀ ਨਹੀਂ ਲੋਕਾਂ ਵੱਲੋਂ ਪਿਆਰ ਦੀ, ਸਪੋਰਟ ਦੀ। ਤੇ ਬਹੁਤ ਛੇਤੀ ਇੱਕ ਨਵੇਂ ਮਜ਼ਬੂਤ ਸੰਗਠਨ ਦੇ ਨਾਲ ਤੁਹਾਡੇ ਅੱਗੇ ਪੇਸ਼ ਕਰਾਂਗੇ ਸੰਗਠਨ, ਜੋ ਸੰਗਠਨ 2022 ਦਾ ਮੋਰਚਾ ਫਤਿਹ ਕਰੇਗਾ।
ਤੇ ਉਹਦੇ ਲਈ ਪ੍ਰੈਫਰੈਂਸ ਪੰਜਾਬੀਆਂ ਨੂੰ ਹੋਊਗੀ। ਸਭ ਕੁਝ ਮਤਲਬ ਮੈਂ ਤਾਂ ਇਸ ਚੀਜ਼ ਨੂੰ ਬੜੇ ਦਾਅਵੇ ਨਾਲ ਕਹਿੰਦਾ ਕਿ ਆਮ ਆਦਮੀ ਪਾਰਟੀ ਇਕਲੌਤੀ ਇੱਦਾਂ ਦੀ ਪਾਰਟੀ ਹੈ ਜੋ ਡੈਮੋਕ੍ਰੇਸੀ ਦੇ ਇਸ ਨਿਯਮ ਨੂੰ ਫੋਲੋ ਕਰਦੀ ਹੈ ਵੀ ਕਿ ਆਮ ਲੋਕਾਂ ਦੀ ਰਾਏ ਸ਼ੁਮਾਰੀ ਹਰ ਫੈਸਲੇ 'ਚ ਹੋਣੀ ਚਾਹੀਦੀ ਹੈ। ਜੇ ਪੰਜਾਬ ਦੇ ਕੋਈ ਮਸਲੇ ਨੇ ਤੇ ਉਹ ਪੰਜਾਬ ਦੇ ਲੋਕਾਂ ਨੇ ਹੀ ਡਿਸਾਈਡ ਕਰਨੇ ਨੇ। ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਦਾ, ਜਿੱਦਾਂ ਦਿੱਲੀ ਵਿੱਚ ਕਿਹੜੇ ਹਲਕੇ ਤੋਂ ਕੌਣ ਉਮੀਦਵਾਰ ਹੋਏ ਆਮ ਆਦਮੀ ਪਾਰਟੀ ਦਾ, ਬੀਜੇਪੀ ਕਾਂਗਰਸ ਦੀ ਗੱਲ ਨਹੀਂ ਕਰਦਾ, ਉਹਨਾਂ ਦੇ ਤੇ ਬੰਦ ਕਮਰੇ 'ਚ ਬਹਿ ਕੇ ਫੈਸਲੇ ਹੋ ਜਾਂਦੇ ਨੇ। ਆਮ ਆਦਮੀ ਪਾਰਟੀ ਦਾ ਕਿਹੜੇ ਹਲਕੇ ਤੋਂ ਕੌਣ ਉਮੀਦਵਾਰ ਹੋਏਗਾ ਇਹ ਉਸ ਹਲਕੇ ਦੇ ਲੋਕਾਂ ਦੇ ਓਪੀਨੀਅਨ ਦੇ ਆਧਾਰ ਤੇ ਡਿਸਾਈਡ ਹੁੰਦਾ। ਮੈਂ 2 ਵਾਰ ਪਹਿਲਾਂ ਐਮਐਲਏ ਰਿਹਾ, ਮੈਂ ਵੀ ਉੱਥੋਂ ਤੀਸਰੀ ਵਾਰ ਇਲੈਕਸ਼ਨ ਲੜਾ ਕਿ ਨਾ ਲੜਾ ਮੇਰੇ ਹਲਕੇ ਵਾਲਿਆਂ ਨੇ ਡਿਸਾਈਡ ਕੀਤਾ। ਅੱਛਾ ਜੀ। ਓਪਨ ਸਰਵੇ ਹੋਏ, ਲੋਕਾਂ ਦੇ ਸਰਵੇ 'ਚ ਮੇਰਾ ਨਾਂ ਆਇਆ, ਤਾਂ ਮੈਨੂੰ ਤੀਸਰੀ ਵਾਰੀ ਪਾਰਟੀ ਵੱਲੋਂ ਚੁਣਾਵ ਲੜਨ ਦਾ ਮੌਕਾ ਦਿੱਤਾ ਗਿਆ। ਇਹ ਤੁਸੀਂ ਦੁਬਾਰਾ ਦਿੱਲੀ ਲੈ ਕੇ, ਇੱਕ ਸਵਾਲ ਮੇਰੇ ਨਾਲ ਦਿਮਾਗ 'ਚ ਦਿੱਲੀ ਨਾਲ ਰਿਲੇਟਡ ਆਉਂਦਾ ਸੀ। ਐਤਕੀ ਇਲੈਕਸ਼ਨਾਂ ਦੇ ਵਿੱਚ ਨਾ ਇੱਕ ਇਹ ਪ੍ਰਚਾਰ ਵੀ ਹੋਇਆ, ਪੰਜਾਬ ਤੱਕ ਅੱਪੜਿਆ, ਕਿ ਵੀ ਕੇਜਰੀਵਾਲ ਸਾਹਿਬ ਜਿਹੜੇ ਨੇ ਉਹ ਸਿੱਖ ਵਿਰੋਧੀ ਨੇ, ਉਹਨਾਂ ਨੇ ਬਹੁਤ ਸਾਰੇ ਸਿੱਖਾਂ ਦੀਆਂ ਟਿਕਟਾਂ ਕੱਟਤੀਆਂ। ਇਹਦੇ 'ਚ ਕਿੰਨੀ ਸੱਚਾਈ ਹੈ ਤੇ ਕਿਉਂ ਹੋਇਆ ਹੈ? ਬਈ ਵੇਖੋ, ਜਿਨ੍ਹਾਂ ਲੋਕਾਂ ਨੂੰ ਧਰਮ ਤੋਂ ਇਲਾਵਾ ਹੋਰ ਕੁਝ ਕਹਿਣਾ ਹੀ ਨਹੀਂ ਹੁੰਦਾ ਨਾ, ਧਰਮ ਹਰ ਮਸਲੇ ਨੂੰ ਲੋਕਾਂ ਦੀ ਧਾਰਮਿਕ ਭਾਵਨਾਵਾਂ ਨਾਲ ਜੋੜਨ ਤੋਂ ਇਲਾਵਾ ਕੁਝ ਹੁੰਦਾ ਹੀ ਨਹੀਂ ਨਾ, ਉਹਨਾਂ ਤੋਂ ਹੋਰ ਕੁਝ ਤੁਸੀਂ ਉਮੀਦ ਕਰ ਵੀ ਨਹੀਂ ਸਕਦੇ। ਦਿੱਲੀ ਵਿੱਚ 20 ਤੋਂ ਜ਼ਿਆਦਾ ਸਿਟਿੰਗ ਐਮਐਲਏ ਦੀ ਟਿਕਟ ਲੋਕਾਂ ਦੇ ਓਪੀਨੀਅਨ ਹੋਣ ਤੋਂ ਬਾਅਦ, ਸਰਵੇ ਹੋਣ ਤੋਂ ਬਾਅਦ ਕੱਟੀ ਗਈ ਹੈ। ਫੈਕਟ ਹੈ ਜੀ। ਉਹਦੇ 'ਚ ਬਹੁਤ ਸਾਰੇ ਐਮਐਲਏ ਨੇ, ਜਿਹਦੇ 'ਚ ਜਗਦੀਪ ਸਿੰਘ ਵੀ ਨੇ, ਉਹਦੇ 'ਚ ਵਿਜੇਂਦਰ ਗਰਗ ਜੀ ਵੀ ਨੇ, ਉਹਦੇ 'ਚ ਕਮਾਂਡੋ ਸੁਰਿੰਦਰ ਜੀ ਵੀ ਨੇ। ਤੇ ਇਹਨੂੰ ਧਰਮ ਨਾਲ ਜੋੜ ਕੇ ਨਾ ਵੇਖਿਆ ਜਾਵੇ, ਮਤਲਬ ਇਹਨੂੰ ਤੁਸੀਂ ਰਿਸਪੈਕਟ ਕਹਿ ਸਕਦੇ ਹੋ ਪਬਲਿਕ ਦੇ ਓਪੀਨੀਅਨ ਦੀ, ਜੀ, ਕਿ ਲੋਕਾਂ ਦਾ ਸਰਵੇ ਕੀਤਾ ਗਿਆ। ਇੱਕ ਕਾਰਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਦੋਂ ਇੱਕ ਐਮਐਲਏ ਬੈਠਾ ਹੋਇਆ, ਸਿਟਿੰਗ ਐਮਐਲਏ, ਉੱਪਰੋਂ ਕੰਮ ਉਹਨਾਂ ਨੇ ਕੀਤਾ, ਫਿਰ ਇਹ ਕਿਉਂ ਲੋੜ ਪੈ ਗਈ ਕਿ ਪਬਲਿਕ ਨੇ ਖੁਦ ਕਿਹਾ ਕਿ ਯਾਰ ਸਾਨੂੰ ਸਿਟਿੰਗ ਐਮਐਲਏ ਦੁਬਾਰਾ ਨਹੀਂ ਚਾਹੀਦਾ, ਸਾਨੂੰ ਕੋਈ ਬੰਦਾ ਬਦਲ ਦਿਓ? ਇਹਦੀ ਲੋੜ ਕਿਉਂ ਪਈ? ਪਬਲਿਕ ਦਾ ਓਪੀਨੀਅਨ ਹੈ, ਪਬਲਿਕ ਤੋਂ ਸਵਾਲ ਪੁੱਛੇ ਜਾਂਦੇ ਨੇ ਕਿ ਬਈ ਤੁਹਾਡੇ ਐਮਐਲਏ ਦੇ ਬਾਰੇ ਕੀ ਵਿਚਾਰ ਹੈ। ਨਹੀਂ ਮਤਲਬ ਕਾਰਨ ਤਾਂ ਉਹੀ ਹੋਇਆ ਨਾ, ਉਹਨੇ ਕੰਮ ਨਹੀਂ ਕੀਤਾ। ਹਾਂਜੀ, ਬਹੁਤ ਸਾਰੇ ਉਹਦੇ 'ਚ ਸਵਾਲ ਜਵਾਬ ਹੁੰਦੇ ਨੇ, ਬਈ ਕਿਵੇਂ ਉਹਨਾਂ ਦੀ ਐਕਸੈਸਿਬਿਲਿਟੀ ਰਹੀ, ਤੁਸੀਂ ਕੋਈ ਕੰਮ ਲੈ ਕੇ ਗਏ ਤੇ ਉਹ ਕੰਮ ਹੋਇਆ ਕਿ ਨਹੀਂ ਹੋਇਆ, ਸਰਕਾਰ ਦੇ ਪ੍ਰਤੀ ਤੁਹਾਡਾ ਕੀ ਵਿਚਾਰ ਹੈ, ਐਮਐਲਏ ਦੇ ਪ੍ਰਤੀ ਤੁਹਾਡਾ ਕੀ ਵਿਚਾਰ ਹੈ। ਤੇ ਉਹ ਸਭ ਕਈ ਸਾਰੇ ਇੱਕ ਰਾਊਂਡ ਹੁੰਦੇ ਨੇ ਸਰਵੇ ਦੇ, ਉਸ ਤੋਂ ਬਾਅਦ ਰਿਪੋਰਟ ਬਣਦੀ ਹੈ। ਸਾਡੇ ਹਰ ਕੁਝ ਮਹੀਨਿਆਂ ਬਾਅਦ ਸਰਵੇ ਹੋ ਕੇ ਕੰਟੀਨਿਊਸਲੀ ਰਿਪੋਰਟ ਬਣਦੀ ਹੈ। ਦਿੱਲੀ 'ਚ ਇੱਕ ਬਹੁਤ ਸ਼ਾਨਦਾਰ ਮੈਕੈਨਿਜ਼ਮ ਕੰਮ ਕਰਦਾ ਹੈ ਕਿ ਕੋਈ ਵੀ ਇਹ ਚਾਹਵੇ ਵੀ ਮੈਂ ਤੇ ਐਮਐਲਏ ਬਣ ਗਿਆ, ਹੁਣ ਮੈਂ 4 ਸਾਲ ਆਰਾਮ ਕਰਾਂਗਾ ਤੇ 5ਵੇਂ ਸਾਲ ਨਿਕਲ ਕੇ ਮੈਂ ਮਿਹਨਤ ਕਰ ਲੂੰਗਾ ਥੋੜੀ ਬਹੁਤ। ਆਹ ਸਿਸਟਮ ਹੁਣ ਦਿੱਲੀ 'ਚ ਨਹੀਂ ਚੱਲਦਾ। ਜੇ ਦਿੱਲੀ 'ਚ ਪਬਲਿਕ ਨੇ ਤੁਹਾਨੂੰ 5 ਸਾਲਾਂ ਵਾਸਤੇ ਚੁਣਿਆ ਤੇ ਤੁਹਾਨੂੰ 5 ਸਾਲ ਪਬਲਿਕ ਦੀ ਸੇਵਾ ਵਿੱਚ ਹਾਜ਼ਰ ਰਹਿਣਾ ਪੈਣਾ। ਅੱਛਾ, ਇਹ ਕਾਰਨ ਤਾਂ ਨਹੀਂ ਰਿਹਾ ਕਿਤੇ ਕਿ ਵੀ ਜਿਹੜੇ ਆਪਣੇ ਤੁਸੀਂ ਪਾਰਟੀ ਦੇ ਬੰਦਿਆਂ ਦੀਆਂ ਟਿਕਟਾਂ ਕੱਟੀਆਂ, ਉਹਨਾਂ ਨੇ ਵਿਰੋਧ 'ਚ ਕੰਮ ਕੀਤਾ ਹੋਵੇ, ਜਿਵੇਂ ਕੁਝ ਬੰਦੇ ਤੁਹਾਡੇ ਬੀਜੇਪੀ 'ਚ ਚਲੇ ਗਏ, ਖਾਸ ਕਰਕੇ ਐਤਕੀ ਜਿਹੜਾ ਧਰਮ ਵਾਲਾ ਮੁੱਦਾ ਸੀ ਉਹ ਵੀ ਇੱਕ ਤੁਹਾਡੇ 'ਚੋਂ ਹੀ ਗਿਆ ਬੰਦਾ ਸੀ ਜਿਹਨੇ ਬਾਹਲਾ ਚੱਕਿਆ ਸੀ। ਉਹ ਕਾਰਨ ਤਾਂ ਨਹੀਂ ਰਿਹਾ ਕਿ 67 ਤੋਂ 62 ਤੇ ਆ ਗਏ ਆਪਾਂ? ਵੇਖੋ, 70 ਵਿੱਚੋਂ 62 ਆਣਾ ਕੋਈ ਮਜ਼ਾਕ ਨਹੀਂ ਵਧੀਆ, ਪਰ ਜਿਹੜੀਆਂ ਗਈਆਂ, ਮੈਨੂੰ ਇਹ ਸੀ ਵੀ ਇਸ ਵਾਰ ਤਾਂ ਇਹ ਚਰਚਾ ਚੱਲਦੀ ਸੀ ਵੀ 67 ਤੋਂ ਬਾਅਦ 70 ਦੀਆਂ 70 ਤੇ ਆਪਾਂ ਆਵਾਂਗੇ, ਪਰ ਉਹ ਜਿਹੜਾ ਰਿਹਾ ਤੁਹਾਨੂੰ ਲੱਗਦਾ ਕਿ ਆਪਣੇ ਨੇ ਸੰਨ ਲਾਈ? ਦੁਨੀਆ ਦਾ ਮਤਲਬ ਵੱਡੇ ਮੈਂਡੇਟ ਜੇ ਕਦੀ ਇਲੈਕਟੋਰਲ ਪੋਲਿਟਿਕਸ ਦੀ ਹਿਸਟਰੀ ਵਿੱਚ ਗਿਣੇ ਜਾਣਗੇ ਤੇ ਉਹਦੇ 'ਚ 70 ਤੋਂ 67, 70 ਤੋਂ 62 ਗਿਣੇ ਜਾਣਗੇ। ਤੇ ਮਤਲਬ ਇਹਦੇ ਨਾਲ ਆਪਾਂ ਸੈਟਿਸਫਾਈ ਆ। ਕੋਸ਼ਿਸ਼ ਰਹੇਗੀ ਵੀ ਅਗਲੀ ਵਾਰੀ 70 ਤੋਂ 70 ਕਰੀਏ, ਪਰ 5 ਸਾਲਾਂ ਦੇ ਦੌਰਾਨ ਕਈ ਵਾਰੀ 2 ਵਾਰ ਸਰਕਾਰ ਰਹਿਣ ਤੋਂ ਬਾਅਦ ਐਂਟੀ ਇਨਕੰਬੈਂਸੀ ਵੀ ਹੁੰਦੀ ਹੈ, ਪਰ ਉਹ ਬਹੁਤ ਮਾਈਕਰੋ ਲੈਵਲ ਤੇ ਹੈ। ਤੇ ਮੈਨੂੰ ਲੱਗਦਾ ਅਗਲੇ 5 ਸਾਲ ਦੀ ਜੋ ਗਵਰਨੈਂਸ ਹੋਏਗੀ ਉਹਨੂੰ ਵੀ ਖਤਮ ਕਰ ਦੇਗੀ। ਆਪਾਂ ਦੁਬਾਰਾ ਪੰਜਾਬ ਵਾਲੇ ਪਾਸੇ ਆਉਂਦੇ ਹਾਂ। ਤੁਸੀਂ ਕਿਹਾ ਕਿ ਦਿੱਲੀ ਦੇ ਵਿੱਚ ਲੋਕਾਂ ਨੇ ਡਿਸਾਈਡ ਕੀਤਾ ਕਿ ਕਿਸ ਬੰਦੇ ਨੂੰ ਟਿਕਟ ਦੇਣੀ। ਮੈਨੂੰ ਯਾਦ ਹੈ ਕਿ 2017 ਦੀਆਂ ਇਲੈਕਸ਼ਨਾਂ ਵੇਲੇ ਜਦੋਂ ਇੱਥੇ ਬੰਦੇ ਡਿਸਾਈਡ ਹੋਣੇ ਸੀ ਵੀ ਕਿਹਨੂੰ ਆਪਾਂ ਟਿਕਟ ਦੇਣੀ ਹੈ, ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਕਿ ਜੀ ਇੱਕ ਕੋਠੀ ਹੈ, ਕੋਠੀ 'ਚ ਬੰਦੇ ਮਿਲਦੇ ਨੇ, ਬੰਦੇ ਕਈ ਕੁਛ ਲੈ ਵੀ ਲੈਂਦੇ ਨੇ, ਉਸ ਤੋਂ ਬਾਅਦ ਟਿਕਟ ਫਿਰ ਨਹੀਂ ਦਿੰਦੇ। ਇਹ ਤੁਹਾਡੇ ਬੰਦਿਆਂ 'ਤੇ ਇਲਜ਼ਾਮ ਲਾਏ, ਬਹੁਤ ਸਾਰੇ ਬੰਦਿਆਂ ਨੇ ਲਾਏ। ਉਸ ਤੋਂ ਬਾਅਦ ਇਹ ਵੀ ਸੁਣਨ 'ਚ ਆਇਆ ਕਿ ਵੀ ਬੰਦਾ ਪਹਿਲਾਂ ਕੱਲ੍ਹ ਪਰਸੋਂ ਤਾਂ ਕਿਸੇ ਹੋਰ ਪਾਰਟੀ 'ਚ ਹੁੰਦਾ, ਰਾਤੋਂ ਰਾਤ ਉਹ ਆਮ ਆਦਮੀ ਪਾਰਟੀ 'ਚ ਆ ਜਾਂਦਾ, ਫਿਰ ਉਹਨੂੰ ਟਿਕਟ ਵੀ ਮਿਲ ਗਈ। ਅਤੇ ਫਿਰ ਜਦੋਂ ਆਮ ਆਦਮੀ ਪਾਰਟੀ ਹਾਰ ਜਾਂਦੀ ਹੈ, ਉਸ ਤੋਂ ਪਹਿਲਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਆਉਂਦਾ, ਉਹ ਕੋਈ ਗੱਲ ਨਹੀਂ, ਟੈਨਸ਼ਨ ਨਾ ਲਓ, ਅੱਧੇ ਬੰਦੇ ਤੇ ਆਪਣੇ ਹੀ ਉਹਨਾਂ 'ਚ ਆ ਜਾਣੇ ਆ। ਹੋਇਆ ਵੀ ਇੱਦਾਂ, ਜਦੋਂ ਪਾਰਟੀ ਹਾਰ ਗਈ, ਬਹੁਤ ਸਾਰੇ ਬੰਦੇ ਉਹਨਾਂ ਨੇ ਮਿੰਟ ਨਹੀਂ ਲਾਇਆ, ਨਾਲੋਂ ਨਾਲ ਹੀ ਕਾਂਗਰਸ ਵਾਲੇ ਕਾਂਗਰਸ ਚਲੇ ਗਏ, ਅਕਾਲੀ ਦਲ ਵਾਲੇ ਅਕਾਲੀ ਦਲ ਚਲੇ ਗਏ। ਇਹ ਪਾਰਟੀ ਨੇ ਇਹ ਚੀਜ਼ ਮਹਿਸੂਸ ਕੀਤੀ ਵੀ ਸਾਡੇ ਨਾਲ ਉਦੋਂ ਆਹ ਸਕੀਮ ਵੀ ਖੇਡੀ ਬਾਕੀਆਂ ਨੇ। ਵੇਖੋ, ਇਹ ਓਪਨ ਗੱਲ ਹੈ, ਪੰਜਾਬ ਦੇ ਪੰਜਾਬੀਆਂ ਨੂੰ ਪਤਾ ਹੈ ਇਸ ਚੀਜ਼ ਨਾਲ ਸਹਿਮਤ ਹਾਂ। ਤੇ ਮੈਂ ਤੁਹਾਨੂੰ ਲੇਟੈਸਟ ਪ੍ਰਮਾਣ ਵੀ ਦਾਂਗਾ ਇਸ ਚੀਜ਼ ਦਾ ਇੱਕ। ਜੀ ਬਿਲਕੁਲ, ਬਹੁਤ ਥਾਵਾਂ ਤੇ ਕਾਂਗਰਸ ਤੇ ਅਕਾਲੀ ਦਲ ਬਾਦਲ ਨੇ ਮਿਲ ਕੇ ਇਲੈਕਸ਼ਨ ਲੜੀ ਜੀ। ਉਹਦੇ ਵਿੱਚੋਂ ਲੰਬੀ ਹਲਕਾ ਤੁਸੀਂ ਕਰ ਸਕਦੇ ਹੋ ਜਿੱਥੇ ਕੈਪਟਨ ਅਮਰਿੰਦਰ ਸਿੰਘ ਜੀ ਆਪ ਜਾ ਕੇ ਲੜੇ ਵੀ ਆਮ ਆਦਮੀ ਪਾਰਟੀ ਤੋਂ ਹਾਰਨੀ ਚਾਹੀਦੀ ਹੈ ਜੀ।
ਤੇ ਇਦਾਂ ਦਾ ਬਹੁਤ ਸਾਰੀ ਸੀਟਾਂ ਤੇ ਕੀਤਾ ਵੀ ਹੋਣਾ ਤੇ ਇਲਜ਼ਾਮ ਤੇ ਖੈਰ ਕੋਈ ਵੀ ਲਾ ਸਕਦਾ ਹੈ। ਦੂਜੀ ਸੀਟ ਦਾ ਵੀ ਸੀਗਾ ਜਿੱਥੇ ਮਾਨਸਾ ਪਹੁੰਚੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ। ਬਿਲਕੁਲ, ਤੇ ਇਦਾਂ ਦੀ ਬਹੁਤ ਸਾਰੀ ਸੀਟਾਂ ਨੇ ਜਿੱਥੇ ਇਹਨਾਂ ਨੇ ਆਪਸੀ ਸਮਝੌਤੇ ਦੇ ਤਹਿਤ ਬਈ ਆਮ ਆਦਮੀ ਪਾਰਟੀ ਵਾਲੇ ਨਹੀਂ ਜਿੱਤਣੇ ਚਾਹੀਦੇ, ਸਾਡੇ ਤੇ ਜੋ ਮਰਜ਼ੀ ਆ ਜੇ। ਅੱਛਾ, ਇਹਦੀ ਮੈਂ ਇੱਕ ਰੀਸੈਂਟ ਤੁਹਾਨੂੰ ਐਗਜ਼ਾਮਪਲ ਹੋਰ ਦੱਸਦਾ। ਦਿੱਲੀ ਵਿੱਚ ਜਿਸ ਹਲਕੇ ਤੋਂ ਮੈਂ ਬਿਲੋਂਗ ਕਰਦਾ, ਇਸ ਹਲਕੇ ਵਿੱਚ ਅਕਾਲੀ ਦਲ ਬਾਦਲ ਦਾ ਜੋ ਮੌਜੂਦਾ ਮੈਂਬਰ ਹੈ ਗੁਰਦੁਆਰਾ ਕਮੇਟੀ ਦਾ, ਉਸ ਪਾਰਟੀ ਨਾਲ ਸੰਬੰਧ ਰੱਖਦਾ ਹੈ, ਅਕਾਲੀ ਦਲ ਬੀਜੇਪੀ ਨਾਲ। ਇਹਨਾਂ ਨੂੰ ਕਿਉਂਕਿ ਮੇਰੇ ਅੱਗੇ ਸਿੱਖ ਕੈਂਡੀਡੇਟ ਖੜਾ ਕਰਨਾ ਸੀ, ਅਕਾਲੀ ਦਲ ਬਾਦਲ ਦੇ ਕੈਂਡੀਡੇਟ ਨੂੰ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਲੜਵਾਇਆ ਗਿਆ ਤੇ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਵਾਪਸ ਫਿਰ ਅਕਾਲੀ ਦਲ ਬਾਦਲ 'ਚ। ਤੇ ਇਹ ਤੇ ਓਪਨ ਮਤਲਬ ਖੁੱਲਮ ਖੁੱਲਾ ਸਰੇਆਮ ਇਹ ਚੱਲਦਾ ਹੈ ਕਿ ਜਦੋਂ ਇਹਨੂੰ ਲੱਗਦਾ ਵੀ ਅਸੀਂ ਹਾਰਨ ਵਾਲੇ ਆ ਤੇ ਹਰ ਉਹ ਹੀਲਾ ਵਸੀਲਾ ਉਪਰਾਲਾ ਕਰਦੇ ਨੇ ਬਈ ਆਹ ਨਹੀਂ ਜਿੱਤਣੇ ਚਾਹੀਦੇ, ਅਸੀਂ ਆ ਗਏ ਤਾਂ ਚਲੋ ਇੱਕੋ ਗੱਲ ਹੈ, ਚਿਹਰੇ ਮੂਰੇ ਬਦਲ ਜਾਣਗੇ ਪਰ ਸਾਡੇ ਕਾਰੋਬਾਰ ਚੱਲਦੇ ਰਹਿਣਗੇ ਏਦਾਂ ਹੀ। ਅੱਛਾ, ਇਹ ਗੱਲ ਤੁਹਾਨੂੰ ਪਤਾ ਲੱਗ ਗਈ ਤੇ ਹੁਣ ਇਹਨੂੰ ਅੱਗੇ ਗਾਂਹ ਚੀਜ਼ ਨਾ ਹੋਵੇ ਉਹਦੇ ਲਈ ਕੀ ਕਰ ਰਹੇ? ਕਿਉਂਕਿ ਪਿਛਲੀ ਵਾਰ ਨਾ ਬਹੁਤਾ ਰੌਲਾ ਇਹ ਪਿਆ ਸੀ, ਕਿਉਂਕਿ ਉਸ ਇਲੈਕਸ਼ਨ ਦੇ ਵਿੱਚ ਜਿਵੇਂ ਜਿਵੇਂ ਅਸੀਂ ਨਾਲ ਦੀ ਨਾਲ ਦੇਖਦੇ ਰਹੇ, ਬੜੀਆਂ ਥਾਵਾਂ ਤੇ ਜਿਹੜੇ ਲੋਅਰ ਲੈਵਲ ਦੇ ਉੱਪਰ ਵਿਚਾਰੇ ਵਲੰਟੀਅਰ ਕੰਮ ਕਰਦੇ ਸੀ, ਉਹਨਾਂ ਨੇ ਕਿਹਾ ਵੀ ਯਾਰ ਆਹ ਬੰਦਾ ਨੂੰ ਤੁਸੀਂ ਜਾਣਦੇ ਨਹੀਂ, ਇਹ ਕਿੱਥੋਂ ਲਿਆ ਕੇ ਸਾਡੇ ਤੋਂ ਹੀ ਬਣਾ ਦਿੱਤਾ ਵੀ ਇਹ ਕੈਂਡੀਡੇਟ ਆ ਤੁਹਾਡਾ। ਇਹਨਾਂ ਚੀਜ਼ਾਂ ਨੂੰ ਹੁਣ ਤੁਸੀਂ ਵੇਖ ਕੇ ਤੇ ਹੁਣ ਗਾਂਹ 2022 'ਚ ਨਾ ਹੋਣ, ਜਾਂ ਜਿਹੜੀ ਸਕੀਮ ਮੈਂ ਤੁਹਾਨੂੰ ਹੁਣੇ ਦੱਸੀ ਹੈ ਵੀ ਜੋ ਬਾਦਲ ਦਲ ਨੇ ਲਾਉਣੀ ਹੈ, ਜੋ ਕਾਂਗਰਸ ਨੇ ਲਾਉਣੀ ਹੈ, ਹੁਣ ਤਾਂ ਚਲੋ ਬੀਜੇਪੀ ਵੀ ਤਕੜੀ ਹੋ ਕੇ ਆ ਗਈ, ਇਹ ਤੁਹਾਡੇ ਨਾਲ ਸੀਪ ਦੁਬਾਰਾ ਨਾ ਲੱਗੇ, ਇਹਦੇ ਲਈ ਕੋਈ ਸੋਚਿਆ? ਦੇਖੋ, ਮੈਂ ਤੁਹਾਨੂੰ ਜੋ ਕਨਸੈਪਟ ਦੱਸਿਆ ਦਿੱਲੀ ਵਿੱਚ, ਚਲੋ ਗਵਰਨਮੈਂਟ ਦਾ ਤੇ ਗਵਰਨੈਂਸ ਦਾ ਇੱਕ ਮਾਡਲ ਹੈ ਹੀ ਹੈ, ਪੋਲੀਟਿਕਸ ਦਾ ਵੀ ਇੱਕ ਨਵੇਂ ਕਿਸਮ ਦੀ ਰਾਜਨੀਤੀ ਹੈ ਜਿਹਦੇ 'ਚ ਲੋਕਾਂ ਦਾ ਓਪੀਨੀਅਨ ਲਿਆ ਜਾਂਦਾ ਤੇ ਲੋਕ ਬੜੇ ਸਮਝਦਾਰ ਨੇ, ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ। ਤੇ ਜਦੋਂ ਲੋਕਾਂ ਵਿੱਚ ਜਾ ਕੇ ਚਰਚਾ ਹੋਣੀ ਨਾ ਬਈ ਇਸ ਕੈਂਡੀਡੇਟ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ, ਤੇ ਲੋਕਾਂ ਨੇ ਸਭ ਦੱਸ ਦੇਣਾ। ਉਹ ਓਪੀਨੀਅਨ ਕਦੀ ਝੂਠਾ ਫਿੱਕਾ ਨਹੀਂ ਪੈ ਸਕਦਾ। ਤੇ ਆਪਾਂ ਤੇ ਵੇਖ ਵੀ ਲਿਆ ਦਿੱਲੀ 'ਚ ਪਿਛਲੀ ਇਲੈਕਸ਼ਨ 'ਚ ਕਿ ਜਦੋਂ ਲੋਕਾਂ ਦੇ ਓਪੀਨੀਅਨ ਨਾਲ ਉਮੀਦਵਾਰ ਚੁਣਿਆ ਜਾਂਦਾ ਤੇ ਉਹਦੇ ਜਿੱਤਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ। ਚਲੋ, ਇਹ ਤਾਂ ਮੰਨਦੇ ਹੋ ਵੀ ਉਦੋਂ ਪਾਰਟੀ ਨੇ ਗਲਤੀ ਕਰ ਲਈ ਤੇ ਆਪਾਂ ਹੁਣ ਗਾਂਹ ਨਹੀਂ ਹੋਣ ਦਿਆਂਗੇ। ਮੈਂ ਬਿਲਕੁਲ ਤੁਹਾਨੂੰ ਕਹਿ ਬੈਠਾ ਜੀ, ਕਾਫੀ ਕੁਝ ਸਿੱਖਿਆ ਆਪਾਂ ਗੁਜ਼ਰੇ ਟਾਈਮ ਤੋਂ ਤੇ ਹੁਣ ਅਗਲੇ ਆਉਣ ਵਾਲੇ ਟਾਈਮ 'ਚ ਸੁਧਾਰ ਕਰਾਂਗੇ। ਅੱਛਾ, ਇਹ ਦੱਸੋ ਕਿ ਜਿਹੜੇ ਪੰਜਾਬੀਆਂ ਨੇ ਐਤਕੀ ਸਾਥ ਦਿੱਤਾ 2017 'ਚ, ਚਲੋ ਪਹਿਲੀ ਵਾਰ ਇੱਕ ਪਾਰਟੀ ਨੂੰ ਵਿਰੋਧੀ ਧਿਰ ਦੇ ਵਿੱਚ ਖੜਾ ਕੀਤਾ, 20 MLA ਜਿਤਾਏ, ਜਿਹੜੀ ਸੈਕੰਡ ਨੰਬਰ ਦੇ ਉੱਪਰ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਉਹਨਾਂ ਕੋਲੇ ਵਿਚਾਰਿਆਂ ਕੋਲੇ ਇੰਨੇ ਕੁ ਬੰਦੇ ਸੀਗੇ ਵੀ ਉਹ ਹੁਣ ਉੱਥੇ ਵਿਧਾਨ ਸਭਾ 'ਚ ਵੀ ਜਾਣੋਂ ਡਰਦੇ ਆ। ਪਰ ਫਿਰ ਐਸਾ ਕੀ ਵਾਪਰ ਗਿਆ ਵੀ ਉਹਦੇ 'ਚੋਂ ਅੱਧੇ ਬੰਦੇ ਫੇਰ ਟੁੱਟ ਗਏ? ਇਹ ਇੱਦਾਂ ਕਿਉਂ ਹੁੰਦਾ ਕਿ ਆਮ ਆਦਮੀ ਪਾਰਟੀ ਪਹਿਲਾਂ ਬਣਦੀ ਹੈ, ਜਦੋਂ ਲੋਕ ਜਿਤਾਉਂਦੇ ਨੇ, ਪਹਿਲਾਂ MP ਜਿਤਾਏ, ਉਹਦੇ 'ਚੋਂ ਅੱਧ ਨਿਕਲ ਗਿਆ, 4 'ਚੋਂ 2 ਪਾਸੇ ਜਾ ਵੜੇ, ਹੁਣ ਜਦੋਂ 20 ਜਿਤਾਏ ਉਹਨਾਂ 'ਚੋਂ ਫੇਰ ਉਹਨੇ ਕੀ ਆਸੇ-ਪਾਸੇ ਜਾ ਵੜੇ, ਇੱਦਾਂ ਕਿਉਂ? ਸੰਧਵਾਲੀ ਸਾਹਿਬ, ਇੱਦਾਂ ਦੀ ਹਜੇ ਤੱਕ ਮੈਨੂੰ ਲੱਗਦਾ ਕੋਈ ਮਸ਼ੀਨ ਨਹੀਂ ਬਣੀ ਜੋ ਚੈੱਕ ਕਰਕੇ ਦੱਸਦੇ ਵੀ ਆਉਣ ਵਾਲੇ ਟਾਈਮ 'ਚ ਇਸ ਬੰਦੇ ਦਾ ਕੀ ਬਿਹੇਵੀਅਰ ਰਹਿਣਾ, ਸਰਕਾਰ ਬਣਨ ਤੋਂ ਬਾਅਦ ਕੀ ਬਿਹੇਵੀਅਰ ਰਹਿਣਾ, ਤੇ ਜੇ ਸਰਕਾਰ ਨਾ ਬਣੀ ਤਾਂ ਕੀ ਬਿਹੇਵੀਅਰ ਰਹਿਣਾ। ਤੇ ਖੈਰ ਸਾਡੀ ਕੋਸ਼ਿਸ਼ ਰਹੇਗੀ ਵਧੀਆ ਬੰਦੇ ਜੋ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਜੋ ਪੰਜਾਬ ਦੀ ਭਲਾਈ ਚਾਹੁੰਦੇ ਨੇ, ਉਹ ਸਭ ਨੂੰ ਨਾਲ ਲੈ ਕੇ, ਕਿਉਂਕਿ ਸਭ ਦੀ ਸਾਂਝੀ ਲੜਾਈ ਹੈ, ਇਹ ਕਿਸੇ ਇੰਡੀਵਿਜੂਅਲ ਦੀ ਲੜਾਈ ਨਹੀਂ, ਕਿਸੇ ਇੱਕ ਬੰਦੇ ਨੂੰ ਕਿਸੇ ਇੱਕ ਅਹੁਦੇ ਤੇ ਪਹੁੰਚਾਉਣ ਦੀ ਲੜਾਈ ਨਹੀਂ, ਇਹ ਪੰਜਾਬ ਦੇ ਮਤਲਬ ਇੱਕ ਖੁਸ਼ਹਾਲ ਪੰਜਾਬ ਦੀ ਲੜਾਈ ਹੈ। ਤੇ ਸਾਰੇ ਬੰਦਿਆਂ ਨੂੰ ਪੰਜਾਬ ਦੇ ਬਾਰੇ ਸੋਚਣਾ ਚਾਹੀਦਾ। ਤੇ ਇਹ ਫੈਕਟ ਤੇ ਤੁਸੀਂ ਸਾਹਮਣੇ ਵੇਖ ਰਹੇ ਹੋ, ਜੇ ਸਾਰੇ ਇਕੱਠੇ ਹੋ ਜਾਈਏ ਤੇ ਬਦਲਾਅ ਹੁੰਦੇ ਫਿਰ ਟਾਈਮ ਨਹੀਂ ਲੱਗਦਾ। ਅੱਛਾ, ਆਪਾਂ ਹੁਣ ਇਕੱਲੇ ਬੰਦੇ ਦੀ ਚਰਚਾ ਕਰ ਲਈਏ। ਸੁਖਪਾਲ ਸਿੰਘ ਖਹਿਰਾ ਸਾਹਿਬ ਬਾਰੇ ਹੁਣ ਪਾਰਟੀ ਕੀ ਸੋਚਦੀ ਹੈ? ਵੇਖੋ ਜੀ, ਉਹ ਫਿਲਹਾਲ ਪਾਰਟੀ ਨੇ ਤਾਂ ਪੂਰੀ ਉਹਨਾਂ ਨੂੰ ਰਿਸਪੈਕਟ ਦਿੱਤੀ ਤੇ ਉਸ ਤੋਂ ਬਾਅਦ ਕੁਝ ਇੱਦਾਂ ਦਾ ਵਾਪਰਿਆ ਕਿ ਆਪਸੀ ਥੋੜੀ ਖਟਾਸ ਵੱਧ ਗਈ ਤੇ ਫਿਲਹਾਲ ਉਹ ਸਾਡੇ ਨਾਲ ਐਕਟਿਵ ਨਹੀਂ ਹੈਗੇ। ਨਹੀਂ, ਪਰ ਹੁਣ ਫਿਊਚਰ ਕਿਵੇਂ ਜਾਪਦਾ? ਕਿਉਂਕਿ ਜਦੋਂ ਉਹਨਾਂ ਨੂੰ ਉੱਥੋਂ ਹਟਾਇਆ ਗਿਆ ਸੀ, ਇਸੇ ਕੁਰਸੀ ਦੇ ਉੱਪਰ ਬੈਠੇ ਮੇਰੇ ਨਾਲ ਉਹਨਾਂ ਨੇ ਆਪਣੀ ਪੂਰੀ ਉਹ ਗੱਲ ਡਿਟੇਲ 'ਚ ਸਮਝਾਈ ਸੀ ਕਿ ਕਿਵੇਂ ਇੱਕ WhatsApp ਮੈਸੇਜ ਆਉਂਦਾ ਤੇ ਮੈਨੂੰ ਪਤਾ ਲੱਗਦਾ ਕਿ ਵੀ ਸਰਦਾਰ ਸੁਖਪਾਲ ਸਿੰਘ ਖਹਿਰਾ ਸਾਹਿਬ ਹੁਣ ਵਿਰੋਧੀ ਧਿਰ ਦੇ ਨੇਤਾ ਨਹੀਂ ਹੈਗੇ। ਇਹ ਉਹ ਤਰੀਕਾ ਕਹਿੰਦੇ ਸੀ ਵੀ ਠੀਕ ਨਹੀਂ, ਤੁਸੀਂ ਮੰਨਦੇ ਹੋ? ਮੈਨੂੰ ਲੱਗਦਾ ਕਿ ਥੋੜਾ ਪੇਸ਼ੈਂਸ ਰੱਖਣੀ ਚਾਹੀਦੀ ਹੈ ਬੰਦੇ ਨੂੰ, ਤੇ ਪੇਸ਼ੈਂਸ ਰੱਖ ਕੇ ਲੰਮੇ ਟਾਈਮ ਤੱਕ ਚੱਲਣਾ ਚਾਹੀਦਾ। ਕਈ ਵਾਰੀ ਇੱਦਾਂ ਹੁੰਦਾ ਵੀ ਪਰਿਵਾਰ 'ਚ ਵੀ ਇੱਦਾਂ ਹੁੰਦਾ, ਤੁਸੀਂ ਕਿਸੇ ਕੰਪਨੀ 'ਚ ਜੌਬ ਕਰਦੇ ਹੋ ਉੱਥੇ ਵੀ ਇੱਦਾਂ ਹੁੰਦਾ। ਰਾਜਨੀਤੀ ਅਤੇ ਪਾਰਟੀ ਬਹੁਤ ਵੱਡਾ ਪਰਿਵਾਰ ਹੈ ਕਿ ਤੁਹਾਡੀ ਐਕਸਪੈਕਟੇਸ਼ਨਸ ਮੀਟ ਨਹੀਂ ਹੋ ਪਾਉਂਦੀਆਂ, ਪਰ ਬੰਦੇ ਨੂੰ ਸਬਰ ਰੱਖਣਾ ਚਾਹੀਦਾ। ਤੇ ਮੈਂ ਤੇ ਫਿਰ ਕਹਿ ਰਿਹਾ ਕਿ ਇਹ ਲੜਾਈ ਕਿਸੇ ਦੀ ਪਰਸਨਲ ਇੱਕ ਬੰਦੇ ਦੀ ਲੜਾਈ ਨਹੀਂ, ਪੰਜਾਬ ਦੀ ਭਲਾਈ ਵਾਸਤੇ ਇੱਕ ਲੜਾਈ ਹੈ। ਇਹਨੂੰ ਮਤਲਬ ਪੇਸ਼ੈਂਸ ਰੱਖ ਕੇ ਲੜਨਾ ਪੈਣਾ ਸਭ ਨੂੰ। ਤੇ ਫੂਲਕਾ ਸਾਹਿਬ, ਕਿਉਂਕਿ ਉਹ ਵੀ ਸਿੱਖ ਹਲਕਿਆਂ 'ਚ ਬਹੁਤ ਸਤਿਕਾਰਤ ਨਾਮ ਸੀਗਾ ਤੇ ਉਹਨਾਂ ਨੇ ਆਪਣੇ ਹਲਕੇ 'ਚ ਵੀ ਕੰਮ ਕੀਤਾ ਐਜ਼ ਏ MLA। ਹਾਲਾਂਕਿ ਉਹਨਾਂ ਨੇ ਕਿਹਾ, ਉਹ ਵੀ ਇੱਥੇ ਮੇਰੇ ਕੋਲ ਆਈ ਸੀ, ਉਹਨਾਂ ਨੇ ਕਿਹਾ ਕਿ ਵੀ ਮੈਂ ਆਪਣਾ ਜੋ ਵੀ ਇੱਕ ਸੋਸ਼ਲ ਸਰਵਿਸ ਦਾ ਕੰਮ ਉਹ ਕਰਨਾ ਚਾਹੁੰਦਾ, ਪਲੱਸ ਜੇ ਕਿਉਂਕਿ 84 ਵਾਲੇ ਕੇਸਾਂ ਦਾ ਬਹੁਤ ਬੋਝ ਹੈ ਤੇ ਮੈਂ ਉਹ ਨਿਬੇੜਨੇ ਚਾਹੁੰਦਾ।
ਪਰ ਕਿਤੇ ਨਾ ਕਿਤੇ ਇੱਕ ਮਨ 'ਚ ਉਹਨਾਂ ਦੇ ਵੀ ਨਾਰਾਜ਼ਗੀ ਸੀ ਪਾਰਟੀ ਨਾਲ, ਉਹ ਕੀ ਕਾਰਨ ਰਿਹਾ? ਨਹੀਂ, ਫੁਲਕਾ ਸਾਹਿਬ ਤੇ ਵੇਖੋ ਕਿਸੇ ਤਰੀਕੇ ਵੀ ਹੁਣ ਰਾਜਨੀਤਿਕ ਤੌਰ ਤੇ ਸਰਗਰਮ ਨਹੀਂ ਹੈਗੇ, ਨਹੀਂ ਉਹ ਐਕਟਿਵ ਨਹੀਂ ਹੈਗੇ, ਪਰ ਉਦੋਂ ਜਦੋਂ ਪਾਰਟੀ ਆ ਜਾਵੇ ਸਰਕਾਰ 'ਚ ਆਪਾਂ ਵਿਰੋਧੀ ਧਿਰ 'ਚ ਬਹਿ ਗਏ, ਵਿਰੋਧੀ ਧਿਰ ਦੇ ਨੇਤਾ ਵੀ ਤੁਸੀਂ ਉਹਨਾਂ ਨੂੰ ਬਣਾਇਆ, ਫਿਰ ਉਹ ਅਚਾਨਕ ਪਿੱਛੇ ਚਲੇ ਜਾਂਦੇ, ਕੋਈ ਕੁਛ ਤਾਂ ਮਨ 'ਚ ਕੜੱਤਨ ਹੋਊਗੀ। ਨਹੀਂ, ਇਹਦਾ ਜਵਾਬ ਤੇ ਫੁਲਕਾ ਸਾਹਿਬ ਹੀ ਬਿਹਤਰ ਦੇ ਸਕਣਗੇ। ਪਰ ਫੁਲਕਾ ਸਾਹਿਬ ਦੀ ਜਿੱਥੇ ਤੱਕ ਗੱਲ ਕਰੀਏ ਤੇ ਉਹ 1984 ਕਤਲੇਆਮ ਦੇ ਜੋ ਪੀੜਤ ਨੇ ਉਹਨਾਂ ਵਾਸਤੇ ਕੰਮ ਕਰਦੇ ਰਹੇ ਨੇ, ਤੇ ਉਹਨਾਂ ਨੇ ਦੱਸ ਕੇ ਸਭ ਦੇ ਨਾਲ ਗੱਲ ਕਰਕੇ ਆਪਣਾ ਫੈਸਲਾ ਲਿਆ ਵੀ ਮੈਂ ਉੱਥੇ ਹੀ ਉਹਨਾਂ ਵਾਸਤੇ ਹੀ ਕੰਮ ਕਰਨਾ। ਤੇ ਸ਼ਾਇਦ ਪੋਲਿਟਿਕਸ ਵਿੱਚ ਉਹ ਆਏ, ਉਹਨਾਂ ਨੂੰ ਨਹੀਂ ਉਹਨਾਂ ਸੂਟੇਬਲ ਲਗਾਉਣ ਲੱਗਿਆ ਵੀ ਮੇਰਾ ਸੋਸ਼ਲ ਵਰਕ ਹੀ ਜ਼ਿਆਦਾ ਵਧੀਆ, ਤੇ ਜੇ ਉਹ ਕਿਸੇ ਹੋਰ ਪਾਰਟੀ 'ਚ ਗਏ ਹੁੰਦੇ ਫਿਰ ਆਪਾਂ ਕਹਿ ਸਕਦੇ ਸੀ, ਪਰ ਉਹ ਆਪਣੇ ਉਸੇ ਵਾਪਸ ਸੋਸ਼ਲ ਵਰਕ 'ਚ ਹੀ ਲੱਗੇ ਹੋਏ ਨੇ, ਤੇ ਉਹਨਾਂ ਦੀ ਉਹ ਗੱਲ ਨਾਲ ਆਪਾਂ ਸਹਿਮਤ ਰਹੇ। ਤੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਬਾਰੇ ਕੀ ਕਹਿੰਦੇ ਹੋ? ਮੈਂ ਫਿਰ ਬੜੀ ਚਰਚਾ ਸੀ ਵੀ ਸ਼ਾਇਦ ਉਹ ਵਾਪਸ ਆ ਜਾਣ। ਮੈਂ ਤੇ ਗੁਰਪ੍ਰੀਤ ਭਾਜੀ ਤੁਹਾਡੇ ਚੈਨਲ ਰਾਹੀਂ ਇਸ ਐਪੀਸੋਡ ਦੇ ਰਾਹੀਂ ਸਭ ਨੂੰ ਫਿਰ ਬੇਨਤੀ ਕਰਦਾ ਕਿ ਜੋ ਬੰਦਾ ਵੀ ਪੰਜਾਬ ਦੀ ਭਲਾਈ ਵਾਸਤੇ ਆਉਣਾ ਚਾਹੁੰਦਾ, ਆਪਾਂ ਸਭ ਦਾ ਖੁੱਲੇ ਦਿਲ ਨਾਲ ਸਵਾਗਤ ਕਰਦੇ ਹਾਂ। ਅੱਛਾ ਜੀ, ਤੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਗੱਲ ਵੀ ਕਰ ਲਈਏ, ਕਿਉਂਕਿ ਉਹਨਾਂ ਦੇ ਨਾਲ ਮੈਨੂੰ ਐ ਸੀ ਵੀ ਪਿਛਲੇ ਸਮੇਂ 'ਚ ਤਾਂ ਕੰਮ ਬਿਲਕੁਲ ਫਿੱਟ ਹੋ ਗਿਆ ਸੀ। ਇਹ ਵੀ ਰਿਪੋਰਟਾਂ ਆਈਆਂ ਸੀ ਵੀ ਸੰਜੇ ਸਿੰਘ ਹੋਰਾਂ ਦੀ ਡਿਊਟੀ ਵੀ ਲਾਈ ਤੁਸੀਂ ਨੇਰੇ ਸਵੇਰੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਗਏ ਉਹਨਾਂ ਨੂੰ, ਪਰ ਫਿਰ ਗੱਲ ਬਣੀ ਕਿਉਂ ਨਹੀਂ? ਵੇਖੋ, ਮੈਨੂੰ ਲੱਗਦਾ ਥੋੜਾ ਸਾਨੂੰ ਵੇਟ ਕਰਨਾ ਚਾਹੀਦਾ। ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਉਦਾਸੀ ਜਾਓ, ਹੁਣ ਫਿਰ ਵੇਟ ਹੁਣ ਕਾਹਦੀ ਕਰਨੇ, ਕੁਛ ਨਾ ਕੁਛ ਕਹਿ ਜਾਓ, ਛੇਤੀ ਆ ਰਹੇ। ਬਹੁਤ ਸਾਰੇ ਲੋਕਾਂ ਨਾਲ ਪਾਰਟੀ ਦੀ ਗੱਲਬਾਤ ਹੁੰਦੀ ਰਹਿੰਦੀ ਹੈ ਜੀ। ਮੈਨੂੰ ਲੱਗਦਾ ਸਹੀ ਸਮੇਂ ਦਾ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈ। ਤੇ ਵੈਸੇ ਪੋਲੀਟੀਸ਼ੀਅਨ ਹੋ ਗਏ ਤੁਸੀਂ, ਭਾਵੇਂ ਸਾਲ ਥੋੜੀ ਹੋਏ ਆ। ਨਹੀਂ, ਮੈਂ ਤੇ ਆਪਣੀ ਬੜੀ ਸਪਸ਼ਟ ਤਰੀਕੇ ਨਾਲ ਗੱਲ ਦੱਸਦਾ ਸੰਧਾਵਾਲੀਆ ਸਾਹਿਬ ਕਿ ਕਈ ਵਾਰੀ ਚੀਜ਼ਾਂ ਨੂੰ ਮੈਚੁਰ ਹੁੰਦੇ ਟਾਈਮ ਲੱਗਦਾ ਹੈ। ਚਲੋ, ਮਤਲਬ ਉਧਰ ਗੱਲ ਚੱਲਦੀ ਹੈ। ਲਓ ਜੀ, ਛੋਟੇਪੁਰ ਸਾਹਿਬ ਦੇ ਜਿਹੜੇ ਫੈਨ ਨੇ ਉਹ ਥੋੜਾ ਜਿਹਾ ਵੇਟ ਕਰ ਲੈਣ, ਜਿੱਦਾਂ ਕਿ ਸਰਦਾਰ ਜਰਨੈਲ ਸਿੰਘ ਹੋਰਾਂ ਕਹਿਤਾ। ਅੱਛਾ, ਅੰਮ੍ਰਿਤਸਰ ਵੱਲ ਨੂੰ ਗਏ ਆ ਤਾਂ ਉਧਰ ਇੱਕ ਸਰਦਾਰ ਨਵਜੋਤ ਸਿੰਘ ਸਿੱਧੂ ਹੋਰੀ ਵੀ ਹੈਗੇ ਆ, ਉਹਨਾਂ ਨਾਲ ਕੋਈ ਮੁਲਾਕਾਤ, ਕਦੀ ਪਾਰਟੀ ਦਾ ਕੋਈ ਕਨੈਕਸ਼ਨ, ਕੋਈ ਗੱਲਬਾਤ? ਨਹੀਂ ਸੰਧਾਵਾਲੀਆ ਸਾਹਿਬ, ਮੀਡੀਆ ਵਿੱਚ ਆਪਾਂ ਜ਼ਰੂਰ ਸੁਣਦੇ ਰਹੇ ਹਾਂ ਕਿ ਸਿੱਧੂ ਸਾਹਿਬ ਦੀ ਆਮ ਆਦਮੀ ਪਾਰਟੀ ਨਾਲ ਗੱਲਬਾਤ ਹੋਈ, ਸਿੱਧੂ ਸਾਹਿਬ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ। ਫਿਰ ਥੋੜੇ ਦਿਨ ਬਾਅਦ ਸੁਣਦੇ ਆ ਵੀ ਸਿੱਧੂ ਸਾਹਿਬ ਸ਼ਾਇਦ ਬੀਜੇਪੀ ਚਲੇ ਜਾਣ, ਉਹਨਾਂ ਦੀ ਵਾਈਫ ਨੇ ਕੋਈ ਟਵੀਟ ਕਰ ਦਿੱਤਾ। ਪਰ ਹਜੇ ਤੱਕ ਨਵਜੋਤ ਸਿੰਘ ਸਿੱਧੂ ਜੀ ਵੱਲੋਂ ਕੋਈ ਮੈਂ ਉਹਨਾਂ ਦੇ ਮੂੰਹ ਚੋਂ ਗੱਲ ਨਹੀਂ ਸੁਣੀ ਇਦਾਂ ਦੀ। ਤੇ ਜਿਸ ਬੰਦੇ ਦੇ ਬਾਰੇ ਗੱਲ ਹੋ ਰਹੀ ਹੈ, ਜਦ ਤੱਕ ਉਹ ਆਪ ਨਾ ਆ ਕੇ ਕੁਝ ਕਲੈਰੀਫਾਈ ਕਰੇ ਤੇ ਕੁਝ ਕਿਹਾ ਨਹੀਂ ਜਾ ਸਕਦਾ। ਪਰ ਬਰੋਡਲੀ ਜੇ ਗੱਲ ਕਰੀਏ ਤੇ ਆਪਾਂ ਸਭ ਦਾ ਜੋ ਵੀ ਪੰਜਾਬ ਦੇ ਨਾਲ ਕਨੈਕਸ਼ਨ ਰੱਖਦਾ, ਜਿਹਦਾ ਪੰਜਾਬ 'ਚ ਲੋਕੀ ਜਿਹਨੂੰ ਪਸੰਦ ਕਰਦੇ ਨੇ ਤੇ ਜੋ ਪੰਜਾਬ ਦੀ ਸੇਵਾ ਕਰਨਾ ਚਾਹੁੰਦਾ, ਆਪਾਂ ਸਭ ਨੂੰ ਅਪੀਲ ਕਰਦੇ ਹਾਂ ਵੀ ਨਾਲ ਆਓ। ਇਹ ਬਸ ਸਿੱਧੂ ਸਾਹਿਬ ਦੀ ਮੈਨੂੰ ਯਾਦ ਆਉਂਦੀ ਗੱਲ, ਸਿੱਧੂ ਸਾਹਿਬ ਵੀ ਇੱਥੇ ਆਏ ਸੀ ਸਟੂਡੀਓ, ਇਹ ਗੱਲ ਮੈਂ ਉਦੋਂ ਵੀ ਉਹਨਾਂ ਨਾਲ ਕੀਤੀ ਸੀ। ਉਹਨਾਂ ਦਾ ਇੱਕ ਗਿਲਾ ਸੀ, ਉਹ ਕਹਿੰਦੇ ਕਿ ਵੀ ਗੱਲ ਉਦੋਂ ਨੇਪਰੇ ਚੜ੍ਹ ਚੱਲੀ ਸੀ, ਅਰਵਿੰਦ ਕੇਜਰੀਵਾਲ ਹੋਰਾਂ ਨਾਲ ਮੁਲਾਕਾਤ ਵੀ ਹੋਈ, ਪਰ ਉਦੋਂ ਸ਼ਾਇਦ ਕੇਜਰੀਵਾਲ ਸਾਹਿਬ ਖੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਪੰਜਾਬ 'ਚ। ਇਹ ਗੱਲ ਸਿੱਧੂ ਸਾਹਿਬ ਨੇ ਕਿ ਮੈਂ ਤੁਹਾਨੂੰ ਦੱਸਦਾ ਇਸ ਪ੍ਰੋਗਰਾਮ 'ਚ ਕਹੀ, ਅਜੇ ਵੀ ਪਈ ਹੋਣੀ YouTube ਤੇ, ਤੁਸੀਂ ਦੇਖ ਲਿਓ, ਸੁਣ ਲਿਓ। ਨਹੀਂ, ਮੈਂ ਇਸ ਗੱਲ ਨਾਲ ਇਤਫਾਕ ਨਹੀਂ ਰੱਖਦਾ। CM ਸਾਹਿਬ ਦਿੱਲੀ ਦੀ ਸਰਕਾਰ ਬਹੁਤ ਵਧੀਆ ਚਲਾ ਰਹੇ ਨੇ ਤੇ ਪੰਜਾਬ 'ਚ ਆਉਣ ਦਾ ਨਹੀਂ, ਏਦਾਂ ਦਾ ਕੋਈ ਉਸ ਟਾਈਮ ਵੀ ਵਿਚਾਰ ਨਹੀਂ ਸੀ। ਹਾਂ, ਕਿਸੇ ਸਪੀਚ ਵਿੱਚ ਸਾਡੇ ਕਿਸੇ ਲੀਡਰ ਨੇ ਕਹਿ ਦਿੱਤਾ ਸੀ ਕਿ ਤੁਸੀਂ ਸਮਝੋ ਕੇਜਰੀਵਾਲ ਜੀ ਦੀ ਹੀ ਸਰਕਾਰ ਬਣ ਰਹੀ ਹੈ, ਪਰ ਉਹਦਾ ਗਲਤ ਮਤਲਬ ਕੱਢ ਲਿਆ ਗਿਆ। ਨਹੀਂ, ਪਰ ਸਿਸੋਦੀਆ ਸਾਹਿਬ ਨੇ ਕਿਹਾ ਸੀ, ਕਿਸੇ ਲੀਡਰ ਨੇ ਥੋੜਾ ਕਿਹਾ ਸੀ। ਹੁਣ 2 ਨੰਬਰ ਦੇ ਲੀਡਰ ਨੇ, ਬਿਲਕੁਲ ਪੰਜਾਬੀਆਂ ਦਾ ਸਵਾਲ ਹੋਵੇ ਕਿ ਮੁੱਖ ਮੰਤਰੀ ਕੌਣ, ਤੇ ਉਹ ਕਹਿ ਦੇਣ ਵੀ ਯਾਰ ਤੁਸੀਂ ਸਮਝ ਲਓ ਵੀ ਕੇਜਰੀਵਾਲ ਹੀ ਮੁੱਖ ਮੰਤਰੀ। ਹਾਂ, ਬਿਲਕੁਲ ਸਮਝ ਲਓ ਕਿਹਾ, ਤੇ ਉਸ ਸਮਝ ਲਓ ਨੂੰ ਬਿਲਕੁਲ ਇਸ ਤਰੀਕੇ ਨਾਲ ਚਿਪਕਾ ਦਿੱਤਾ ਗਿਆ ਵੀ ਵੇਖੋ ਇਹ ਤੇ ਹੁਣ ਪੰਜਾਬ ਦੇ ਲੋਕਾਂ ਦੀ ਫਿਰ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ। ਪਰ ਇਦਾਂ ਦਾ ਕੁਝ ਸੀਗਾ ਨਹੀਂ। ਪੰਜਾਬ ਵਿੱਚ ਜੋ ਵੀ CM ਬਣੇਗਾ ਉਹ ਮਤਲਬ ਸਭ ਦਾ ਸਾਂਝਾ ਹੋਏਗਾ, ਪੰਜਾਬ ਤੋਂ ਹੋਏਗਾ। ਇਹਦਾ ਮਤਲਬ ਸਿੱਧੂ ਸਾਹਿਬ ਨਾਲ ਵੀ ਅਜੇ ਕੋਈ ਗੱਲਬਾਤ ਚੱਲ ਨਹੀਂ ਰਹੀ? ਨਹੀਂ, ਇਦਾਂ ਦੀ ਕੋਈ। ਇਹਦਾ ਮਤਲਬ ਮੀਡੀਆ ਵੀ ਨਾ ਅੰਦਾਜ਼ੇ ਲਾਵੇ, ਲੋਕ ਵੀ ਨਾ ਲਾਉਣ? ਹਾਂ, ਪਰ ਮੀਡੀਆ ਵਾਲੇ ਤੁਹਾਨੂੰ ਵੀ ਦੱਸਦਾ ਕਿ ਪਤਾ ਨਹੀਂ ਕਿੱਥੋਂ ਖਬਰ ਆਉਂਦੀ ਹੈ ਤੇ ਜਵਾਬ ਸਾਨੂੰ ਦੇਣੇ ਪੈਂਦੇ ਆ। ਅੱਛਾ, ਆਪਾਂ ਮਾਨ ਸਾਹਿਬ ਤੇ ਆਈਏ। ਭਗਵੰਤ ਮਾਨ ਹੋਰੀ ਐਤਕੀ ਇਕਲੌਤੇ MP ਨੇ ਪਾਰਟੀ ਵੱਲੋਂ, ਜਿੰਨਾ ਕੁ ਉਹਨਾਂ ਨੇ ਕੰਮ ਆਪਣੇ ਖੇਤਰ 'ਚ ਕੀਤਾ, ਜਿੱਦਾਂ ਤੁਸੀਂ ਕਿਹਾ ਕਿ ਦਿੱਲੀ 'ਚ ਅਸੀਂ ਕੀਤਾ ਸੀ, ਲੋਕਾਂ ਨੇ ਸਾਡਾ ਸਾਥ ਦਿੱਤਾ, ਉਸ ਐਗਜ਼ਾਮਪਲ ਨੂੰ ਤੁਸੀਂ ਉਧਰ ਵੀ ਕੋਟ ਕਰਦੇ ਹੋ, ਤੇ ਜਾਂ ਉਸ ਐਗਜ਼ਾਮਪਲ ਤੋਂ ਤੁਹਾਨੂੰ ਹੌਸਲਾ ਮਿਲਦਾ ਕਿ ਯਾਰ ਵਾਕਿਆ ਜੇ ਸਾਡੇ ਇੱਕ MP ਨੇ ਕੰਮ ਕੀਤਾ ਤੇ ਲੋਕਾਂ ਨੇ ਸਾਥ ਦਿੱਤਾ? ਜੀ ਬਿਲਕੁਲ, ਕੰਮ ਤੇ ਇਦਾਂ ਦੀ ਚੀਜ਼ ਹੈ ਜਿਹਨੂੰ ਕਦੇ ਵੀ ਮਤਲਬ ਇੱਕ ਅਸਲ ਚਾਬੀ ਹੈ, ਜਿਹਨੂੰ ਕਦੀ ਕੋਈ ਰਿਜੈਕਟ ਨਹੀਂ ਕਰ ਸਕਦਾ। ਜੇ ਤੁਸੀਂ ਕੰਮ ਕੀਤਾ, ਜੇ ਤੁਸੀਂ ਲੋਕਾਂ ਦੇ ਦੁੱਖ ਸੁੱਖ ਵੇਲੇ ਉਹਨਾਂ ਦੇ ਨਾਲ ਜਾ ਕੇ ਖੜੇ ਹੋ, ਤੇ ਲੋਕਾਂ ਦੀ ਆਸ ਹੁੰਦੀ ਹੈ ਬਈ ਸਾਡਾ ਚੁਣਿਆ ਹੋਇਆ ਜਨ ਪ੍ਰਤੀਨਿਧੀ ਸਾਡੇ ਸਾਥ ਦਵੇ ਸਾਡਾ ਹਰ ਮੌਕੇ, ਤੇ ਉਹਦਾ ਲੋਕਾਂ ਨੇ ਸਤਿਕਾਰ ਕੀਤਾ। ਬਿਲਕੁਲ ਸਹੀ। ਉਦੋਂ ਆਸ ਸੀਗੀ ਤੁਹਾਨੂੰ ਕਿ ਵੀ ਮਾਨ ਹੋਣੀ ਜਿੱਤ ਜਾਣਗੇ? ਬਿਲਕੁਲ ਸੀਗੀ, ਉਹਨਾਂ ਦਾ ਕੰਮ ਦਿਸਦਾ ਸੀ ਤੇ
ਬਿਲਕੁਲ ਜਿੱਥੇ ਤੁਸੀਂ ਕਹਿ ਸਕਦੇ ਹੋ ਵੀ 13 ਵਿੱਚੋਂ ਮਾਨ ਸਾਹਿਬ ਜਿੱਤੇ ਨੇ ਜੀ ਜੀ ਤੇ ਇੱਕ ਐਵੇਂ ਦੀ ਲਹਿਰ ਵਿੱਚ ਜਿੱਤੇ ਨੇ ਜਿੱਥੇ ਮਤਲਬ ਬਾਕੀ ਪਾਰਟੀਆਂ ਸਾਫ਼ ਹੋ ਗਈਆਂ ਤੇ ਉਹਨਾਂ ਦੇ ਕੰਮ ਆਇਆ। ਬਿਲਕੁਲ ਸਹੀ। ਅੱਛਾ, ਆਪਾਂ ਹੁਣ ਜਿਹੜੀ ਤੁਹਾਡੇ ਕਹਿ ਲਓ ਕਿ ਬਾਕੀ ਦੀ ਪਾਰਟੀ ਹੈ ਉਹਦੀ ਗੱਲ ਕਰੀਏ, ਇੱਕ ਗਿਲਾ ਇਤਰਾਜ਼ ਲੋਕਾਂ ਦਾ ਸ਼ਿਕਵਾ ਇਹ ਰਹਿੰਦਾ ਕਿ ਵੀ ਆਮ ਆਦਮੀ ਪਾਰਟੀ ਦਾ ਸੰਗਠਨ ਪੂਰੇ ਪੰਜਾਬ 'ਚ ਨਜ਼ਰ ਨਹੀਂ ਆਉਂਦਾ। ਹੁਣ ਅੱਜ ਹੀ ਮੰਨ ਲਓ ਵੀ ਤੁਸੀਂ ਇਹ ਪਲਾਨ ਕਰ ਲਓ ਵੀ ਆਪਾਂ ਪਰਸੋਂ ਧਰਨਾ ਦੇਣਾ, ਕਿਤੇ ਵੀ ਦੇਣਾ, ਅਕਾਲੀ ਦਲ ਕਹੇ ਤਾਂ ਉਹ ਭਾਵੇਂ ਜਿੱਥੋਂ ਮਰਜ਼ੀ ਬੰਦੇ ਲੈ ਆਉਣ, ਉਹਨਾਂ ਕੋਲੇ ਇੰਨੇ ਕੁ ਬੰਦੇ ਹੁੰਦੇ ਵੀ ਬੰਦੇ ਨੂੰ ਲੱਗਦਾ ਵੀ ਯਾਰ ਕਮਾਲ ਹੋਈ ਪਈ, ਅਕਾਲੀ ਦਲ ਹਾਲਾਂਕਿ ਵਿਰੋਧੀ ਧਿਰ 'ਚ ਵੀ ਹੈ ਨਹੀਂ। ਕਾਂਗਰਸ ਚਾਹੇ ਤੇ ਉਹ ਸਵੇਰੇ ਭਾਵੇਂ ਜਿਹੜੀ ਮਰਜ਼ੀ ਰੈਲੀ ਕਰ ਲੈਣ, ਪਰ ਆਮ ਆਦਮੀ ਪਾਰਟੀ ਜਦੋਂ ਕਿਤੇ ਧਰਨਾ ਪ੍ਰਦਰਸ਼ਨ ਵੀ ਕਰਨਾ ਹੁੰਦਾ ਉਹ ਵਿਚਾਰੇ 5 ਬੰਦੇ ਚੌਂਕ 'ਚ ਜਾ ਕੇ ਖੜ ਜਾਂਦੇ ਆ। ਇਸ ਚੀਜ਼ ਤੇ ਤੁਹਾਨੂੰ ਕਦੀ ਲੱਗਦਾ ਨਹੀਂ ਕਿ ਆਪਾਂ ਨੂੰ ਬੂਥ ਲੈਵਲ ਤੱਕ ਅਜੇ ਪਹੁੰਚਣ ਦੀ ਲੋੜ ਹੈ? ਸਮਾਂ ਤਾਂ ਰਿਹਾ ਹੀ ਨਹੀਂ। ਗੁਰਪ੍ਰੀਤ ਭਾਜੀ, ਮੈਂ ਤੁਹਾਨੂੰ ਦੱਸ ਦਿੰਦਾ ਕਿ ਆਮ ਆਦਮੀ ਪਾਰਟੀ ਹੁਣ ਜਿੱਦਾਂ ਹੀ ਇਹ ਪਾਬੰਦੀਆਂ ਹਟਦੀਆਂ, ਤੁਸੀਂ ਆਪ ਵੇਖ ਸਕੋਗੇ ਅਜੇ ਤੇ ਤੁਸੀਂ ਕਿਤੇ ਬੰਦੇ ਵੀ ਇਕੱਠੇ ਕਰੋ ਤੇ ਪਰਚੇ ਉੱਤੇ ਹੋ ਜਾਂਦੇ ਨੇ ਜੀ ਜੀ। ਤੇ ਜਿੱਦਾਂ ਹੀ ਪਾਬੰਦੀਆਂ ਹਟਦੀਆਂ ਤੇ ਤੁਸੀਂ ਆਮ ਆਦਮੀ ਪਾਰਟੀ ਨੂੰ ਪਹਿਲੇ ਨੰਬਰ ਤੇ ਵੇਖ ਸਕੋਗੇ। ਮੈਂ ਪਹਿਲਾਂ ਵੀ ਦੱਸ ਦਿੱਤਾ ਕਿ ਆਪਾਂ ਬੂਥ ਪੱਧਰ ਦੇ ਪਿਛਲੇ 6 ਮਹੀਨੇ ਤੋਂ ਕੰਮ ਕਰ ਰਹੇ ਹਾਂ ਤੇ ਆਲਮੋਸਟ ਸਾਡਾ ਪੂਰਾ ਪੰਜਾਬ ਦੇ 15,000 ਪਿੰਡਾਂ ਦਾ ਅਰਬਨ ਏਰੀਆਜ਼ ਦਾ ਸਾਰਾ ਸੰਗਠਨ ਤਿਆਰ ਹੈ ਜੀ। ਤੇ ਅੱਜ ਹੀ ਆਪਾਂ ਇੱਕ ਨਵੀਂ ਕੈਂਪੇਨ ਸ਼ੁਰੂ ਕੀਤੀ ਹੈ। ਜਿੱਦਾਂ ਤੁਹਾਨੂੰ ਪਤਾ ਹੈ ਕਰੋਨਾ ਦੀ ਮਹਾਮਾਰੀ ਦਾ ਸਾਰੇ ਪਾਸੇ ਪ੍ਰਕੋਪ ਆ ਤੇ ਪੰਜਾਬ ਸਰਕਾਰ ਕਰੋਨਾ ਨੂੰ ਠੱਲ ਪਾਉਣ ਵਿੱਚ ਬਿਲਕੁਲ ਫੇਲੀਅਰ ਰਹੀ। ਆਪਾਂ ਦਿੱਲੀ ਵਿੱਚ ਇਹ ਵੇਖਿਆ ਵੀ ਜੇ ਬੰਦੇ ਦਾ ਕਰੋਨਾ 'ਚ ਕੀ ਹੁੰਦਾ ਵੀ ਆਕਸੀਜਨ ਦਾ ਲੈਵਲ ਇੱਕਦਮ ਡ੍ਰੌਪ ਕਰਨ ਲੱਗ ਪੈਂਦਾ। ਜੇ ਉਸ ਟਾਈਮ ਤੇ ਉਹਨੂੰ ਟ੍ਰੀਟਮੈਂਟ ਨਾ ਮਿਲੇ ਤੇ ਉਹਦੀ ਡੈਥ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਜੀ। ਅੱਜ ਆਪਾਂ ਇੱਕ ਕੈਂਪੇਨ ਲਾਂਚ ਕੀਤੀ ਕਿ ਪੰਜਾਬ ਦੇ ਹਰ ਪਿੰਡ ਵਿੱਚ ਆਪਾਂ ਆਕਸੀਜਨ ਜੈਂਪ ਦਾ ਉਹਦਾ ਚੈੱਕ ਕਰਨ ਦਾ ਆਕਸੀਜਨ ਲੈਵਲ ਆਪਾਂ ਪ੍ਰਬੰਧ ਕੀਤਾ ਜੀ। ਤੇ ਤੁਸੀਂ ਵੇਖੋਗੇ ਅਗਲੇ 2-3 ਦਿਨਾਂ ਵਿੱਚ ਹੀ ਪੰਜਾਬ ਦੇ ਹਰ ਪਿੰਡ ਵਿੱਚ ਉਹ ਬੰਦੇ ਹੋਣਗੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਕੋਲ ਆਕਸੀਮੀਟਰ ਹੋਣਗੇ ਤੇ ਲੋੜ ਪੈਣ ਤੇ ਉਹ ਘਰ ਜਾ ਕੇ ਉਸ ਘਰ ਵਿੱਚ ਆਕਸੀਮੀਟਰ ਭੇਜ ਕੇ ਲੋਕਾਂ ਦੀ ਉਹ ਸੇਵਾ ਵੀ ਕਰ ਸਕਣਗੇ। ਕਿਸੇ ਬੂਥ ਵਿੱਚ 2-2 ਪਿੰਡ ਆਉਂਦੇ ਹੈ, ਕਿੱਥੇ 2-3 ਪਿੰਡਾਂ ਦਾ ਇੱਕ ਬੂਥ ਹੁੰਦਾ ਤੇ ਮਤਲਬ ਜਿੰਨਾ ਮਾਈਕਰੋ ਲੈਵਲ ਤੇ ਹੋ ਸਕਦਾ ਉੱਥੇ ਟੀਮਸ ਬਣ ਚੁੱਕੀਆਂ ਨੇ। ਤੇ ਆਮ ਆਦਮੀ ਪਾਰਟੀ ਨੂੰ ਮੈਂ ਤੇ ਤਾਂ ਕਹਿਣਾ ਵੀ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਜੀ। ਸਭ ਨੂੰ ਪਤਾ ਇੱਥੋਂ ਕੁਝ ਮਿਲਦਾ ਨਹੀਂ, ਪਰ ਸੋਚ ਵੱਡੀ ਹੈ ਬਈ ਇੱਥੋਂ ਜੋ ਮਿਲਦਾ ਉਹ ਕਿਤੇ ਹੋਰ ਮਿਲਦਾ ਵੀ ਨਹੀਂ। ਇੱਥੇ ਸਰਕਾਰੀ ਵਧੀਆ ਸਕੂਲ ਮਿਲਦੇ ਨੇ, ਇੱਥੇ ਮੁਹੱਲਾ ਕਲੀਨਿਕ ਮਿਲਦੇ ਨੇ, ਇੱਥੇ ਸਾਡੀ ਸੁਣੀ ਜਾਂਦੀ ਹੈ। ਇਸ ਆਸ ਨਾਲ ਪੰਜਾਬ ਦੇ ਲੋਕ ਲੱਗੇ ਹੋਏ ਨੇ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਅੱਜ ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਹੋਵੇ, ਇਹਨਾਂ ਸਭ ਤੋਂ ਮਜ਼ਬੂਤ ਸਿਚੁਏਸ਼ਨ ਵਿੱਚ ਆਮ ਆਦਮੀ ਪਾਰਟੀ ਹੈਗੀ। ਜੇ ਤੁਸੀਂ ਦਾਅਵਾ ਕਰ ਰਹੇ ਹੋ, ਜੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਸੁਣ ਲਈ, ਉਹ ਕਹਿੰਦੇ ਬਸ ਆਮ ਆਦਮੀ ਪਾਰਟੀ ਵਾਲੇ ਤਾਂ ਗਏ, ਹੁਣ ਤਾਂ ਅਕਾਲੀ ਦਲ ਹੀ ਹੈ। ਉਹ ਤਾਂ ਜੇ ਕੱਲ੍ਹ ਪਰਸੋਂ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਕਹਿੰਦੇ ਸੀ, ਕਹਿੰਦੇ ਯਾਰ ਜੇ ਨਹੀਂ ਚੱਲਦੀ ਸਾਨੂੰ ਦੇ ਦਿਓ, ਐਂ ਚਲਾ ਦੇਣੇ ਸਰਕਾਰ। ਹੁਣ ਇਹੋ ਜਿਹੇ ਦਾਅਵੇ ਹੀ ਹੈ, ਹੁਣ ਤੁਸੀਂ ਵੀ ਕਰਤਾ। ਇਹੋ ਜਿਹੇ ਦਾਅਵੇ ਜਿਹਦਾ ਕੋਈ ਵਜੂਦ ਨਾ ਹੋਵੇ ਬਈ ਉਹਨਾਂ ਦੇ ਕਹਿਣ ਨਾਲ ਨਾ ਤੇ ਕੈਪਟਨ ਸਾਹਿਬ ਨੇ ਉਹਨੂੰ ਚਾਬੀ ਫੜਾ ਦੇਣੀ ਹੈ ਆ ਤੇ ਲੋਕਾਂ ਨੇ ਫੈਸਲਾ ਕਰਨਾ ਜੀ। ਤੇ ਲੋਕਾਂ ਦਾ ਫੈਸਲਾ ਆਇਆ ਸੀ ਬਈ ਇਹ 100 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਪਾਰਟੀ ਤੀਜੇ ਨੰਬਰ ਤੇ ਰਹੇ। ਅੱਛਾ, ਇੱਕ ਗੱਲ ਦੱਸੋ, ਜਿਹੜੇ ਪੰਜਾਬ ਦੇ ਮੁੱਦੇ ਨੇ ਤੁਸੀਂ ਸਟਾਰਟਿੰਗ 'ਚ ਵੀ ਛੇੜੇ, ਜਿਹੜਾ ਨਸ਼ਿਆਂ ਦਾ ਮੁੱਦਾ ਉਹ ਪੰਜਾਬ ਦੇ ਵਿੱਚ ਜਿਉਂ ਦਾ ਤਿਉਂ ਆ, ਇਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਊਗੀ ਆਮ ਆਦਮੀ ਪਾਰਟੀ ਜਾਂ ਪਹੁੰਚਾ ਰਹੇ ਹੋ, ਜਾਂ ਜੇ ਉਹ ਤੁਸੀਂ ਮੰਨ ਲਓ 2022 ਤੱਕ ਪਹੁੰਚਣ ਦੇ ਵਿੱਚ ਸਫਲ ਹੁੰਦੇ ਹੋ, ਕੋਈ ਰੋਡ ਮੈਪ ਹੈਗਾ ਤੁਹਾਡੇ ਕੋਲੇ ਕਿ ਵੀ ਇਹਨੂੰ ਆਪਾਂ ਖਤਮ ਕਰ ਲਾਂਗੇ ਕਿਸ ਤਰ੍ਹਾਂ? ਵੇਖੋ ਮੈਂ ਫਿਰ ਦੱਸ ਦਿੰਦਾ ਸੰਧਵਾਲੀਆ ਸਾਹਿਬ, ਨੀਅਤ ਜੇ ਤੁਹਾਡੀ ਹੈਗੀ ਨਾ ਕੁਝ ਕਰਨ ਦੀ ਤੇ ਆਪਾਂ ਰਾਤੋਂ ਰਾਤ ਉੱਥੇ ਕਰਕੇ ਵੀ ਵਿਖਾਇਆ ਸੀ ਜੀ। ਇੱਥੇ ਸਿਰਫ ਫੇਸ ਚੇਂਜ ਹੋ ਗਏ ਨੇ। ਆਹੀ ਕੈਪਟਨ ਸਾਹਿਬ ਸੀ ਜੋ ਉੱਥੇ ਰੈਲੀ ਵਿੱਚ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾ ਕੇ ਕਹਿੰਦੇ ਸੀ ਆਮ ਆਦਮੀ ਪਾਰਟੀ ਵਾਲੇ ਤੇ ਦਾਅਵਾ ਕਰਦੇ ਜੀ ਮੈਂ 4 ਮਹੀਨੇ ਦੇ ਅੰਦਰ ਨਸ਼ਾ ਖਤਮ ਕਰਾਂਗਾ, ਮੈਂ 4 ਹਫ਼ਤਿਆਂ ਦੇ ਅੰਦਰ ਤੁਹਾਨੂੰ ਨਸ਼ਾ ਖਤਮ ਕਰਕੇ ਵਿਖਾ ਦੂੰ। ਤੇ ਅੱਜ ਵੇਖ ਲਓ ਉਹੀ ਨਸ਼ਾ ਚੱਲਦਾ ਹੈ, ਉਹੀ ਪੂਰੇ ਪੰਜਾਬ 'ਚ ਮਾਫੀਆ ਚੱਲਦਾ ਹੈ, ਮਾਈਨਿੰਗ ਮਾਫੀਆ, ਕਿੱਥੇ ਰੇਤੇ ਦੀ, ਕਿੱਥੇ ਬਜਰੀ ਦੀ, ਰੋੜੀ ਦੀ, ਕਿੱਥੇ ਮਾਈਨਿੰਗ ਹੋ ਰਹੀ ਹੈ। ਕੋਈ ਉਹਦੇ ਸੁਧਾਰ ਨਹੀਂ ਹੈਗਾ, ਸਗੋਂ ਤੁਸੀਂ ਇਹ ਕਹਿ ਸਕਦੇ ਹੋ ਚੀਜ਼ਾਂ ਹੋਰ ਵੱਧ ਗਈਆਂ। ਜੋ ਇਹ ਬਾਦਲਾਂ ਦੇ ਲਾਏ ਬੂਟੇ ਸੀ ਉਹ ਪੂਰੀ ਤਰ੍ਹਾਂ ਫਲ ਫੁੱਲ ਰਹੇ ਨੇ ਰਾਜਾ ਅਮਰਿੰਦਰ ਸਿੰਘ ਜੀ ਦੀ ਸਰਕਾਰ ਵਿੱਚ। ਪਰ ਇੱਥੇ ਸਰਦਾਰ ਜਰਨੈਲ ਸਿੰਘ ਜੀ, ਮੈਂ ਇੱਕ ਗੱਲ ਕੋਟ ਕਰਨੀ ਚਾਹੁੰਦਾ, ਉਸ ਐਪੀਸੋਡ ਨੂੰ ਯਾਦ ਕਰਨਾ ਚਾਹੁੰਦਾ ਜਿਹਦੇ 'ਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਮਜੀਠੀਆ ਸਾਹਿਬ ਤੋਂ ਲਿਖਤੀ ਮਾਫੀ ਮੰਗੀ, ਕੇਸ ਵਾਪਸ ਲਿਆ। ਉਹਦਾ ਬਹੁਤ ਮਾੜਾ ਅਸਰ ਜਾਂ ਮਾੜਾ ਪ੍ਰਭਾਵ ਆਮ ਆਦਮੀ ਪਾਰਟੀ ਦੀ ਸ਼ਾਖ 'ਤੇ ਪਿਆ, ਕਿਉਂਕਿ ਪੰਜਾਬ ਦੇ ਲੋਕਾਂ ਨੇ ਇੱਥੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਵੀ ਹਰ ਬੰਦਾ ਜਿਹੜਾ ਉਹ ਆਪਣੇ ਵੱਲੋਂ ਇੱਕ ਪੋਸਟਰ ਲਾਵੇ ਕਿ ਵੀ ਮੈਂ ਕਹਿੰਦਾ ਵੀ ਫਲਾਨਾ ਬੰਦਾ ਇੱਦਾਂ, ਤੇ ਉਦੋਂ ਬਾਅਦ ਜਦੋਂ ਪੰਜਾਬ ਦੇ ਲੋਕ ਵੀ ਨਾਲ ਖੜ ਗਏ, ਹਰ ਬੰਦਾ ਕਹਿਣ ਲੱਗ ਪਿਆ, ਤੇ ਫਿਰ ਅਚਾਨਕ ਤੋਂ ਇੱਕ ਏਡੀ ਵੱਡੀ ਗੱਲ ਕਿ ਵੀ ਆਹ ਲਓ ਜੀ ਸਾਡਾ ਮਾਫੀਨਾਮਾ ਅਸੀਂ ਨਹੀਂ ਕਹਿੰਦੇ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਵੇਖੋ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 2017 ਦੇ ਅੰਦਰ ਵਿਰੋਧੀ ਧਿਰ ਦੀ ਸੇਵਾ ਦਿੱਤੀ। ਜੋ ਨਸ਼ੇ ਨੂੰ ਖਤਮ ਕਰਨ ਦਾ ਕੰਮ, ਨਸ਼ੇ ਦੇ ਵਪਾਰੀਆਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣ ਦਾ ਕੰਮ ਸੀ, ਉਹ ਸਰਦਾਰ ਅਮਰਿੰਦਰ ਸਿੰਘ ਜੀ ਦੀ ਸਰਕਾਰ ਦਾ ਸੀਗਾ।
ਤੇ ਲੋਕਾਂ ਨੂੰ ਜੋ ਚਾਹੀਦਾ ਹੈ, ਉਹ ਸਭ ਵੇਖ ਰਹੇ ਨੇ ਬਈ ਦਿੱਲੀ 'ਚ ਕਿਸ ਤਰੀਕੇ ਡਿਲੀਵਰ ਹੋ ਰਿਹਾ ਹੈ। ਜੇ ਸਾਨੂੰ ਸੇਵਾ ਦਿੱਤੀ ਹੁੰਦੀ ਤੇ ਉਹ ਕੰਮ ਸਹੀ 'ਚ ਹੋਣਾ ਸੀ। ਨਹੀਂ, ਪਰ ਉਹਦੇ 'ਚ ਮੈਂ ਇੱਕ ਗੱਲ ਹੋਰ ਇਹਦੇ 'ਚ ਐਂਗਲ ਪੁੱਛਣਾ ਚਾਹੁੰਦਾ। ਐਕਚੁਅਲੀ ਨਾ ਇਹ ਥੋੜ੍ਹਾ ਜਿਹਾ ਡਿਟੇਲ 'ਚ ਸਮਝਣ ਵਾਲੀ ਗੱਲ ਹੈ, ਮੈਂ ਸ਼ਾਇਦ ਤੁਸੀਂ ਸਮਝਾ ਸਕੋ। ਕੇਜਰੀਵਾਲ ਸਾਹਿਬ ਨੇ ਜੇ ਆਪਣਾ ਅਗਲਾ ਟਾਰਗੇਟ ਦਿੱਲੀ ਤੋਂ ਬਾਅਦ ਪੰਜਾਬ ਦੇਖਣਾ ਸੀ, ਤਾਂ ਫਿਰ ਪੰਜਾਬ ਜਿਹੜਾ ਹੈ ਉਹਦੇ ਵਾਲਾ ਕੇਸ ਵਾਪਸ ਲੈਣ ਦੀ ਕੀ ਲੋੜ ਸੀ? ਕੇਸ ਤਾਂ ਆਪਾਂ ਨੂੰ ਪਤਾ, ਭਾਵੇਂ 20 ਸਾਲ ਲੜੀ ਜਾਓ ਤੁਸੀਂ, ਤੇ ਲੜਦੇ ਰਹਿੰਦੇ। 2017 ਤੋਂ ਬਾਅਦ 22 ਵੀ ਤਾਂ ਆ ਹੀ ਜਾਣੀ ਸੀ। ਐਟਲੀਸਟ ਉਹ ਜਿਹੜਾ ਆਪਾਂ ਇੱਕ ਲੱਤ ਗੱਡੀ ਸੀ, ਜਿੱਦਾਂ ਪੰਜਾਬੀ 'ਚ ਆਪਾਂ ਕਹਿੰਦੇ ਨੇ ਵੀ ਫਲਾਣੇ ਨੇ ਲੱਤ ਗੱਡਤੀ, ਉਹ ਐਟਲੀਸਟ ਲੱਤ ਤਾਂ ਗੱਡੀ ਰਹਿੰਦੀ। ਪੰਜਾਬੀਆਂ ਨੂੰ ਲੱਗਦਾ ਤਾਂ ਸਹੀ ਵੀ ਯਾਰ ਹੋਰ ਕੋਈ ਕਵੇ ਨਾ ਕਵੇ, ਕੇਜਰੀਵਾਲ ਤਾਂ ਕਹਿੰਦਾ ਯਾਰ ਆਪਾਂ ਨਾਲ ਆ। ਮੈਂ ਤੇ ਫਿਰ ਕਹਿੰਦਾ ਗੁਰਪ੍ਰੀਤ ਭਾਜੀ ਕਿ ਜੋ ਨਸ਼ੇ ਦੇ ਤਸਕਰਾਂ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣ ਦਾ ਮੌਕਾ ਸੀ, ਉਹ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀ ਸਰਕਾਰ ਨੂੰ ਦਿੱਤਾ, ਜੋ ਕਿ ਕਰਨ 'ਚ ਵਿਫਲ ਨੇ। ਅਸੀਂ ਤੇ ਹੁਣ ਵੀ ਕਹਿੰਦੇ ਹਾਂ, ਜੇ ਤੇ ਨਹੀਂ, ਮੈਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਦੇ ਲੋਕ 2022 ਦੇ ਅੰਦਰ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣਾਉਣਗੇ ਤੇ ਆਪਾਂ ਇੱਕ ਇੱਕ ਬੰਦੇ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾ ਕੇ ਰਹਾਂਗੇ। ਨਾਲ ਦੁਬਾਰਾ ਆਪਾਂ ਮੁੱਦਾ ਕੱਢ ਲਾਂਗੇ, ਚਲੋ ਇਹ ਤਾਂ ਹੁਣ ਸਮਾਂ ਦੱਸੂਗਾ। ਦੂਸਰੀ ਚੀਜ਼ ਜਿਹੜੀ ਸੀਗੀ ਉਹ ਇਹ ਆ ਕਿ ਵੀ ਜਿਹੜੇ ਪੰਜਾਬ ਦੇ ਹੋਰ ਮਸਲੇ ਨੇ, ਜਿੱਦਾਂ ਫੋਰ ਐਗਜ਼ਾਮਪਲ ਪੰਜਾਬ ਦੀ ਆਪਾਂ ਅੱਜ ਗੱਲ ਕਰੀਏ ਤੇ ਪੰਜਾਬ ਕਰਜ਼ਈ ਹੋ ਗਿਆ, ਪੈਸੇ ਵਾਲੇ ਪਾਸਿਓਂ ਕੋਈ ਚੀਜ਼ ਲੱਭਦੀ ਨਹੀਂ। ਪਿਛਲੇ ਸਮੇਂ ਦੇ ਵਿੱਚ ਜਿਹੜੀ ਪਹਿਲੀ ਸਰਕਾਰ ਸੀ ਉਹਨੇ ਵੀ ਪ੍ਰਾਪਰਟੀਆਂ ਕੁਝ ਗਹਿਣੇ ਪਾਤੀਆਂ, ਕੁਝ ਵੇਚਤੀਆਂ। ਹੋਣ ਵਾਲਾ ਕੰਮ ਜਿਹੜਾ ਉਹ ਵੀ ਲਗਭਗ ਇਸੇ ਤਰ੍ਹਾਂ ਹੀ ਚੱਲੀ ਜਾਂਦਾ, ਕਦੀ ਕੋਈ ਥਰਮਲ ਪਲਾਂਟ ਵੇਚ ਲਿਆ, ਕਦੀ ਕੋਈ ਹੋਰ ਵੇਚ ਲਿਆ, ਜੇ ਪਤਾ ਨਹੀਂ 2022 ਤੱਕ ਕੀ ਕੁਝ ਵਿਕਦਾ ਹੈ। ਫਿਰ ਰਹੀ ਗੱਲ GST ਦੀ, ਉਹ ਕਿਉਂਕਿ ਸਾਰਾ ਕੁਝ ਕੇਂਦਰ ਸਰਕਾਰ ਦੇ ਅੰਡਰ ਹੈ। ਇਹ ਜਿਹੜਾ ਕੇਸ ਹੈ, ਤੁਸੀਂ ਨਸ਼ੇ ਵਾਲੀ ਗੱਲ ਕਰਦੇ ਹੋ, ਇਹ ਵੀ ਅਜੇ ਕੁਝ ਦਿਨ ਪਹਿਲਾਂ ਜਾਖੜ ਸਾਹਿਬ ਆਏ ਸੀ ਇੱਥੇ, ਉਹ ਵੀ ਇਸ਼ਾਰਾ ਕਰਕੇ ਗਏ ਸੀ ਵੀ ਕੇਂਦਰ ਸਰਕਾਰ ਦੇ ਹੱਥ 'ਚ ਬਹੁਤ ਕੁਝ ਹੈ। ED ਉਹਦੇ ਹੱਥ 'ਚ ਹੈ, CBI ਉਹਦੇ ਹੱਥ 'ਚ ਹੈ, ਗਰਾਂਟਾਂ ਦੇਣੀਆਂ ਉਹਦੇ ਹੱਥ 'ਚ ਹੈ। ਉਹਨਾਂ ਨੂੰ ਪਤਾ ਹੈ ਵੀ ਅਸੀਂ ਕਿਹੜੀ ਸਰਕਾਰ ਨੂੰ ਕਿਵੇਂ ਬਾਂਹ ਮਰੋੜਨੀ ਹੈ, ਕਿਵੇਂ ਤੋੜਨਾ। ਇਹਦਾ ਐਕਸਪੀਰੀਅੰਸ ਕੇਜਰੀਵਾਲ ਸਾਹਿਬ ਨੇ ਆਪਣੀ ਪਿਛਲੀ ਟਰਮ 'ਚ ਕਰ ਲਿਆ ਸੀ, ਜਦੋਂ ਉਪ ਰਾਜਪਾਲ ਸਾਹਿਬ ਦੇ ਘਰ ਜਾ ਕੇ ਸੋਫੇ 'ਤੇ ਵੀ ਸੌਣਾ ਪਿਆ ਸੀ, ਉਹਨਾਂ ਨੂੰ ਧਰਨੇ ਲਾਉਣੇ ਪਏ ਸੀ। ਉਸ ਸਾਰੇ ਕੁਛ ਨੂੰ ਦੇਖਦੇ ਹਾਂ ਤੇ ਪੰਜਾਬ ਨੂੰ ਦੇਖਦੇ ਹਾਂ, ਤਿਆਰੀ ਕਿਵੇਂ ਦੀ ਹੈ? ਗੁਰਪ੍ਰੀਤ ਭਾਜੀ, ਮੈਂ ਤੁਹਾਨੂੰ ਇੱਕ ਫਿਰ ਤੋਂ ਦੱਸ ਦਿੰਦਾ ਬਈ, ਪਿਛਲੇ 5 ਸਾਲ ਦੀ ਤੁਸੀਂ ਗੱਲ ਕੀਤੀ, 30,000 ਕਰੋੜ ਤੋਂ ਦਿੱਲੀ ਸਰਕਾਰ ਦਾ ਬਜਟ ਸ਼ੁਰੂ ਹੋਇਆ ਤੇ 60,000 ਕਰੋੜ ਤੇ ਪਹੁੰਚ ਗਿਆ ਜੀ। ਉਹ ਕਿੱਦਾਂ ਪਹੁੰਚ ਗਿਆ ਕਿ ਜਿਹੜਾ 2 ਨੰਬਰ ਦਾ ਪੈਸਾ ਹੁੰਦਾ ਉਹਨੂੰ ਸਰਕਾਰ ਨੇ ਲੀਗਲ ਵੇ ਨਾਲ ਲੋਕਾਂ ਨੂੰ ਦਿਆ, ਸਾਰੀ ਚੋਰੀਆਂ ਬੰਦ ਕੀਤੀਆਂ। ਕਿਸੇ ਵਪਾਰੀ ਤੇ ਸੇਲ ਟੈਕਸ ਦਾ ਛਾਪਾ ਨਹੀਂ ਪੈਣ ਦਿੱਤਾ, ਲੋਕਾਂ ਨੇ ਖੁਸ਼ੀ ਨਾਲ ਟੈਕਸ ਦਿੱਤਾ ਜੀ। ਜੇ ਇਸ ਤਰੀਕੇ ਦੀ ਪਾਲਿਸੀ, ਇੰਡਸਟਰੀ ਨੂੰ, ਬਿਜ਼ਨਸ ਨੂੰ ਰਿਵਾਈਵ ਕਰਨ ਵਾਲੀ ਪਾਲਿਸੀਜ਼ ਪੰਜਾਬ 'ਚ ਵੀ ਆਉਣ, ਤੇ ਪੰਜਾਬ 'ਚ ਤੇ ਦਿੱਲੀ ਨਾਲੋਂ ਜ਼ਿਆਦਾ ਪਾਵਰਫੁਲ ਹੈ ਸਰਕਾਰ। ਇਹ ਤੇ ਕੰਪਲੀਟ ਸਟੇਟ ਹੈ, ਇੱਥੇ ਪੁਲਿਸ ਤੋਂ ਲੈ ਕੇ ਹੋਰ ਏਜੰਸੀਜ਼ ਤੱਕ ਸਰਕਾਰ ਕੋਲ ਹੈਗੀਆਂ ਨੇ। ਤੇ ਜੇ ਅੱਜ ਜੋ ਸ਼ਰਾਬ ਵਿਕਦੀ ਹੈ 2 ਨੰਬਰ ਦੀ, ਉਹ ਸਾਰੀ 1 ਨੰਬਰ 'ਚ ਵਿਕਣਾ ਸ਼ੁਰੂ ਹੋ ਜੇ। ਆ ਜੋ ਮਾਈਨਿੰਗ ਦਾ ਮਾਫੀਆ ਦਿਨ ਰਾਤ ਕਰੋੜਾਂ ਰੁਪਈਆ ਲੀਡਰਸ ਦੇ ਘਰ ਭਰੀ ਜਾਂਦਾ, ਉਹ ਮਾਈਨਿੰਗ ਦਾ ਪੈਸਾ 1 ਨੰਬਰ 'ਚ ਆਉਣਾ ਸ਼ੁਰੂ ਹੋ ਜੇ, ਤੇ ਮੈਨੂੰ ਲੱਗਦਾ ਪੰਜਾਬ ਦਾ ਜੋ ਰੈਵਨਿਊ ਦਾ ਇਨਪੁਟ ਹੈ ਉਹ ਕਾਫੀ ਵੱਧ ਜੇ। ਇਸ ਤਰੀਕੇ ਦੀ ਬੇਹਿਸਾਬ ਪਾਲਿਸੀਆਂ ਜੋ ਸਰਕਾਰ ਦੇ ਹੱਥ 'ਚ ਨੇ, ਜੇ ਆਪਣਾ ਕੋਈ ਨਿੱਜੀ ਸਵਾਰਥ ਨਾ ਹੋਵੇ ਤੇ ਉਹਨਾਂ ਤੇ ਕੰਮ ਕਰਕੇ ਤੇ ਪੰਜਾਬ ਦਾ ਜੋ ਘਾਟਾ ਉਹਦੀ ਭਰਪਾਈ ਕੀਤੀ ਜਾ ਸਕਦੀ ਹੈ। ਅੱਜ ਤੇਲੰਗਾਨਾ ਵਰਗੀ ਸਟੇਟ ਹੈ ਜਿੱਥੇ ਸਿਰਫ 2 ਦਰਿਆ ਵਗਦੇ ਹੈ, ਤੇ ਉਹਨਾਂ ਨੇ ਆਪਣਾ ਜੋ ਮਾਈਨਿੰਗ ਤੋਂ ਆਪਣਾ ਰੈਵਨਿਊ ਕਿੰਨਾ ਵਧਾ ਲਿਆ। ਇੱਥੇ ਤੇ ਰਿਪੋਰਟ ਤਾਂ ਸਿੱਧੂ ਸਾਹਿਬ ਵੀ ਲਿਆਏ ਸੀ, ਸਿੱਧੂ ਸਾਹਿਬ ਨੇ ਕੈਪਟਨ ਸਾਹਿਬ ਦੇ ਅੱਗੇ ਵੀ ਰੱਖੀ ਸੀ, ਪਰ ਉਹਨਾਂ ਬਾਰੀ 'ਚ ਰੱਖ ਲਈ। ਜਦ ਤੱਕ ਤੁਸੀਂ ਔਨ ਗਰਾਊਂਡ ਕਿਸੇ ਚੀਜ਼ ਨੂੰ ਇੰਪਲੀਮੈਂਟ ਨਹੀਂ ਕਰੋਗੇ ਤੇ ਉਹਦਾ ਫਾਇਦਾ ਕਿੱਦਾਂ ਮਿਲਣਾ? ਤੁਸੀਂ ਬਾਰੀ 'ਚ ਰੱਖ ਕੇ ਹੁਣ ਰੋਟੀ ਅਲਮਾਰੀ 'ਚ ਰੱਖ ਕੇ ਸੋਚੀ ਜਾਓ ਜੀ ਮੇਰਾ ਢਿੱਡ ਭਰ ਜੇ ਤੇ ਕਿੱਦਾਂ ਭਰੇਗਾ? ਅੱਛਾ, ਆਪਾਂ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਵਾਲੀ ਰਾਜਨੀਤੀ ਨੂੰ ਥੋੜ੍ਹਾ ਜਿਹਾ ਹੋਰ ਮੈਂ ਸਮਝਣਾ ਚਾਹੁੰਦਾ। ਜਿਹੜਾ ਉੱਥੋਂ ਦੇ ਹਸਪੀਟਲਸ ਦਾ ਕੰਮ ਹੈ, ਜਾਂ ਸਕੂਲਾਂ ਦਾ ਕੰਮ ਹੈ, ਜਾਂ ਜਿਹੜਾ ਬਾਕੀ ਸਹੂਲਤਾਂ ਦਾ ਕੰਮ ਹੈ, ਇਹ ਸਾਰਾ ਕੁਛ ਇੰਨੀ ਛੇਤੀ ਸਟਰੀਮਲਾਈਨ ਕਿਵੇਂ ਹੋ ਗਿਆ? ਕਿਉਂਕਿ ਜੇ ਤੁਸੀਂ ਪੰਜਾਬ ਦੀ ਗੱਲ ਕਰੋ ਤੇ ਇੱਥੇ ਆ ਕੇ ਤੁਸੀਂ, ਮੈਨੂੰ ਤਾਂ ਮੈਂ ਹੈਰਾਨ ਹਾਂ ਵੀ ਤੁਸੀਂ ਅਜੇ ਵੀ ਹੌਸਲੇ 'ਚ ਵੀ ਆਪਾਂ ਕਰ ਲੈਣਾ। ਹਾਲਾਂਕਿ ਇੱਥੇ ਮੀਡੀਆ ਲਾਈਨ 'ਚ ਹਰ ਰੋਜ਼ ਬਹਿ ਕੇ ਅਸੀਂ ਵੀ ਲੋਕਾਂ ਨੂੰ ਬਹੁਤ ਪੋਜ਼ੀਟਿਵ ਕਰਦੇ ਹਾਂ, ਪਰ ਸੱਚ ਹਰੇਕ ਨੂੰ ਪਤਾ ਵੀ ਜਦੋਂ ਉਹ ਜਿਹੜੀ ਇਹ ਤਾਰ ਆ ਨਾ, ਉਹ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤੇ ਫਿਰ ਉਸ ਖੇਤ ਦਾ ਕੋਈ ਵਾਲੀ ਵਾਰਸ ਨਹੀਂ। ਇਹ ਪੰਜਾਬ ਦੇ ਹਾਲਾਤ ਨੇ ਇਸ ਵਕਤ। ਤੁਸੀਂ ਥੋੜ੍ਹਾ ਜਿਹਾ ਉਹ ਸਮਝਾਓ ਕਿ ਦਿੱਲੀ 'ਚ ਕਿਵੇਂ ਕੀਤਾ ਸੀ ਐਂਡ ਪੰਜਾਬ ਲਈ ਕਿਵੇਂ ਤੁਹਾਨੂੰ ਲੱਗਦਾ ਕਿ ਹੋ ਸਕਦਾ? ਵੇਖੋ, ਸਭ ਤੋਂ ਵੱਡੀ ਚੀਜ਼ ਤੇ ਤੁਹਾਡੀ ਨੀਅਤ ਹੁੰਦੀ ਹੈ ਜੀ। ਸਰਕਾਰ ਕੋਲ ਬੜੇ ਸਾਰੇ ਕਾਬਲ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਐਕਸਪੀਰੀਅੰਸ ਹੁੰਦਾ, ਜੋ ਤੁਹਾਨੂੰ ਸਲਾਹ ਦਿੰਦੇ ਨੇ ਬਈ ਇੱਕ ਤੇ ਸਲਾਹ ਇਹਦੇ ਨਾਲ ਡਿਵੈਲਪਮੈਂਟ ਹੋਣੀ ਹੈ, ਤੇ ਫਿਰ ਬੰਦਾ ਵੇਖਦਾ ਇਹਦੇ ਨਾਲ ਡਿਵੈਲਪਮੈਂਟ ਤੇ ਹੋ ਰਹੀ ਹੈ, ਮੇਰਾ ਕੁਝ ਨਹੀਂ ਬਣ ਰਿਹਾ, ਫਿਰ ਉਹਦੇ 'ਚ ਫੇਰ ਬਦਲ ਕਰਦੇ ਨੇ। ਮੈਂ ਮਿਸਾਲ ਦਿੰਦਾ ਤੁਹਾਨੂੰ, ਦਿੱਲੀ ਵਿੱਚ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹੁਣ ਤੱਕ, ਆਪਾਂ 2019 ਦੀ ਗੱਲ ਕਰ ਰਹੇ ਹਾਂ, ਸਾਰੇ ਸਕੂਲਾਂ ਦੇ ਮਿਲਾ ਕੇ ਇੰਨੇ ਕਮਰੇ ਨਹੀਂ ਬਣੇ ਸੀ ਜਿੰਨੇ ਪਿਛਲੇ 5 ਸਾਲਾਂ ਦੇ ਅੰਦਰ ਸਕੂਲ ਤੇ ਉਹਨਾਂ ਦੇ ਕਮਰੇ ਬਣੇ ਨੇ। ਤੇ ਆਹ ਤੇ ਤੁਸੀਂ ਡਿਸਾਈਡ ਕਰਨਾ, ਜਦੋਂ ਪਬਲਿਕ ਨੇ ਤੁਹਾਨੂੰ ਇੱਦਾਂ ਦੀ ਕੁਰਸੀ ਤੇ ਬਿਠਾਇਆ ਕਿ ਤੁਸੀਂ ਪਬਲਿਕ ਦੇ ਹਿੱਤ ਦੇ ਫੈਸਲੇ ਲੈਣੇ, ਆਪਣੇ ਹਿੱਤ ਦੇ ਫੈਸਲੇ ਲੈਣੇ। ਅੱਜ ਦਿੱਲੀ ਦੇ ਹਸਪੀਟਲ ਦੀ ਤੁਸੀਂ ਗੱਲ ਕਰ ਲਓ, ਮੁਹੱਲਾ ਕਲੀਨਿਕ ਇੱਕ ਇੱਦਾਂ ਦੀ ਚੀਜ਼ ਹੈ ਜੋ ਮਤਲਬ ਜਿਹਨੂੰ ਵੇਖ ਕੇ ਪਬਲਿਕ ਤਾਂ ਖੁਸ਼ ਹੁੰਦੀ ਹੈ, ਜੋ ਇਲਾਜ ਕਰਵਾਉਣ ਉੱਥੇ ਜਾਂਦਾ ਵੇਖਦਾ ਵੀ ਪ੍ਰਾਈਵੇਟ ਹਸਪੀਟਲ ਨਾਲੋਂ ਵਧੀਆ ਸੈਟਅਪ ਲੱਗਾ, ਦਵਾਈਆਂ ਫਰੀ, ਡਾਕਟਰ ਫਸਟ ਕਲਾਸ, ਉਹੀ ਡਾਕਟਰ ਜੋ ਪ੍ਰਾਈਵੇਟ ਕਲੀਨਿਕਸ ਹੁੰਦੇ ਹੈ,
ਕਈ ਵਾਰ ਤੇ ਉਹੀ ਡਾਕਟਰ ਉੱਥੇ ਪ੍ਰੈਕਟਿਸ ਕਰਦੇ ਨੇ ਆ ਕੇ, ਇੱਥੇ ਫ੍ਰੀ ਨੇ, ਉੱਥੇ ਪੈਸੇ ਲੈਂਦੇ ਨੇ, ਟੈਸਟ ਸਾਰੇ ਫ੍ਰੀ, ਤੇ ਕੋਈ ਭੀੜ ਭਾੜ ਨਹੀਂ, ਆਰਾਮ ਨਾਲ ਜਾਓ, ਆਪਣੀ ਦਵਾਈਆਂ ਲਓ। ਵਰਲਡ ਦੀ ਵੱਡੀ ਵੱਡੀ ਡਿਵੈਲਪ ਕੰਟਰੀਆਂ ਦੇ ਡੈਲੀਗੇਸ਼ਨ ਆ ਕੇ ਵਿਜ਼ਿਟ ਕਰਦੇ ਆ ਤੇ ਦੱਸਦੇ ਆ ਵੀ ਜਿੰਨੀ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਨੂੰ ਇਸ ਤੋਂ ਸਿੱਖਣ ਦੀ ਲੋੜ ਹੈ। ਤੇ ਪਬਲਿਕ ਨੂੰ ਤੇ ਆਹੀ ਸਭ ਚਾਹੀਦਾ। ਤੇ ਇਹਦੇ ਸਾਡਾ ਕੋਈ ਇਦਾਂ ਦਾ ਐਕਸਪੀਰੀਅੰਸ ਵੀ ਨਹੀਂ ਸੀ ਬਈ ਆਪਾਂ ਕਿਤੇ 50 ਸਾਲ ਚਲਾ ਕੇ ਸਰਕਾਰ ਆਏ ਹੋਈਏ, ਪਹਿਲੀ ਵਾਰ ਸਾਰੇ ਨਵੇਂ ਬੰਦੇ ਸੀ। ਪਰ ਜਦੋਂ ਤੁਹਾਨੂੰ ਡਿਸੀਜਨ ਲੈਣ ਦੀ ਪਾਵਰ ਹੁੰਦੀ ਹੈ ਤਾਂ ਤੁਸੀਂ ਡਿਸਾਈਡ ਕਰਨਾ ਹੁੰਦਾ ਵੀ ਡਿਸੀਜਨ ਪਬਲਿਕ ਦੇ ਫੇਵਰ 'ਚ ਲੈਣਾ। ਹੁਣ ਜਿਹੜੇ ਬੰਦੇ ਲੱਖਾਂ ਕਰੋੜਾਂ ਰੁਪਏ, ਕਈ ਕਰੋੜ ਰੁਪਏ ਖਰਚ ਕੇ ਇਲੈਕਸ਼ਨ ਲੜੇ ਹੁੰਦੇ ਨੇ, ਉਹਨਾਂ ਦਾ ਤਾਂ ਉਹਨਾਂ ਵਾਸਤੇ ਤਾਂ ਧੰਦਾ ਹੈਗਾ। ਉਹਨਾਂ ਨੇ ਇਹ ਕਹਿਣਾ ਵੀ 10 ਲੱਖ ਲਾ ਕੇ ਮੈਂ MLA ਬਣਿਆ, ਹੁਣ ਮੈਂ 5 ਸਾਲਾਂ 'ਚ ਇਹਨੂੰ 500 ਕਰੋੜ ਕਿੱਦਾਂ ਬਣਾਵਾਂ। ਪਰ ਦਿੱਲੀ ਤੋਂ ਜੋ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ, ਇੱਕ ਵਿਸ਼ਵਾਸ ਹੈ, ਲੋਕਾਂ ਦਾ ਵਿਸ਼ਵਾਸ ਹੈ ਹਾਂ ਵੀ ਆਪਾਂ ਇਹਨੂੰ ਚੁਣਿਆ, ਸਾਡੇ ਵਾਸਤੇ ਕੰਮ ਕਰੂਗਾ। ਉਹ ਚੀਜ਼ ਹੁਣ ਵੱਧਦੀ ਜਾ ਰਹੀ ਹੈ, ਚੱਲਦੀ ਜਾ ਰਹੀ ਹੈ। ਉਹਦੀ ਜੋ ਇੱਕ ਖੁਸ਼ਬੂ ਹੈ ਉਹ ਸਾਰੇ ਪਾਸੇ ਫੈਲਦੀ ਜਾ ਰਹੀ ਹੈ। ਤੇ ਜੋ ਸੱਚ ਸਾਹਮਣੇ ਦਿਸਦਾ ਹੋਵੇ ਉਹਨੂੰ ਤੁਸੀਂ ਨਕਾਰ ਵੀ ਨਹੀਂ ਸਕਦੇ। ਹੁਣ ਕੋਈ ਦਿੱਲੀ ਜਾਂਦਾ, ਮੁਹੱਲਾ ਕਲੀਨਿਕ ਵੀ ਵੇਖ ਸਕਦਾ, ਉਹ ਸਰਕਾਰੀ ਸਕੂਲ ਵੀ ਵੇਖ ਸਕਦਾ, ਉਹ ਗਲੀ 'ਚ ਲੱਗੇ CCTV ਕੈਮਰੇ ਵੀ ਵੇਖ ਸਕਦਾ, ਉਹ ਵਾਈਫਾਈ ਦੇ ਸੈਟਅਪ ਵੀ ਵੇਖ ਸਕਦਾ, ਉਹ ਦਿੱਲੀ ਦਾ ਜੋ ਇਨਫਰਾਸਟਰਕਚਰ ਡਿਵੈਲਪ ਹੋਇਆ ਪਿਛਲੇ 5 ਸਾਲਾਂ ਦੇ ਅੰਦਰ ਉਹਨੂੰ ਵੀ ਵੇਖ ਸਕਦਾ। ਅੱਛਾ, ਇਹ ਦੱਸੋ, ਕਰੋਨੇ ਵਾਲਾ ਕੰਮ ਹੀ ਦਿੱਲੀ 'ਚ ਪਿਛਲੇ ਦਿਨੀ ਵਾਹਵਾ ਚੱਲਿਆ ਸੀ। ਪਹਿਲਾਂ ਤਾਂ ਇਹ ਕਿਹਾ ਗਿਆ ਕਿ ਵੀ ਕੇਜਰੀਵਾਲ ਨੇ ਮਾਰ ਦੇਣਾ, ਇਹਨੇ ਕੀਤਾ ਕੱਖ ਨਹੀਂ। ਫਿਰ ਵਿਰੋਧੀ ਕਹਿਣ ਲੱਗ ਪਏ ਕਿ ਕੇਜਰੀਵਾਲ ਦਾ ਮਾਡਲ ਜਿਹੜਾ ਬਹੁਤ ਵਧੀਆ, ਆਪਾਂ ਉਹ ਅਪਣਾ ਲਈਏ। ਪਹਿਲਾਂ ਤਾਂ ਇਹ ਸਮਝਾਓ ਕਿ ਉਹ ਮਾਡਲ ਕੀ ਸੀ ਤੇ ਕੀਤਾ ਕੀ ਗਿਆ ਜਿਹਦੇ ਨਾਲ ਦਿੱਲੀ ਪਹਿਲਾਂ ਤਾਂ ਬਹੁਤ ਸ਼ੂਟ ਅਪ ਹੋਇਆ, ਉਸ ਤੋਂ ਬਾਅਦ ਕੰਟਰੋਲ ਕਰ ਲਿਆ ਗਿਆ। ਗੁਰਪ੍ਰੀਤ ਜੀ, ਬਿਲਕੁਲ ਸ਼ੁਰੂਆਤੀ ਦਿਨਾਂ ਵਿੱਚ ਦਿੱਲੀ ਵਿੱਚ ਇੰਟਰਨੈਸ਼ਨਲ ਏਅਰਪੋਰਟ ਹੋਣ ਕਰਕੇ ਤੇ ਇੱਕ ਬਹੁਤ ਸੰਘਣੀ ਆਬਾਦੀ ਵਾਲਾ ਸਟੇਟ ਹੋਣ ਕਰਕੇ ਬਹੁਤ ਜ਼ਿਆਦਾ ਰਿਸਕ ਸੀ ਕੇਸਿਸ ਵਧਣ ਦਾ, ਤੇ ਵਧੇ ਵੀ। ਤੁਹਾਡੇ ਚੈਨਲ ਤੇ ਆਪ ਮੈਂ ਦੇਖਦਾ ਬਈ ਰੋਜ਼ ਸ਼ਾਮ ਨੂੰ ਤੁਸੀਂ ਆંકੜੇ ਦੱਸਦੇ ਹੋ ਹਰ ਸਟੇਟ ਦੇ, ਤੇ ਉਹ ਸੁਭਾਵਿਕ ਸੀਗਾ ਵੀ ਕਿ ਸਾਰਾ ਜਿਹਨੇ ਵੀ ਨਾਰਥ ਇੰਡੀਆ 'ਚ ਆਉਣਾ ਤੇ ਪਹਿਲਾਂ ਦਿੱਲੀ 'ਚ ਹੀ ਆਉਣਾ, ਤੇ ਉਹਨਾਂ ਦੇ ਕਰਕੇ ਇੱਕਦਮ ਸਪਰੈਡ ਵੀ ਹੋਇਆ। ਪਰ ਅਰਵਿੰਦ ਕੇਜਰੀਵਾਲ ਜੀ ਨੇ, ਉਹਨਾਂ ਦੇ ਮਾਰਗਦਰਸ਼ਨ ਵਿੱਚ ਸਾਰੀ ਦਿੱਲੀ ਸਰਕਾਰ ਨੇ, ਸਾਰੇ ਅਫਸਰਾਂ ਨੇ, ਸਾਰੇ ਡਿਪਾਰਟਮੈਂਟਸ ਨੇ, MLAs ਨੇ, ਸਮਾਜਿਕ ਧਾਰਮਿਕ ਸੰਸਥਾਵਾਂ, ਸਭ ਦੀ ਮਦਦ ਦੇ ਨਾਲ ਉਹਨੂੰ ਕੰਟਰੋਲ ਕਰਨ ਵੱਲ ਸਾਰੇ ਰਲ ਕੇ ਵਧੇ। ਇੱਕ ਮਤਲਬ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਟੈਸਟਿੰਗ ਵੱਲ ਖਾਸ ਧਿਆਨ ਦਿੱਤਾ ਗਿਆ, ਜੋ ਕਿ ਇੱਥੇ ਹਜੇ ਤੱਕ ਨਹੀਂ ਦਿੱਤਾ ਜਾ ਰਿਹਾ। ਹੁਣ ਵੀ ਦਿੱਲੀ ਨਾਲੋਂ ਲਗਭਗ ਹੁਣ ਤੱਕ ਦੇ ਮਿਲਾ ਲਈਏ ਤੇ ਇੱਥੇ 10 ਲੱਖ ਦੇ ਆਲੇ ਦੁਆਲੇ ਟੈਸਟ ਹੋਏ ਨੇ, ਜਦਕਿ ਦਿੱਲੀ 'ਚ ਇੱਥੋਂ ਕਾਫੀ ਜ਼ਿਆਦਾ ਹੋ ਗਏ ਨੇ। ਜੋ ਟੈਸਟ ਆਪਾਂ ਪਰ ਮਿਲੀਅਨ ਦੀ ਗੱਲ ਕਰਦੇ ਹਾਂ, ਦਿੱਲੀ ਹੁਣ ਵੀ ਪੰਜਾਬ ਨਾਲੋਂ 3 ਗੁਣਾ ਤੇ ਹੈ। ਤੇ ਇਹ ਸਾਰੀ ਸਰਕਾਰ ਦੀ ਡਿਊਟੀਜ਼ ਬਣਦੀਆਂ ਨੇ। ਔਨ ਗਰਾਊਂਡ ਉਤਰ ਕੇ ਕੇਜਰੀਵਾਲ ਸਾਹਿਬ ਨੇ, ਪੂਰੀ ਕੈਬਨਿਟ ਮਿਨਿਸਟਰਸ ਨੇ, ਹੈਲਥ ਮਿਨਿਸਟਰ ਨੇ, ਡਿਪਟੀ CM ਸਾਹਿਬ ਨੇ ਇੱਕ ਚੀਜ਼ ਦਾ ਜਾਇਜ਼ਾ ਲਿਆ। ਜੇ ਕੋਈ ਬੰਦਾ ਪਹਿਲਾਂ ਤਾਂ ਟੈਸਟਿੰਗ ਵੱਧ ਤੋਂ ਵੱਧ ਕੀਤੀ, ਟੈਸਟਿੰਗ ਕਰਕੇ ਬੰਦੇ ਨੂੰ ਟਰੇਸ ਜੇ ਕਰ ਲਿਆ ਤੇ ਉਹਨੂੰ ਪ੍ਰੋਪਰ ਟ੍ਰੀਟਮੈਂਟ ਦਿੱਤਾ। ਹੋਮ ਆਈਸੋਲੇਸ਼ਨ ਵਾਲਾ ਮਾਡਲ ਬਹੁਤ ਕਾਮਯਾਬ ਰਿਹਾ ਕਿ ਲੋਕਾਂ ਨੂੰ ਘਰ 'ਚ ਹੀ ਰੱਖਿਆ ਜਾਵੇ। ਇੱਥੇ ਮੈਂ ਵੇਖਦਾ ਲੋਕਾਂ ਨੇ, ਮੈਂ ਕੱਲ੍ਹ ਹੀ ਵੀਡੀਓ ਵੇਖਦਾ ਸੀ ਵੀ ਜਿਹੜੇ ਹੈਲਥ ਵਰਕਰਸ ਨੇ ਗੌਰਮੈਂਟ ਦੇ, ਉਹਨਾਂ ਨੂੰ ਪਿੰਡਾਂ ਵਿੱਚ ਵੜਨਾ ਉਹਨਾਂ ਦਾ ਬੈਨ ਕਰ ਦਿੱਤਾ। ਉਹ ਸਾਨੂੰ ਡਰ ਹੈ ਐਕਚੁਅਲੀ ਨਾ ਜੀ, ਸਾਡੀ ਕੱਢ ਲੈਣੀ ਕਿਸੇ ਨੇ ਕਿਡਨੀ, ਅਸੀਂ ਤਾਂ ਨਹੀਂ ਜਾਣ ਦਿੰਦੇ। ਤੁਸੀਂ ਦਿੱਲੀ 'ਚ ਨਹੀਂ ਕੱਢਦੇ ਕਿਡਨੀ? ਇੱਥੇ ਸਰੇਆਮ ਇਲਜ਼ਾਮ ਲੱਗਦੇ ਨੇ, ਮੈਂ ਤੇ ਆਪ ਵੇਖਦਾ ਬਈ ਬੜੀ ਹੈਰਾਨੀ ਹੁੰਦੀ ਹੈ ਇਹਨਾਂ ਗੱਲਾਂ ਦੀ। ਪਰ ਦਿੱਲੀ 'ਚ ਲੋਕਾਂ ਨੇ, ਸਰਕਾਰ ਨੇ ਕਿਹਾ ਜੇ ਤੁਹਾਡੇ ਕੋਲ, ਕਿਉਂਕਿ ਕਈ ਥਾਵਾਂ ਤੇ ਛੋਟੇ ਘਰ ਨੇ, ਘਰ 'ਚ ਇੱਦਾਂ ਦਾ ਪ੍ਰਬੰਧ ਨਹੀਂ ਬਈ 1-2 ਕਮਰੇ ਨੇ, ਉਹਦੇ 'ਚ 4-6 ਬੰਦੇ ਰਹਿੰਦੇ ਨੇ, ਤੇ ਆਈਸੋਲੇਸ਼ਨ ਦਾ ਪ੍ਰੋਪਰ ਪ੍ਰਬੰਧ ਨਹੀਂ, ਤੇ ਸਰਕਾਰ ਨੇ ਵਰਲਡ ਕਲਾਸ ਆਈਸੋਲੇਸ਼ਨ ਸੈਂਟਰ ਬਣਾਏ। ਚੰਗੇ ਹੋਟਲਸ ਨੂੰ, ਚੰਗੇ ਬੈਂਕੁਏਟ ਹਾਲਸ ਨੂੰ ਨਵੇਂ ਸਿਰੇ ਕ੍ਰੀਏਟ ਕੀਤਾ। 5 ਸਟਾਰ ਹੋਟਲਾਂ ਵਰਗਾ ਉਹਨਾਂ ਨੂੰ ਖਾਣਾ ਪਰੋਸਿਆ ਗਿਆ ਕਿ ਜੇ ਮਜਬੂਰੀ 'ਚ ਕੋਈ ਕੁਆਰੰਟੀਨ ਸੈਂਟਰ ਚਲਾ ਵੀ ਗਿਆ ਤੇ ਉੱਥੇ ਉਹਨੂੰ ਇਹ ਨਾ ਲੱਗੇ ਬਈ ਇੱਥੋਂ ਤੇ ਯਾਰ ਮੈਂ ਮਰ ਕੇ ਹੀ ਜਾਣਾ, ਜਿਵੇਂ ਪੰਜਾਬ 'ਚ ਹੋਟਲ ਸੀ। ਇਹ ਮਾਫੀ ਚਾਹੁੰਦਾ, ਤੁਹਾਡੀ ਗੱਲ ਕੱਟ ਰਿਹਾ, ਉਹਨਾਂ ਦਾ ਪੈਸਾ ਫਿਰ ਉਹ ਲੋਕਾਂ ਤੋਂ ਲਿਆ ਜੀ ਜਾਂ ਸਰਕਾਰ ਨੇ ਦਿੱਤਾ? 1 ਰੁਪਈਆ ਨਹੀਂ ਲਿਆ। ਸਗੋਂ ਮੈਨੂੰ ਤੇ ਹਾਸਾ ਆਉਂਦਾ ਸੀ, ਇੱਕ ਪਾਸੇ ਤੇ ਦਿੱਲੀ ਨੇ ਪਲਾਜ਼ਮਾ ਥੈਰੇਪੀ ਇਨੀਸ਼ੀਏਟ ਕੀਤੀ ਜੀ, ਉਹ ਬਹੁਤ ਕਾਮਯਾਬ ਸਾਬਤ ਹੋਈ। ਅੱਜ ਅਮਰੀਕਾ ਵਰਗੀ ਕੰਟਰੀ ਉਹਨੂੰ ਐਪਰੀਸ਼ੀਏਟ ਕਰਦੀ, ਉਹਨੂੰ ਅਮਰੀਕਾ ਵਿੱਚ ਵੀ ਪਲਾਜ਼ਮਾ ਥੈਰੇਪੀ ਕਰਨੀ ਸ਼ੁਰੂ ਕੀਤੀ। ਇਹ ਆਪਾਂ ਆਪਣੀ ਇੱਕ ਜਿੱਤ ਮੰਨਦੇ ਆ ਵੀ ਠੀਕ ਹੈ, ਆਪਾਂ ਜਿਹੜੀ ਚੀਜ਼ ਸ਼ੁਰੂਆਤ ਕੀਤੀ ਉਹਨੂੰ ਪੂਰੀ ਦੁਨੀਆ ਦੇ ਅੰਦਰ ਐਕਸੈਪਟੈਂਸ ਮਿਲਦੀ ਹੈ। ਇੱਥੇ ਵੀ ਵੇਖੀ ਪਲਾਜ਼ਮਾ ਦਾ ਕੰਮ ਸ਼ੁਰੂ ਹੋਇਆ ਪੰਜਾਬ 'ਚ, ਪਰ ਸਾਨੂੰ ਬੜੀ ਹੈਰਾਨੀ ਹੋਈ ਕਿ ਪ੍ਰਾਈਵੇਟ ਹਸਪੀਟਲਸ ਨੂੰ ਪਲਾਜ਼ਮਾ ਵੇਚ ਕੇ 20,000 ਰੁਪਏ ਸਰਕਾਰ ਲੈ ਰਹੀ ਹੈ। ਲੋਕਾਂ ਤੋਂ ਫ੍ਰੀ ਲੈਂਦੀ ਹੈ ਪੰਜਾਬ ਸਰਕਾਰ, ਪਲਾਜ਼ਮਾ ਦਿਓ ਅਪੀਲ ਕਰਦੀ ਹੈ, ਤੇ ਉਹਨਾਂ ਦਾ ਪਲਾਜ਼ਮਾ ਕੱਢ ਕੇ 20,000 ਰੁਪਏ ਦਾ ਲੋਕਾਂ ਨੂੰ ਵੇਚ ਰਹੀ ਹੈ। ਤੇ ਆਪਾਂ ਸ਼ੋਰ ਰੌਲਾ ਪਾਇਆ ਉਸ ਗੱਲ ਤੇ ਦੂਜੇ ਦਿਨ ਭਾਵੇਂ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ। ਪਰ ਇਹ ਗੱਲਾਂ ਬੜੀ ਹੈਰਾਨੀ ਵਾਲੀਆਂ ਨੇ ਕਿ ਤੁਹਾਡਾ ਸੈਂਸ ਕੀ ਹੈ, ਤੁਸੀਂ ਕੀ ਸੋਚਦੇ ਹੋ, ਬੰਦਾ ਕਿਸ ਭਾਵਨਾ ਨਾਲ ਜਾ ਕੇ ਆਪਣਾ ਖੂਨ ਡੋਨੇਟ ਕਰਦਾ ਯਾਰ ਕਿਸੇ ਦੀ ਜਾਨ ਬਚ ਜੇ, ਤੇ ਤੁਸੀਂ ਉਹਨੂੰ ਵੇਚਦੇ, ਉਹਦਾ ਵੀ ਮੁੱਲ ਲੈਂਦੇ ਹੋ। ਮਤਲਬ ਰੈਵਨਿਊ ਦਾ ਤੁਹਾਡਾ ਇਹ ਸੋਰਸ ਰਹਿ ਗਿਆ। ਮੈਂ ਤੁਹਾਨੂੰ ਹੋਰ ਦੱਸਦਾ, ਮੈਂ ਤੁਹਾਨੂੰ ਹੋਟਲ ਵਾਲੀ ਗੱਲ ਤਾਂ ਪੁੱਛੀ ਸੀ ਕਿਉਂਕਿ ਪੰਜਾਬ ਦੇ ਵਿੱਚ ਨਾ ਜੀ ਬਹੁਤ ਸਾਰੇ NRIs ਨੇ, ਤੁਹਾਨੂੰ ਪਤਾ। ਤੇ ਜਦੋਂ ਇਹ ਪਿਛਲੇ ਸਮੇਂ ਦੇ ਵਿੱਚ ਸਾਰਾ ਕੁਝ ਬੰਦ ਹੋਇਆ ਸੀ, ਕੁਝ ਲੋਕਾਂ ਨੇ ਬਾਹਰੋਂ ਆਉਣਾ ਸੀ, ਜਿਹੜੀ ਕਿ ਇੰਡੀਅਨ ਗਵਰਨਮੈਂਟ ਦੀ ਇੱਕ ਸਕੀਮ ਸੀਗੀ ਕਿ ਜਿਹਦੇ ਤਹਿਤ ਜੇ ਕੋਈ ਬਾਹਰ ਫਸ ਗਿਆ ਤੇ ਉਹ ਆ ਜਾਵੇ, ਤਾਂ ਉਹਨਾਂ ਨੂੰ ਇੱਥੇ ਕੁਆਰੰਟੀਨ ਕਰਨ ਦੇ ਲਈ ਜੇ ਕਿਸੇ ਨੇ ਹੋਟਲ 'ਚ ਰਹਿਣਾ ਤਾਂ ਰਹਿ ਸਕਦਾ ਸੀ, ਪਰ ਉਹਦਾ ਬਿੱਲ ਬੰਦੇ ਨੂੰ ਦੇਣਾ ਪੈਂਦਾ ਸੀ।
ਮੈਂ ਤਾਂ ਕਿਹਾ ਵੀ ਸ਼ਾਇਦ ਕੇਜਰੀਵਾਲ ਸਾਹਿਬ ਨੇ ਪੈਸੇ ਕਮਾਏ ਹੋਣ। ਕਦੀ ਇਦਾਂ ਦੀ ਆਪਦਾ ਹੁੰਦੀ ਹੈ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਲੋਕਾਂ ਦਾ ਧਿਆਨ ਰੱਖੇ, ਆਪਣੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਵੇ। ਤੇ ਇਸ ਪੂਰੇ ਕੋਵਿਡ ਦਾ ਜੋ ਮਹਾਮਾਰੀ ਦਾ ਜੋ ਦੌਰ ਚੱਲ ਰਿਹਾ, ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੂਸਰੀ ਪਾਰਟੀ ਦੇ ਹੋਣ ਦੇ ਬਾਵਜੂਦ ਇਹ ਕਹਿੰਦੇ ਨੇ ਕਿ ਜੇ ਕਿਸੇ ਨੇ ਸਿੱਖਣਾ ਤਾਂ ਦਿੱਲੀ ਗਵਰਨਮੈਂਟ ਦੇ ਮਾਡਲ ਤੋਂ ਸਿੱਖੋ। ਅੱਛਾ, ਇੱਕ ਗੱਲ ਦੱਸੋ, ਐਤਕੀ ਥੋੜਾ ਜਿਹਾ ਕੇਜਰੀਵਾਲ ਸਾਹਿਬ ਤੇ ਮੋਦੀ ਸਾਹਿਬ ਦਾ ਪਿਆਰ ਵਾਹਵਾ ਨਜ਼ਰ ਆਉਣ ਲੱਗ ਪਿਆ। ਇਹ ਇਦਾਂ ਤਾਂ ਨਹੀਂ ਕਿ ਵੀ ਪਿਛਲੀ ਵਾਰਾਂ ਜ਼ਿਆਦੀਆਂ ਲੱਤਾਂ ਇੱਕ ਦੂਜੇ ਨਾਲ ਫਸਾ ਲੀਆਂ ਸੀ ਤੇ ਤਾਂ ਕਰਕੇ ਨੁਕਸਾਨ ਹੋਇਆ, ਤੇ ਐਤਕੀ ਕੇਜਰੀਵਾਲ ਸਾਹਿਬ ਨੂੰ ਲੱਗਿਆ ਵੀ ਯਾਰ ਜੇ ਆਪਾਂ ਚੱਲਣਾ ਤੇ ਫਿਰ ਆਪਾਂ ਕੇਂਦਰ ਦੇ ਨਾਲ ਆਡਾ ਨਹੀਂ ਲਾਉਣਾ। ਨਹੀਂ, ਲੱਤਾਂ ਤੇ ਹੁਣ ਵੀ ਫਸਦੀਆਂ ਰਹਿੰਦੀਆਂ। ਮੈਂ ਫਿਰ ਦੱਸਦਾ ਤੁਹਾਨੂੰ, ਇਹ ਕਰੋਨਾ ਦੇ ਦੌਰਾਨ ਇੱਕ ਦਿਨ LG ਆਰਡਰ ਤੋਂ ਆਫਿਸ ਤੋਂ ਆਰਡਰ ਆ ਜਾਂਦਾ ਜੀ ਕਿ ਬਈ ਆਪਾਂ ਦਿੱਲੀ ਵਿੱਚ ਹੋਮ ਆਈਸੋਲੇਸ਼ਨ ਬੰਦ ਕਰਨ ਲੱਗੇ ਆ ਜੀ। ਬੜੀ ਹੈਰਾਨੀ ਵਾਲਾ ਕੰਮ ਸੀ ਬਈ, ਜਿਸ ਹੋਮ ਆਈਸੋਲੇਸ਼ਨ ਵਿੱਚ 85% ਨਾਲੋਂ ਜ਼ਿਆਦਾ ਪੇਸ਼ੈਂਟ ਰਿਕਵਰ ਕਰ ਰਹੇ ਨੇ ਘਰਾਂ 'ਚ ਰਹਿ ਕੇ, ਉਹਨੂੰ ਕਿੱਦਾਂ ਬੰਦ ਕਰ ਦੋਗੇ? ਪੂਰੀ ਦਿੱਲੀ 'ਚ ਅਫਰਾ ਤਫਰੀ ਮਚ ਗਈ ਤੇ ਕਨਫਰੰਟ੍ਰੇਸ਼ਨ ਹੋਇਆ। CM ਸਾਹਿਬ ਲੜੇ ਦਿੱਲੀ ਵਾਲਿਆਂ ਦੇ ਹੱਕ ਵਾਸਤੇ ਤੇ ਆਰਡਰ LG ਆਫਿਸ ਨੂੰ ਵਾਪਸ ਲੈਣਾ ਪਿਆ। ਸਭ ਨੂੰ ਪਤਾ ਜੀ LG ਆਫਿਸ ਦੀ ਚਾਬੀ ਕਿੱਥੇ ਹੈ। ਤੇ ਕਨਫਰੰਟ੍ਰੇਸ਼ਨ ਤੇ ਹੁਣ ਵੀ ਹੁੰਦੇ ਨੇ, ਪਰ ਪਬਲਿਕ ਦੇ, ਦਿੱਲੀ ਦੇ ਲੋਕਾਂ ਦੇ ਜਿੱਥੇ ਹੱਕ ਵਾਸਤੇ ਲੜਨਾ ਪੈਂਦਾ ਲੜਦੇ ਆ। ਅੱਛਾ, ਇੱਕ ਗੱਲ ਦੱਸੋ ਕਿ ਵੀ ਖਜ਼ਾਨਾ ਕਿੱਦਾਂ ਭਰਦੇ ਹੋ ਤੁਸੀਂ? ਸਾਡੇ ਪੰਜਾਬ ਵਾਲਿਆਂ ਦਾ ਬੜਾ ਔਖਾ, ਤੇ ਤੁਸੀਂ ਜਿਹੜੀ ਗੱਲ ਮੈਂ ਚਾਹੁੰਦਾ ਨਹੀਂ ਸੀ ਸਾਡੀ ਛੇੜੋ ਵੀ ਯਾਰ ਅਸੀਂ ਹੁਣ ਪਲਾਜ਼ਮਾ ਵੇਚ ਵਿਚਾਰੇ ਆਪਣਾ ਟਾਈਮ ਪਾਸ ਕਰਨ ਰਹੇ ਆ, ਤੇ ਤੁਸੀਂ ਕਹਿੰਦੇ ਪੰਜਾਬ ਤੇ ਰਾਜ ਕਰਨਾ, ਕਿੱਦਾਂ ਕਰੋਗੇ? ਵੇਖੋ ਜੀ, ਸਿਆਣੇ ਕਹਿ ਗਏ ਨੇ ਜੀ, ਨੀਤਾਂ ਨੂੰ ਮੁਰਾਦਾਂ ਨੇ। ਤੇ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਤੇ ਆਪਣੇ ਆਪ ਲੋਕੀ, ਮੈਂ ਐਜ਼ ਏ ਬਿਜ਼ਨਸਮੈਨ, ਦਿੱਲੀ ਦੇ ਇੱਕ ਬਿਜ਼ਨਸਮੈਨ ਦੇ ਤੌਰ ਤੇ ਦੱਸਦਾ ਜੀ ਕਿ ਆਏ ਦਿਨ ਕੋਈ ਸੇਲ ਟੈਕਸ ਵਾਲਾ, ਕਦੀ ਕਿਹੜੇ ਡਿਪਾਰਟਮੈਂਟ ਦਾ ਬੰਦਾ ਜਾ ਕੇ ਵਪਾਰੀ ਕੋਲ ਬਹਿ ਜਾਂਦਾ ਸੀ। ਬਹਿ ਗਿਆ ਤੇ ਹੁਣ ਕਿਤੇ ਨਾ ਕਿਤੇ ਉਹਨੇ ਕਸਰ ਕੋਈ ਕਮੀ ਕੱਢ ਲੈਣੀ ਹੈ ਤੇ ਉੱਥੋਂ ਕੁਝ ਲੈ ਕੇ ਹੀ ਜਾਣਾ। ਸਰਕਾਰ ਬਣਦੇ ਨਾਲ ਸਾਡੇ ਮਨੀਸ਼ ਸਿਸੋਦੀਆ ਜੀ, ਡਿਪਟੀ CM ਸਾਹਿਬ ਦਾ ਬਿਆਨ ਆ ਗਿਆ ਕਿ ਅੱਜ ਤੋਂ ਬਾਅਦ ਉਹ ਜੋ ਰੇਡ ਰਾਜ ਚੱਲਦਾ ਸੀ ਨਾ ਵੀ ਜਿੱਥੇ ਮਰਜ਼ੀ ਜਾ ਕੇ ਬਹਿ ਜਾਓ, ਬਿਲਕੁਲ ਬੰਦ ਹੈ। ਜਦ ਤੱਕ ਕੋਈ ਹਾਈ ਲੈਵਲ ਤੇ ਕਿਸੇ ਦੀ ਕੰਪਲੇਂਟ ਨਹੀਂ ਹੁੰਦੀ, ਕੋਈ ਨਹੀਂ ਜਾਏਗਾ। ਲੋਕਾਂ ਦਾ ਸਰਕਾਰ ਦੇ ਉੱਤੇ ਭਰੋਸਾ ਵਧਿਆ, ਲੋਕਾਂ ਨੇ ਟੈਕਸ ਦੇਣੇ ਸ਼ੁਰੂ ਕੀਤੇ। ਇੱਦਾਂ ਦੀ ਸਕੀਮਾਂ ਵੀ ਕੱਢੀਆਂ ਗਈਆਂ ਵੀ ਤੁਹਾਡਾ ਬਿੱਲ ਤੁਸੀਂ ਇੱਕ ਐਪ ਡਿਵੈਲਪ ਕੀਤੀ ਗਈ, ਉਹਦੇ ਤੇ ਪਾ ਦਿਓ ਤੇ ਹਰ ਜਿਹੜੇ ਸੋਰਸ ਸੀਗੇ ਰੈਵਨਿਊ ਦੇ, ਉਹ ਸਾਰਿਆਂ ਵਿੱਚ ਵਾਧਾ ਹੋਇਆ। ਭਾਵੇਂ GST ਸੀ, ਉਸ ਟਾਈਮ ਤੇ ਵੈਟ ਹੁੰਦਾ ਸੀ, ਤੇ ਭਾਵੇਂ GST ਹੈ, ਭਾਵੇਂ ਐਕਸਾਈਜ਼ ਹੈ, ਭਾਵੇਂ ਰੈਵਨਿਊ ਹੈ, ਹਰ ਪਾਸਿਓਂ ਜਦੋਂ ਲੋਕਾਂ ਨੂੰ ਐਤਬਾਰ ਹੋ ਜਾਂਦਾ ਕਿ ਬਈ ਸਾਡੇ ਟੈਕਸ ਦਾ ਪੈਸਾ ਸਾਨੂੰ ਵਾਪਸ ਮਿਲ ਰਿਹਾ, ਤੇ ਉਹ ਅੰਡੇ ਮੁਰਗੇ ਵਾਲੀ ਕਹਾਵਤ ਹੈ ਜੀ। ਲੋਕਾਂ ਨੇ ਖੁੱਲ੍ਹ ਕੇ ਟੈਕਸ ਦੇਣਾ ਸ਼ੁਰੂ ਕੀਤਾ ਤੇ ਉਹਦਾ ਲਾਭ ਵੀ ਲੋਕਾਂ ਨੂੰ ਮਿਲਦਾ ਦਿਸਣਾ ਸ਼ੁਰੂ ਹੋ ਗਿਆ। ਮਤਲਬ ਆਪਾਂ ਇੱਕ ਲਾਈਨ 'ਚ ਇਹ ਕਹਿ ਸਕਦੇ ਹਾਂ ਕਿ ਜਿਹੜਾ ਖਾਸ ਕਰਕੇ ਇੰਡੀਆ ਦੇ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਹੈ ਕਿ ਯਾਰ ਜੇ ਟੈਕਸ ਦੇਤਾ ਤੇ ਉਹ ਵਾਪਸ ਨਹੀਂ ਆਉਣਾ। ਤੁਸੀਂ ਇਹ ਪਰਸੈਪਸ਼ਨ ਨੂੰ ਤੋੜਿਆ ਕਿ ਜੇ ਤੁਸੀਂ ਟੈਕਸ ਦਿੰਦੇ ਹੋ ਤੇ ਸਹੂਲਤ ਦਿਆਂਗੇ। ਬਿਲਕੁਲ, ਅੱਜ ਦਿੱਲੀ ਦੇ ਲੋਕ ਖੁਸ਼ੀ ਨਾਲ ਟੈਕਸ ਦਿੰਦੇ ਆ ਤੇ ਟੈਕਸ ਹਰ ਬੰਦਾ ਦਿੰਦਾ ਹੈ। ਜ਼ਰੂਰੀ ਨਹੀਂ ਹੈ ਕਿ ਜੋ ਇਨਕਮ ਟੈਕਸ ਦਿੰਦਾ ਉਹੀ ਟੈਕਸ ਪੇਅਰ ਹੈ। ਜੀ। ਅੱਜ ਕੋਈ ਗਰੀਬ ਆਦਮੀ, ਕੋਈ ਝੁੱਗੀ ਕਲਸਟਰ 'ਚ ਰਹਿਣ ਵਾਲਾ ਵੀ ਸਵੇਰੇ ਟੂਥਪੇਸਟ ਕਰਦਾ ਤੇ ਉਹਦੇ ਤੇ ਵੀ ਟੈਕਸ ਪੇ ਕਰ ਰਿਹਾ, ਤੇ ਉਹਦਾ ਰਾਈਟ ਬਣਦਾ ਵੀ ਸਰਕਾਰ ਦੀ ਡਿਊਟੀ ਹੈ ਕਿ ਹਰ ਬੰਦੇ ਨੂੰ ਉਹਨੂੰ ਜਿੱਥੇ ਜਿੰਨੀ ਲੋੜ ਹੈ ਉਹਨੂੰ ਡਿਵਾਈਡ ਕਰੇ ਤੇ ਹਰ ਬੰਦੇ ਨੂੰ ਫਾਇਦਾ ਮਿਲੇ। ਅੱਜ ਮੈਨੂੰ ਖੁਸ਼ੀ ਹੈ ਕਿ ਦਿੱਲੀ 'ਚ ਰਹਿਣ ਵਾਲੇ ਅੱਜ ਇੱਕ ਆਮ ਆਦਮੀ ਨੂੰ ਵੀ 10-15 ਹਜ਼ਾਰ ਰੁਪਏ ਮਹੀਨੇ ਦਾ ਜੋ ਸਿੱਧਾ ਉਹ ਬਿਜਲੀ ਦਾ, ਪਾਣੀ ਦਾ, ਸਕੂਲ ਦੀ ਫੀਸ ਦਾ, ਹਨਾ, ਤੇ ਹੈਲਥ ਦੇ ਕਾਊਂਟ ਕਰ ਲਏ। ਉਸ ਤੋਂ ਬਾਅਦ ਕੈਮਰੇ ਲਵਾਉਂਦੀਆਂ ਸੀ, RWA ਕਲੋਨੀ ਵਾਲੇ ਇਕੱਠੇ ਹੋ ਕੇ ਕੈਮਰੇ ਲਵਾਉਂਦੇ ਸੀ। ਅੱਜ ਜੋ ਸਰਕਾਰ ਲਾ ਰਹੀ ਹੈ, ਵਾਈਫਾਈ ਸਰਕਾਰ ਦੇ ਰਹੀ ਹੈ, ਤੇ ਇੱਕ ਆਮ ਪਰਿਵਾਰ ਨੂੰ 10 ਤੋਂ 15 ਹਜ਼ਾਰ ਰੁਪਏ ਮਹੀਨੇ ਦਾ ਫਾਇਦਾ ਸਰਕਾਰ ਦੇ ਰਹੀ ਹੈ। ਮੇਰਾ ਖਿਆਲ ਪਾਸ ਬਿਲਕੁਲ, ਲੇਡੀਜ਼ ਵਾਸਤੇ ਬੱਸਾਂ ਫ੍ਰੀ ਨੇ। ਦੇਖੋ ਸਹੂਲਤਾਂ ਤੁਹਾਡੀਆਂ ਮੈਂ ਦੱਸਣ ਡਿਆ। ਅੱਛਾ, ਇਹ ਗੱਲ ਦੱਸੋ, ਇਹ ਮੈਂ ਤਾਂ ਦੱਸ ਰਿਹਾ ਵੀ ਚਲੋ ਜਿਹੜਾ ਕੰਮ ਕੀਤਾ ਉਹਨੂੰ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਪਰ ਅਸੀਂ ਤਾਂ ਲੱਭਦੇ ਹਾਂ ਵੀ ਚਲੋ ਜੇ ਆਮ ਆਦਮੀ ਪਾਰਟੀ ਵਾਲਾ ਕੋਈ ਰੂਲ ਪੰਜਾਬ 'ਚ ਆਏ ਤਾਂ ਫਿਰ ਠੀਕ ਹੈ, ਸ਼ਾਇਦ ਗੱਲ ਬਣ ਜੇ। ਇੱਕ ਗੱਲ ਦੱਸੋ, NRIs ਨੇ ਬਹੁਤ ਸਾਥ ਦਿੱਤਾ ਸੀ ਉਦੋਂ, ਪਰ ਇਸ ਵਕਤ NRIs ਜਿਹੜੇ ਨੇ ਉਹ ਤੁਹਾਡੇ ਤੋਂ ਬਹੁਤ ਗੁੱਸੇ ਨਾਰਾਜ਼ ਹੋਏ ਬੈਠੇ ਨੇ। ਤੁਸੀਂ ਜਿਹੜੀਆਂ ਗੱਲਾਂ ਅੱਜ ਇੱਥੇ ਮੰਨ ਲਈਆਂ ਕਿ ਹਾਂ ਠੀਕ ਹੈ ਯਾਰ ਸਾਡੇ ਕੋਲੋਂ ਗਲਤੀਆਂ ਹੋ ਗਈਆਂ, ਅਸੀਂ ਸਿੱਖ ਗਏ, ਪਰ ਉਹ ਵਿਸ਼ਵਾਸ ਕਿਵੇਂ ਵਾਪਸ ਕਰਾਂਗੇ ਆਪਾਂ ਹੁਣ? ਵੇਖੋ, ਮੈਂ ਆਪ ਡਿਊਰਿੰਗ 2017 ਵਾਲੇ ਇਲੈਕਸ਼ਨ 'ਚ ਵੇਖਦਾ ਰਿਹਾ, ਮੈਨੂੰ ਕੋਈ ਜ਼ਿੰਮੇਵਾਰੀ ਮਿਲੀ ਸੀ, ਤੇ ਜਿੱਥੇ ਤੱਕ ਸਾਡੇ NRI ਸਾਥੀਆਂ ਦੀ ਗੱਲ ਹੈ, ਇਹਨਾਂ ਵੱਲੋਂ 1 ਸਾਈਡਡ ਪਿਆਰ ਸਾਨੂੰ ਮਿਲਦਾ ਰਿਹਾ ਜੀ। ਇਹਨਾਂ ਨੇ ਕਦੀ ਬਈ ਉੱਥੇ ਬਹਿ ਗਈ, ਕਿਸੇ ਨੇ ਕਾਲਿੰਗ ਕੈਂਪੇਨ ਕੀਤੀ, ਕਿਸੇ ਨੇ ਡੋਨੇਸ਼ਨ ਰਾਹੀਂ ਸਾਨੂੰ ਮਦਦ ਕੀਤੀ, ਤੇ ਇੱਥੇ ਤੱਕ ਜਹਾਜ਼ਾਂ ਦੇ ਜਹਾਜ਼ ਭਰ ਕੇ ਇੱਥੇ ਆਏ, ਉਹਨਾਂ ਨੇ ਗਲੀ ਗਲੀ ਕੈਂਪੇਨ ਕੀਤੀ। ਬਈ ਕਾਸ ਸੀ, ਉਹਨਾਂ ਨੇ ਇੱਕ ਡਿਫਰੈਂਸ ਵੇਖਿਆ ਬਈ ਦਿੱਲੀ 'ਚ ਜਿਸ ਤਰੀਕੇ ਕੰਮ ਹੁੰਦਾ, ਉਹਨਾਂ ਦੇ ਮੁਲਕਾਂ 'ਚ ਉਸ ਤਰੀਕੇ ਕੰਮ ਹੁੰਦਾ, ਦਿੱਲੀ ਉਸ ਮਾਡਲ ਨੂੰ ਕਾਪੀ ਕਰ ਰਿਹਾ, ਤੇ ਬਹੁਤ ਉਹਨਾਂ ਵੱਲੋਂ ਪਿਆਰ ਸਪੋਰਟ ਮਿਲੀ। ਤੇ ਮੇਰਾ ਜਵਾਬ ਤੇ ਉਹੀ ਹੈ ਜੀ ਜੋ ਮੈਂ ਪਹਿਲਾਂ ਦਿੱਤਾ ਹੈ, ਆਪਾਂ ਗੁਜ਼ਰੇ ਸਮੇਂ ਤੋਂ ਬਹੁਤ ਕੁਝ ਸਿੱਖ ਲਿਆ, ਤੇ ਤੁਸੀਂ ਏਦਾਂ ਹੀ ਆਪਣਾ ਸਾਥ, ਪਿਆਰ, ਵਿਸ਼ਵਾਸ ਬਣਾ ਕੇ ਰੱਖੋ, ਤੇ ਜੋ ਤੁਹਾਡਾ ਸੁਪਨਾ ਹੈ ਖੁਸ਼ਹਾਲ ਪੰਜਾਬ ਦਾ, ਤੁਹਾਡੇ ਸਾਥ ਦੇ ਨਾਲ ਆਪਾਂ ਸਾਰੇ ਰਲ ਕੇ ਉਹਨੂੰ ਜ਼ਰੂਰ ਸਾਕਾਰ ਕਰਾਂਗੇ। ਚਲੋ, ਇਹ ਅੱਜ ਵੈਸੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ, ਮੇਰਾ ਖਿਆਲ ਕਈ ਸਵਾਲ ਜਿਹੜੇ ਪੁੱਛਣੇ ਚਾਹੁੰਦੇ ਸੀ ਸਾਡੇ ਪੰਜਾਬੀ, ਮੈਂ ਪੁੱਛ ਲਿਆ, ਜਵਾਬ ਤੁਸੀਂ ਕਈ ਦੇਤੇ,
ਕਈ ਤੁਸੀਂ ਜਿੱਦਾਂ ਦੇ ਦਿੱਤੇ ਉਹ ਪੰਜਾਬੀ ਆਪੇ ਦੱਸ ਦੇਣਗੇ। ਜਾਂਦੇ ਜਾਂਦੇ ਕੋਈ ਸਾਡੇ ਇਸ ਚੈਨਲ ਦੇ ਮਾਧਿਅਮ ਰਾਹੀਂ ਕੁਝ ਕਹਿਣਾ ਚਾਹੋ ਤਾਂ ਜ਼ਰੂਰ। ਹਾਂ ਜ਼ਰੂਰ ਜੀ, ਮੈਂ ਕਹਿਣਾ ਚਾਹੁੰਦਾ ਕਿ ਦਿੱਲੀ ਤੋਂ ਇੱਕ ਨਵੇਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਹੋਈ ਹੈ। ਉਹਦੇ ਅਸਰ ਤੁਸੀਂ ਵੇਖ ਲਏ ਨੇ, ਉਹਦੇ ਨਤੀਜੇ ਤੁਸੀਂ ਵੇਖ ਲਏ ਨੇ। ਇਹ ਉਹ ਰਾਜਨੀਤੀ ਹੈ ਜਿਹਦੇ ਨਾਲ ਲੋਕ ਪੱਖੀ ਰਾਜਨੀਤੀ ਹੈ, ਵੀ ਲੋਕਾਂ ਦੇ ਹੱਕ ਦੀ, ਲੋਕਾਂ ਦੇ ਹਿੱਤ ਦੀ ਗੱਲ ਹੁੰਦੀ ਹੈ। ਤੇ ਅੱਜ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਇਸੇ ਕਿਸਮ ਦੀ ਰਾਜਨੀਤੀ ਦੀ ਲੋੜ ਹੈ। ਮੈਂ ਤਾਂ ਕਹਿੰਦਾ ਹਰ ਸੂਬੇ 'ਚ ਇੱਦਾਂ ਦੀ ਰਾਜਨੀਤੀ ਹੋਣੀ ਚਾਹੀਦੀ ਹੈ ਜੋ ਲੋਕਾਂ ਵਾਸਤੇ ਕੰਮ ਕਰੇ। ਤੇ ਉਹ ਜੋ ਪੈਸੇ ਤੋਂ ਸੱਤਾ, ਸੱਤਾ ਤੋਂ ਪੈਸੇ ਵਾਲਾ ਕਲਚਰ ਸੀ, ਉਹ ਖਤਮ ਕਰ ਰਹੇ ਹਾਂ। ਤੁਹਾਡਾ ਇੱਦਾਂ ਹੀ ਸਾਥ ਮਿਲਦਾ ਰਹੇਗਾ ਤੇ ਆਪਾਂ ਜ਼ਰੂਰ ਉਸ ਮਕਸਦ ਨੂੰ ਹਾਸਲ ਕਰ ਸਕਾਂਗੇ। ਤੇ ਸਾਰੇ ਇੱਦਾਂ ਹੀ ਆਪਣਾ ਸਾਥ, ਪਿਆਰ, ਇਤਬਾਰ ਬਣਾ ਕੇ ਰੱਖੋ। ਤੇ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਸਰਦਾਰ ਜਰਨੈਲ ਸਿੰਘ ਜੀ, ਤੁਸੀਂ ਸਮਾਂ ਕੱਢਿਆ, ਤੁਹਾਨੂੰ ਧੰਨਵਾਦ। ਬਹੁਤ ਬਹੁਤ ਧੰਨਵਾਦ ਸੰਧਵਾੜੀ ਸਾਹਿਬ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਆਸ ਕਰਦਾ ਹਾਂ ਕਿ ਜਿੰਨੀਆਂ ਕੁ ਗੱਲਾਂ ਤੁਹਾਡੇ ਜ਼ਿਹਨ ਸੀਗੀਆਂ ਉਹ ਸਵਾਲ ਮੈਂ ਆਪਣੇ ਵੱਲੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ। ਜੇ ਕੋਈ ਰਹਿ ਗਿਆ ਤੇ ਕੋਈ ਗੱਲ ਨਹੀਂ, ਫਿਰ ਆਪਾਂ ਤਕਲੀਫ ਦੇ ਲਵਾਂਗੇ ਇਹਨਾਂ ਨੂੰ। ਬਾਕੀ ਆਪਣੀ ਫੀਡਬੈਕ ਦਿੰਦੇ ਰਹਿਣਾ, ਗੱਲਾਂ ਜਿਹੜੀਆਂ ਚੰਗੀਆਂ ਲੱਗਣ ਅੱਗੇ ਸ਼ੇਅਰ ਜ਼ਰੂਰ ਕਰਨਾ। ਪ੍ਰਾਈਮ ਏਸ਼ੀਆ TV ਦੇ ਨਾਲ ਬਣੇ ਰਹਿਣਾ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।